ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਰਸ਼ਵਿੰਦਰ ਫਰੋਮ ਮਾਸਟਰ ਕਲਾਸਿਸ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਕਰਦਾ ਜੀ। ਕੰਪਿਊਟਰ ਆਰਕੀਟੈਕਚਰ ਦਾ ਪਾਰਟ 1 ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ ਤੇ ਅੱਜ ਆਪਾਂ ਡਿਸਕਸ ਕਰਨਾ ਕੰਪਿਊਟਰ ਆਰਕੀਟੈਕਚਰ ਦਾ ਪਾਰਟ 2, ਜਿਹੜਾ ਰਿਮੇਨਿੰਗ ਬਚਦਾ ਹਿੱਸਾ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਜ ਦੇ ਇਸ ਲੈਕਚਰ ਦੇ ਵਿੱਚ। ਤੇ ਸ਼ੁਰੂ ਕਰਦੇ ਹਾਂ ਆਪਣਾ ਲੈਕਚਰ ਬਿਨਾਂ ਬਹੁਤੀ ਦੇਰੀ ਦੇ। ਪਿਛਲੇ ਦੇ ਵਿੱਚ ਆਪਾਂ ਨੇ ਵੇਖਿਆ ਹੁਣ ਤੱਕ ਕੰਪਿਊਟਰ ਕੰਪੋਨੈਂਟਸ ਕਿਹੜੇ-ਕਿਹੜੇ ਨੇ। ਫਿਰ ਅਸੀਂ ਉਹਦੇ ਵਿੱਚ ਸਭ ਤੋਂ ਪਹਿਲਾਂ ਇਨਪੁਟ ਯੂਨਿਟ ਪੜ੍ਹੇ, ਸਾਰੇ ਜਿਹੜੇ ਇਨਪੁਟ ਦੇ ਅੰਡਰ ਕਵਰ ਹੁੰਦੇ ਨੇ, ਠੀਕ ਹੈ। ਫਿਰ ਇਨਪੁਟ ਤੋਂ ਬਾਅਦ ਸਾਡੇ ਕੋਲੇ ਆਏ ਸੀਗੇ ਜੀ ਆਊਟਪੁੱਟ ਯੂਨਿਟ, ਕਿਹਨਾਂ ਨੂੰ ਅਸੀਂ ਆਊਟਪੁੱਟ ਯੂਨਿਟ ਕਹਿਣਾ, ਤੇ ਇਹ ਸਾਰੀਆਂ ਚੀਜ਼ਾਂ ਪੜ੍ਹੀਆਂ। ਉਸ ਤੋਂ ਬਾਅਦ ਫਿਰ ਅਸੀਂ ਅੱਗੇ ਚੱਲੇ ਸੀ CPU ਤੇ CPU ਦੇ ਵਿੱਚ ਅਰਿਥਮੈਟਿਕ ਲੌਜੀਕਲ ਯੂਨਿਟ ਪੜ੍ਹਿਆ ਤੇ ਰਜਿਸਟਰਸ ਕਰ ਰਹੇ ਸੀਗੇ ਕਿ ਕਿਹੜੇ ਟਾਈਪ ਦੇ, ਜਨਰਲ ਪਰਪਸ ਤੇ ਸਪੈਸ਼ਲ ਫੰਕਸ਼ਨ। ਜਨਰਲ ਪਰਪਸ ਪੜ੍ਹ ਲਏ ਸੀਗੇ, ਸਪੈਸ਼ਲ ਫੰਕਸ਼ਨ 'ਚ ਸਿਰਫ ਹਲੇ ਕਮੂਲੇਟਰ ਦੇਖਿਆ ਸੀ, ਬਾਕੀ ਅੱਜ ਦੇਖਣੇ ਆ। ਉਸ ਤੋਂ ਪਹਿਲਾਂ ਅਸੀਂ ਮਾਈਕਰੋ ਪ੍ਰੋਸੈਸਰ 'ਤੇ ਥੋੜ੍ਹਾ ਜਿਹਾ ਚਾਨਣਾ ਪਾਇਆ ਸੀ ਕਿ ਵਰਡ ਲੈਂਥ, ਇੰਸਟਰਕਸ਼ਨ ਸੈੱਟ, ਸਿਸਟਮ ਕਲੌਕ ਸਪੀਡ ਕੀ ਚੀਜ਼ ਹੁੰਦੀ ਹੈ। ਫਿਰ ਅਸੀਂ ਨੇ ਦੇਖਿਆ ਸੀਗਾ ਕਿ ਜਿਹੜੇ ਇਹਦੀ ਕਲਾਸੀਫਿਕੇਸ਼ਨ ਅਸੀਂ ਰਿਸਕ ਜਾਂ ਸਿਸਕ ਦੇ ਬੇਸ 'ਤੇ ਕਰਦੇ ਹਾਂ, ਜਾਂ ਫਿਰ ਤੁਹਾਡੇ ਕੋਲ ਤੀਜੀ ਕੈਟੇਗਰੀ ਜਿਹੜੀ EPIC ਐਕਸਪਲੀਸਿਟਲੀ ਪੈਰਲਲ ਇੰਸਟਰਕਸ਼ਨ ਕੰਪਿਊਟਿੰਗ ਹੁੰਦੀ ਹੈ। ਤਾਂ ਇਹ ਤਿੰਨੇ ਕੀ ਹੁੰਦੇ ਨੇ, ਕੀ ਇਹਨਾਂ 'ਚ ਫਰਕ ਹੁੰਦੇ ਨੇ, ਇਹਨੂੰ ਜਾਣਿਆ ਸੀ ਲਾਸਟ ਲੈਕਚਰ ਦੇ ਵਿੱਚ ਅਸੀਂ ਨੇ। ਹੁਣ ਅੱਜ ਦਾ ਲੈਕਚਰ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਸਪੈਸ਼ਲ ਫੰਕਸ਼ਨ ਰਜਿਸਟਰਸ ਤੋਂ, ਜਿਹਦੇ ਵਿੱਚ ਸਭ ਤੋਂ ਪਹਿਲਾ ਸਪੈਸ਼ਲ ਫੰਕਸ਼ਨ ਰਜਿਸਟਰ ਮੇਰੇ ਕੋਲ ਆ ਗਿਆ ਜੀ ਇੰਸਟਰਕਸ਼ਨ ਪੁਆਇੰਟਰ। ਇਹਨੂੰ ਇੰਸਟਰਕਸ਼ਨ ਪੁਆਇੰਟਰ ਵੀ ਕਹਿ ਦਿੰਦੇ ਨੇ, ਕਈ ਜਗ੍ਹਾ ਤੇ ਇਹ ਲਿਖਿਆ ਜਾਂਦਾ ਪ੍ਰੋਗਰਾਮ ਕਾਊਂਟਰ, ਕੋਈ ਵੀ ਨਾਮ ਨਾਲ ਲਿਖਿਆ ਜਾ ਸਕਦਾ ਇਹਨੂੰ, ਦੋਨਾਂ ਦੇ ਵਿੱਚੋਂ। ਤਾਂ ਇਸ ਚੀਜ਼ ਦੇ ਉੱਤੇ ਤੁਸੀਂ ਧਿਆਨ ਰੱਖਿਓ। ਤੁਹਾਨੂੰ ਕੁਐਸਚਨ ਪ੍ਰੋਗਰਾਮ ਕਾਊਂਟਰ ਲਿਖ ਕੇ ਵੀ ਪੁੱਛ ਸਕਦੇ ਨੇ, ਤੁਹਾਨੂੰ ਕੁਐਸਚਨ ਇੰਸਟਰਕਸ਼ਨ ਪੁਆਇੰਟਰ ਲਿਖ ਕੇ ਵੀ ਪੁੱਛ ਸਕਦੇ ਨੇ। ਹੁਣ ਕੀ ਹੈ ਇੰਸਟਰਕਸ਼ਨ ਪੁਆਇੰਟਰ ਰਜਿਸਟਰ ਇਜ਼ a control register that holds the location of next instruction in a pipeline and increments itself after every instruction। ਤਾਂ ਬੜਾ ਵਧੀਆ ਪੁਆਇੰਟ ਹੈ। ਦੇਖੋ ਹੁਣ ਮੇਰੇ ਕੋਲੇ ਕੀ ਹੁੰਦਾ, ਜਿਵੇਂ ਹੁਣ ਇੱਥੇ ਆ ਮੇਰਾ ਪ੍ਰੋਗਰਾਮ ਲਿਖਿਆ ਪਿਆ, ਇਹ ਪ੍ਰੋਗਰਾਮ ਦੇ ਉੱਤੇ ਆ ਪਹਿਲਾ ਪ੍ਰੋਗਰਾਮ, ਆ ਦੂਜੀ ਇੰਸਟਰਕਸ਼ਨ, ਤੀਜੀ ਇੰਸਟਰਕਸ਼ਨ, ਐਵੇਂ ਨੇ, ਠੀਕ ਹੈ। ਜਿਵੇਂ ਆਪਾਂ ਪਿਛਲੇ 'ਚ ਪੜ੍ਹ ਰਹੇ ਸੀ ਵੀ ਪਹਿਲੀ ਇੰਸਟਰਕਸ਼ਨ ਹੋ ਗਈ ਮੂਵ A, B, ਦੂਜੀ ਇੰਸਟਰਕਸ਼ਨ ਮੇਰੇ ਕੋਲੇ ਹੋ ਗਈ ਐਡ A, B, ਤੀਜੀ ਇੰਸਟਰਕਸ਼ਨ ਕੋਈ ਹੋਰ ਹੋ ਗਈ, ਠੀਕ ਹੈ। ਐਵੇਂ ਮੈਂ ਲਿਖਤਾ MVI ਸਮਥਿੰਗ ਲਾਈਕ ਦੈਟ। ਹੁਣ ਆ ਇੰਸਟਰਕਸ਼ਨ ਜਿਹੜੀ ਹੈਗੀ ਹੈ, ਇਹ ਸਪੋਜ਼ ਹੁਣ ਜਦੋਂ ਮੈਮਰੀ 'ਚ ਜਾ ਕੇ, ਇਹ ਸਭ ਤੋਂ ਪਹਿਲਾਂ ਜਦੋਂ ਪ੍ਰੋਗਰਾਮ 'ਚ ਲੋਡ ਹੁੰਦੀ ਹੈ ਤਾਂ ਮੈਮਰੀ 'ਚ ਜਾ ਕੇ ਸਟੋਰ ਹੋ ਜਾਂਦੀ ਹੈ ਕਿਤੇ ਨਾ ਕਿਤੇ। ਸਪੋਜ਼ ਇਹ ਮੈਮਰੀ 'ਚ ਖਾਨੇ ਬਣੇ ਹੁੰਦੇ ਨੇ, ਮਤਲਬ ਤੁਸੀਂ ਕਹਿ ਲਓ ਸੈਲਫ ਜੇ ਬਣੇ ਹੋਏ ਨੇ, ਇਹਨਾਂ ਨੂੰ ਇੱਕ ਸਪੈਸੀਫਿਕ ਐਡਰੈਸ ਅਸਾਈਨ ਕੀਤਾ ਜਾਂਦਾ ਹੈ। ਜਿਵੇਂ ਹੁਣ ਮੈਂ ਕਹਿਤਾ ਕਿ ਇਹਦਾ ਐਡਰੈਸ 2000 ਹੈ, ਇਹਦਾ ਐਡਰੈਸ 2001 ਹੈ, ਇਸ ਇੰਸਟਰਕਸ਼ਨ ਦਾ ਇਹ ਜਿੱਥੇ ਜਾ ਕੇ ਸੇਵ ਹੋਈ ਹੈ ਉਹਦਾ 2002 ਹੈ। ਹੁਣ ਕੀ ਹੁੰਦਾ ਹੈ, ਹੁਣ ਜਦੋਂ ਇੱਥੇ ਕਿਤੇ ਮਾਈਕਰੋ ਪ੍ਰੋਸੈਸਰ ਹੈ, ਇਹਨੇ ਜਦੋਂ ਇਹਨਾਂ 'ਚੋਂ ਇਸ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਨਾ ਹੈ, ਇਹਨੇ ਕੱਲੀ ਕਮਾਂਡ ਨੂੰ ਚੱਕ ਕੇ ਆਪਣੀ ਰੈਮ 'ਚ ਸਿੱਟਣਾ ਅਤੇ ਉੱਥੋਂ ਐਗਜ਼ੀਕਿਊਟ ਕਰਨਾ ਸਿੱਧਾ, ਠੀਕ ਹੈ। ਹੁਣ ਰੈਮ ਦੇ ਵਿੱਚ ਜਦੋਂ ਇਹ ਲਿਆਉਂਦਾ ਹੈ ਇੱਥੇ, ਹੁਣ ਇੱਥੇ ਇੱਕ ਟਾਈਮ ਦੇ ਉੱਤੇ ਤਾਂ ਇੱਕੋ ਹੀ ਇੰਸਟਰਕਸ਼ਨ ਆਊਗੀ, ਐਗਜ਼ੀਕਿਊਟ ਹੋਊਗੀ ਇਹਦੇ ਵਿੱਚ ਦੀ ਮੈਮਰੀ ਦੇ ਹਿਸਾਬ ਦੇ ਨਾਲ ਜਿੰਨੀ ਇਹਦੀ ਮੈਮਰੀ ਹੋਊਗੀ। ਤਾਂ ਮੇਰੇ ਕੋਲੇ ਕੀ ਹੁੰਦਾ ਹੈ ਕਿ ਜਦੋਂ ਇਹ ਪਹਿਲੀ ਇੰਸਟਰਕਸ਼ਨ ਰੈਮ ਦੇ ਵਿੱਚ ਆਈ ਐਗਜ਼ੀਕਿਊਟ ਹੋਣ ਵਾਸਤੇ, ਇੱਥੇ ਇੱਕ ਰਜਿਸਟਰ ਪਿਆ ਹੁੰਦਾ ਜਿਹਦਾ ਨਾਮ ਹੈਗਾ ਇੰਸਟਰਕਸ਼ਨ ਪੁਆਇੰਟਰ। ਮਾਈਕਰੋ ਪ੍ਰੋਸੈਸਰ ਦੇ ਵਿੱਚ ਹੀ ਲੱਗਿਆ ਹੁੰਦਾ ਇਹ ਰਜਿਸਟਰ। ਇਹਨੇ ਕੀ ਕਰਨਾ ਹੈ, ਇਹਨੇ ਇਸ ਤੋਂ ਅਗਲੀ ਆਉਣ ਵਾਲੀ ਇੰਸਟਰਕਸ਼ਨ ਜਿਹੜੀ ਹੈਗੀ ਆ ਐਡ A, B, ਇਹਨੂੰ ਪਹਿਲਾਂ ਹੀ ਫੈਚ ਕਰਕੇ ਆਪਦੇ ਵਿੱਚ ਲਿਆਉਣਾ ਹੈ। ਇਹਦੇ ਵਿੱਚ ਕੀ ਲਿਆਉਂਦਾ, ਇਹਦਾ ਐਡਰੈਸ ਲਿਆਉਂਦਾ ਹੈ। ਮਤਲਬ ਕਿ ਇਹ ਜਿਵੇਂ ਹੁਣ ਪਹਿਲੇ ਦਾ ਐਡਰੈਸ ਕੀ ਸੀ, 2000 'ਤੇ ਪਈ ਸੀ, ਉਹ ਐਗਜ਼ੀਕਿਊਟ ਹੋ ਰਹੀ ਹੈ। ਅਗਲੀ ਜਿਹੜੀ ਆਉਣੀ ਹੈ ਉਹਦਾ ਐਡਰੈਸ ਕੀ ਹੋਊਗਾ, 2001। ਤਾਂ 2001 ਆਟੋਮੈਟਿਕਲੀ ਕਿਹਦੇ ਵਿੱਚ ਆ ਜਾਊਗਾ, ਇੰਸਟਰਕਸ਼ਨ ਪੁਆਇੰਟਰ 'ਚ ਆ ਜਾਊਗਾ। ਅਤੇ ਉਸ ਤੋਂ ਬਾਅਦ ਜਦੋਂ ਨੈਕਸਟ ਟਾਈਮ ਮਾਈਕਰੋ ਪ੍ਰੋਸੈਸਰ ਨੂੰ ਇੱਥੇ ਭੱਜਣ ਦੀ ਲੋੜ ਨਹੀਂ, ਉਹ ਸਿੱਧਾ ਆਪਣੇ ਅੰਦਰੋਂ ਹੀ ਇੰਸਟਰਕਸ਼ਨ ਪੁਆਇੰਟਰ 'ਚੋਂ ਅਗਲੀ ਚੱਕ ਕੇ ਉਸ ਲੋਕੇਸ਼ਨ ਵਾਲੀ ਨੂੰ ਐਗਜ਼ੀਕਿਊਟ ਕਰ ਦੂ। ਜਦੋਂ ਉਹਨੂੰ ਐਗਜ਼ੀਕਿਊਟ ਕਰੂ ਤਾਂ ਪ੍ਰੋਗਰਾਮ ਕਾਊਂਟਰ ਜਾਂ ਇੰਸਟਰਕਸ਼ਨ ਪੁਆਇੰਟਰ 'ਚ ਅਗਲੀ ਦਾ ਐਡਰੈਸ ਆ ਜੂ 2002 ਦਾ। ਤਾਂ ਇਹੀ ਇਹ ਕਹਿ ਰਿਹਾ ਕਿ ਹਰ ਇੰਸਟਰਕਸ਼ਨ ਐਗਜ਼ੀਕਿਊਟ ਹੋਣ ਤੋਂ ਬਾਅਦ ਇੱਕ ਇਨਕਰੀਮੈਂਟ ਹੋਈ ਜਾਂਦਾ, ਉਹ 2000, 2001, 2002, 2003 ਐਵੇਂ ਇਨਕਰੀਮੈਂਟ ਹੋਈ ਜਾਊਗਾ ਤੁਹਾਡਾ ਇੰਸਟਰਕਸ਼ਨ ਪੁਆਇੰਟਰ, ਜਿਵੇਂ ਜਿਵੇਂ ਥੱਲੇ ਨੂੰ ਹੋਰ ਇੰਸਟਰਕਸ਼ਨਾਂ ਪ੍ਰੋਗਰਾਮ ਦੀਆਂ ਆਈ ਜਾਣਗੀਆਂ। ਤਾਂ ਇਹਦਾ ਫਾਇਦਾ ਕੀ ਹੋਇਆ, ਇਹਦਾ ਫਾਇਦਾ ਹੋਇਆ ਸਪੀਡ ਦਾ। ਹੁਣ ਕਿੱਥੇ ਐਵਰੀ ਟਾਈਮ ਤੁਸੀਂ ਨੇ ਦੇਖਿਆ ਇੱਥੋਂ ਇੱਥੇ ਮੂਵ ਕਰ ਰਿਹਾ ਹੈ ਨਾ, ਇੱਥੋਂ ਐਂ ਜਾ ਰਿਹਾ ਪ੍ਰੋਸੈਸਰ, ਫੇਰ ਲਿਆ ਰਿਹਾ,
ਹੁਣ ਇੱਥੋਂ ਸਿੱਧਾ ਆਪਦੇ ਵਿੱਚੋਂ ਇੱਥੋਂ ਚੱਕ ਕੇ ਐਗਜ਼ੀਕਿਊਟ ਕਰੀ ਜਾ ਰਿਹਾ, ਸਪੀਡ ਇਨਹਾਂਸ ਹੋ ਜਾਂਦੀ ਹੈ। ਇਸੇ ਨੂੰ ਅਸੀਂ ਕਹਿੰਦੇ ਹਾਂ ਪਾਈਪਲਾਈਨਿੰਗ ਕਰਨਾ। ਅੱਗੇ ਪਾਈਪਲਾਈਨਿੰਗ ਦਾ ਕੰਸੈਪਟ ਪੂਰਾ ਮੈਂ ਸਮਝਾਊਂਗਾ। ਇੰਸਟਰਕਸ਼ਨ ਕਿਊ ਪਾਈਪਲਾਈਨਿੰਗ ਲਈ ਬੇਸਿਕਲੀ ਯੂਜ਼ ਕੀਤੀ ਜਾਂਦੀ ਆ, ਉਹ ਦੇਖਾਂਗੇ ਅੱਗੇ ਸਲਾਈਡ 'ਚ ਆਊਗੀ ਕਿਸੇ 'ਚ ਕਿ ਕੀ ਹੁੰਦੀ ਹੈ। ਤਾਂ ਇਹ ਰੋਲ ਹੋ ਗਿਆ ਇੰਸਟਰਕਸ਼ਨ ਪੁਆਇੰਟਰ ਦਾ। ਹੁਣ ਇਹਦੀ ਡੈਫੀਨੇਸ਼ਨ ਪੜ੍ਹੋ। ਇਟ ਹੋਲਡ ਦਾ ਲੋਕੇਸ਼ਨ ਮਤਲਬ ਐਡਰੈਸ, ਜਿਹੜੀ ਮੈਂ 2001 ਗੱਲ ਕਰ ਰਿਹਾ ਸੀ, ਆਫ ਨੈਕਸਟ ਇੰਸਟਰਕਸ਼ਨ, ਅਗਲੀ ਇੰਸਟਰਕਸ਼ਨ ਦਾ ਜਿਹੜੀ ਪਾਈਪਲਾਈਨ 'ਚ ਪਈ ਹੋਵੇ, ਮਤਲਬ ਅਗਲੀ ਜਿਹੜੀ ਉਹਨੇ ਐਗਜ਼ੀਕਿਊਟ ਕਰਨੀ ਹੋਵੇ। ਤੇ ਇਨਕਰੀਮੈਂਟ ਕਰਦਾ ਹੁੰਦਾ ਹਰ ਇੰਸਟਰਕਸ਼ਨ ਤੋਂ ਬਾਅਦ। ਇੰਸਟਰਕਸ਼ਨ ਪੁਆਇੰਟਰ ਆਪਣੇ ਆਪ ਇਨਕਰੀਮੈਂਟ ਹੁੰਦਾ ਜਾਂਦਾ। ਇੱਕ ਬੜਾ ਵਧੀਆ ਸਵਾਲ ਪੁੱਛਿਆ ਜਾਂਦਾ ਹੁੰਦਾ ਕਿ ਜੇ ਮੈਂ ਕੰਪਿਊਟਰ ਨੂੰ ਰੀਸੈਟ ਕਰਤਾ ਮੈਂ ਰੀਸੈਟ, ਤਾਂ ਮੇਰੇ ਇੰਸਟਰਕਸ਼ਨ ਪੁਆਇੰਟਰ ਜਾਂ ਪ੍ਰੋਗਰਾਮ ਕਾਊਂਟਰ 'ਤੇ ਵੈਲਿਊ ਕੀ ਹੋਊਗੀ। ਰੀਸੈਟ ਕਰਨ ਦਾ ਮਤਲਬ ਤਾਂ 00 ਤੋਂ ਸ਼ੁਰੂ ਹੋ ਗਿਆ। ਤਾਂ ਇਹ ਤਾਂ ਉਹੀ ਚੀਜ਼ ਰੱਖਦਾ ਜਿਹਨੂੰ ਐਗਜ਼ੀਕਿਊਟ ਕਰਨਾ ਹੋਵੇ। ਹੁਣ ਐਗਜ਼ੀਕਿਊਟ ਕਰਨ ਵਾਲਾ ਤਾਂ ਇਹ 'ਚ ਕੁਛ ਹੈ ਨਹੀਂ, ਤਾਂ ਇਹਦੇ ਵਿੱਚ ਵੈਲਿਊ ਆ ਜਾਂਦੀ ਹੈ 0000, ਮਤਲਬ 0 ਆ ਜਾਂਦੀ ਹੈ। ਇਹ 'ਚ ਵੈਲਿਊ ਇਨੀਸ਼ੀਅਲਾਈਜ਼ ਹੋ ਜਾਂਦਾ ਪ੍ਰੋਗਰਾਮ ਕਾਊਂਟਰ ਵੀ। ਇਹ ਸਵਾਲ ਵੀ ਧਿਆਨ 'ਚ ਰੱਖਿਓ, ਪੇਪਰ ਪੁੱਛ ਲੈਂਦਾ। ਅਗਲੀ ਚੀਜ਼ ਆ ਗਈ ਸਟੈਕ ਪੁਆਇੰਟਰ। ਸਟੈਕ ਪੁਆਇੰਟਰ ਕੀ ਹੈ? ਇਹਦੇ ਲਈ ਸਭ ਤੋਂ ਜਾਣਨਾ ਜ਼ਰੂਰੀ ਹੈ ਸਟੈਕ, ਕਿ ਸਟੈਕ ਕੀ ਚੀਜ਼ ਹੁੰਦੀ ਹੈ। ਸਟੈਕ ਇੱਕ ਮੈਮਰੀ ਹੈ ਬੇਸਿਕਲੀ। ਹੁਣ ਜਿਵੇਂ ਫਰਜ਼ ਕਰੋ ਮੈਂ ਕਲਾਸ ਦੇ ਵਿੱਚ ਹਮੇਸ਼ਾ ਜਦੋਂ ਸਮਝਾਉਣਾ ਲਾਈਵ, ਮੈਂ ਇਹੀ ਐਗਜ਼ਾਮਪਲ ਐਵੇਂ ਚੱਕਦਾ ਹੁੰਦਾ, ਤਾਂ ਉਹੀ ਐਗਜ਼ਾਮਪਲ ਲੈ ਕੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ। ਹੁਣ ਮੈਂ ਜਿਵੇਂ ਫਰਜ਼ ਕਰੋ ਹੁਣ ਤੁਹਾਨੂੰ ਇੱਥੇ ਔਨਲਾਈਨ ਵੀ ਪੜ੍ਹਾਉਣ ਲੱਗਿਆ ਹੋਇਆ, ਠੀਕ ਹੈ। ਪੜ੍ਹਾਉਂਦੇ ਕੋਈ ਇੰਟਰਪਟ ਆ ਜੇ ਵਿੱਚੋਂ, ਕੋਈ ਬੰਦਾ ਹੀ ਮੈਨੂੰ ਬੁਲਾਉਣ ਆ ਗਿਆ, ਠੀਕ ਹੈ। ਹੁਣ ਉਹ ਬੰਦਾ ਮੈਨੂੰ ਬੁਲਾਉਣ ਆ ਗਿਆ, ਮੈਂ ਉਹਦੀ ਗੱਲ ਸੁਣਨੀ ਹੈ ਜਾਂ ਮੈਂ ਲੈਕਚਰ ਹੀ ਕੰਟੀਨਿਊ ਕਰਨਾ ਹੈ, ਇਹ ਇਸ ਚੀਜ਼ 'ਤੇ ਡਿਪੈਂਡ ਕਰੂਗਾ ਕਿ ਉਹ ਆਉਣ ਵਾਲੇ ਬੰਦੇ ਦੀ ਪ੍ਰਾਇਰਟੀ ਕਿੰਨੀ ਕੁ ਹੈ, ਠੀਕ ਹੈ। ਜੇ ਤਾਂ ਉਹ ਹਾਈਐਸਟ ਪ੍ਰਾਇਰਟੀ ਵਾਲਾ ਬੰਦਾ ਹੈ, ਮਤਲਬ ਉਹਦੀ ਵੈਲਿਊ ਬਹੁਤ ਹੈ ਮੇਰੇ ਲਈ, ਮੇਰੇ ਅੱਗੇ, ਫਿਰ ਤਾਂ ਮੈਨੂੰ ਉਹਦੀ ਗੱਲ ਸੁਣਨੀ ਪਊਗੀ। ਜੇ ਨਹੀਂ ਹੈਗਾ, ਉਹਨੂੰ ਮੈਂ ਹੱਥ ਦੇ ਕੇ ਰੋਕ ਦੂੰਗਾ ਵੀ ਮੈਂ ਲੈਕਚਰ ਬਣਾ ਰਿਹਾ, ਬਾਅਦ 'ਚ ਗੱਲ ਕਰਦੇ ਹਾਂ। ਪ੍ਰਾਇਰਟੀ 'ਤੇ ਡਿਪੈਂਡ ਕਰੂਗਾ ਕਿ ਇੰਟਰਪਟ ਲੈਣੀ ਹੈ ਕਿ ਨਹੀਂ ਲੈਣੀ। ਹੁਣ ਮੈਂ ਸਮਝ ਲਓ ਪ੍ਰੋਸੈਸਰ ਹਾਂ, ਜੇ ਉਹ ਇੰਟਰਪਟ ਕੋਈ ਆ ਗਈ, ਮੈਨੂੰ ਉਹ ਇੰਟਰਪਟ ਲੈਣੀ ਪੈ ਗਈ। ਹੁਣ ਮੇਰੇ ਪ੍ਰੋਸੈਸਰ ਦੀ ਮੇਨ ਮੈਮਰੀ 'ਚ ਇਸ ਟਾਈਮ ਕੀ ਚੱਲ ਰਿਹਾ? ਮੈਂ ਜੋ ਤੁਹਾਨੂੰ ਪੜ੍ਹਾ ਰਿਹਾ ਉਹੀ ਚੱਲ ਰਿਹਾ, ਉਹੀ ਚੀਜ਼ ਮੇਰੇ ਮੇਨ ਮੈਮਰੀ 'ਚ ਚੱਲ ਰਹੀ ਹੈ। ਤੁਹਾਡੇ ਨਾਲ ਇੰਟਰੈਕਸ਼ਨ ਚੱਲ ਰਹੀ ਹੈ ਔਨਲਾਈਨ। ਜੇ ਮੈਂ ਇਹੀ ਇੰਟਰੈਕਸ਼ਨ ਨੂੰ ਛੱਡ ਕੇ ਕਿਸੇ ਹੋਰ ਬੰਦੇ ਵੱਲ ਬਿਜ਼ੀ ਹੋ ਗਿਆ, ਤਾਂ ਮੇਰਾ ਪ੍ਰੋਸੈਸਰ ਤਾਂ ਉੱਧਰ ਨੂੰ ਚਲਾ ਗਿਆ। ਹੁਣ ਉਹਦੀ ਮੇਨ ਮੈਮਰੀ 'ਚ ਕੀ ਆ ਗਿਆ? ਉਹ ਬੰਦਾ ਆ ਗਿਆ, ਕਿਉਂਕਿ ਮੈਂ ਉਹਨੂੰ ਡੀਲ ਕਰਨਾ ਸ਼ੁਰੂ ਕਰਤਾ। ਫਿਰ ਉਨਾ ਟਾਈਮ ਜੋ ਮੈਂ ਤੁਹਾਨੂੰ ਪੜ੍ਹਾ ਰਿਹਾ ਸੀ, ਇਹਨੂੰ ਕਿੱਥੇ ਲੈ ਕੇ ਜਾਊਂਗਾ, ਇਹਨੂੰ ਕਿੱਥੇ ਛੱਡ ਕੇ ਜਾਊਂਗਾ? ਇਹਨੂੰ ਵੀ ਕਿਤੇ ਨਾ ਕਿਤੇ ਤਾਂ ਸਟੋਰ ਕਰਕੇ ਰੱਖਣਾ ਪਊਗਾ ਨਾ ਇਸ ਚੀਜ਼ ਨੂੰ। ਤਾਂ ਇਹਨੂੰ ਮੈਂ ਸਟੋਰ ਕਰਦਾ ਇੱਕ ਟੈਂਪਰੇਰੀ ਜੀ ਮੈਮਰੀ ਦੇ ਉੱਤੇ, ਜਿਹਨੂੰ ਅਸੀਂ ਬੋਲਦੇ ਹਾਂ ਸਟੈਕ। ਤਾਂ ਸਟੈਕ ਇੱਕ ਬਾਹਰ ਟੈਂਪਰੇਰੀ ਜੀ ਮੈਮਰੀ ਹੁੰਦੀ ਹੈ। ਐਵੇਂ ਖਾਨੇ ਬਣੇ ਹੁੰਦੇ ਨੇ ਸਟੈਕ ਦੇ ਵਿੱਚ, ਆ ਦਿਖ ਹੀ ਰਿਹਾ ਤੁਹਾਨੂੰ, ਆ ਸਟੈਕ ਹੀ ਇੱਕ ਤਰ੍ਹਾਂ ਦੀ ਖਾਨੇ ਬਣੇ ਹੋਏ। ਇਹਨਾਂ ਦੇ ਉੱਤੇ ਮੈਂ ਆਪਣੇ ਮੇਨ ਪ੍ਰੋਗਰਾਮ ਨੂੰ ਸਾਰੇ ਨੂੰ ਸਟੋਰ ਕਰਵਾ ਜਾਣਾ। ਸਟੋਰ ਕਰਨ ਵਾਸਤੇ ਕਮਾਂਡ ਯੂਜ਼ ਹੁੰਦੀ ਹੈ ਜਿਹਨੂੰ ਅਸੀਂ ਬੋਲਦੇ ਹਾਂ ਪੁਸ਼ ਕਰੇ ਤੋਂ ਤੁਸੀਂ ਸਾਰੇ ਦਾ ਸਾਰਾ ਮੈਂ ਤੁਹਾਨੂੰ ਪੁਸ਼ ਕਰਕੇ ਸਿੱਧਾ ਸਟੈਕ 'ਚ ਪਾ ਦੂੰਗਾ, ਠੀਕ ਹੈ। ਉਦੋਂ ਬਾਅਦ ਮੈਂ ਉਹ ਇੰਟਰਪਟ ਨੂੰ ਲਿਆ, ਉਹਦੀ ਗੱਲ ਸੁਣੀ, ਉਹਨੂੰ ਆਪਣੇ ਕੋਈ ਐਗਜ਼ੀਕਿਊਟ ਕਰਨ ਵਾਲੀ ਚੀਜ਼ ਸੀ ਐਗਜ਼ੀਕਿਊਟ ਕੀਤੀ ਕਰਕੇ, ਉਸ ਤੋਂ ਬਾਅਦ ਪ੍ਰੋਸੈਸਰ ਫੇਰ ਦੁਬਾਰਾ ਵਾਪਸ ਇਹੀ ਸਟੈਕ ਕੋਲੇ ਜਾਊਗਾ ਅਤੇ ਇਹ ਸਟੈਕ ਤੋਂ ਵਾਪਸ ਆਪਣਾ ਡਾਟਾ ਉਵੇਂ ਆਪਦੀ ਮੇਨ ਮੈਮਰੀ 'ਚ ਲਿਆਊਗਾ ਜਿਵੇਂ ਪਹਿਲਾਂ। ਤਾਂ ਉਵੇਂ ਮੈਂ ਆਪਣਾ ਲੈਕਚਰ ਰਿਜ਼ਿਊਮ ਕਰ ਲੂੰਗਾ, ਉੱਥੋਂ ਹੀ ਸ਼ੁਰੂ ਕਰ ਲੂੰਗਾ, ਪੜ੍ਹਾਉਣਾ ਸ਼ੁਰੂ ਕਰ ਦੂੰਗਾ। ਅਤੇ ਉਹਨੂੰ ਰਿਜ਼ਿਊਮ ਕਰਨ ਵਾਸਤੇ ਜਿਹੜੀ ਇੰਸਟਰਕਸ਼ਨ ਯੂਜ਼ ਹੁੰਦੀ ਆ ਪੌਪ। ਪੁਸ਼ ਦੇ ਨਾਲ ਧੱਕਾ ਦੇ ਕੇ ਸਟੈਕ 'ਤੇ ਸਿੱਟੂਗਾ, ਪੌਪ ਦੇ ਨਾਲ ਵਾਪਸ ਲਿਆ ਕੇ ਉੱਥੋਂ ਹੀ ਸ਼ੁਰੂ ਕਰ ਦੂੰਗਾ, ਉਹਨੂੰ ਐਗਜ਼ੀਕਿਊਟ ਕਰਨਾ ਸ਼ੁਰੂ ਕਰ ਦੂੰਗਾ। ਤਾਂ ਪੁਸ਼ ਅਤੇ ਪੌਪ ਦੋ ਕਮਾਂਡਸ ਬਹੁਤ ਇੰਪੋਰਟੈਂਟ ਨੇ, ਪੇਪਰ 'ਚ ਪੁੱਛੀਆਂ ਗਈਆਂ ਨੇ ਪੁਰਾਣਿਆਂ ਦੇ ਵਿੱਚ, ਕਿ ਸਟੈਕ ਦੇ ਉੱਤੇ ਕੋਈ ਵੀ ਟਾਸਕ ਪਰਫੋਰਮ ਕਰਨ ਵਾਸਤੇ ਦੋ ਇੰਸਟਰਕਸ਼ਨਸ ਬਹੁਤ ਇੰਪੋਰਟੈਂਟ ਨੇ ਜਿਹੜੀਆਂ ਯੂਜ਼ ਹੁੰਦੀਆਂ ਨੇ, ਤਾਂ ਉਹ ਹੈਗੀਆਂ ਨੇ ਪੁਸ਼ ਅਤੇ ਪੌਪ। ਪੁਸ਼ ਤੁਸੀਂ ਡਾਟਾ ਨੂੰ ਪੁਸ਼ ਕਰਨਾ ਉਹਦੇ ਉੱਤੇ, ਜੇ ਡਾਟਾ ਰਿਟਰੀਵ ਕਰਨਾ ਵਾਪਸ ਤੁਸੀਂ ਨੇ, ਤਾਂ ਤੁਸੀਂ ਕਿਹੜਾ ਯੂਜ਼ ਕਰਨਾ? ਪੌਪ ਯੂਜ਼ ਕਰਨਾ ਹੈ। ਤਾਂ ਇਹ ਵੀ ਤੁਹਾਨੂੰ ਉਮੀਦ ਹੈ ਕਿ ਧਿਆਨ ਹੋ ਗਿਆ ਹੋਊਗਾ। ਅਤੇ ਇਹਦੇ ਵਿੱਚ ਜਿਹੜਾ ਡਾਟਾ ਸਟੋਰ ਹੁੰਦਾ ਹੈ ਜਾਂ ਇਹਦਾ ਪੂਰਾ ਪ੍ਰੋਸੈਸ ਸਟੈਕ ਦਾ ਚੱਲਦਾ ਕਿਵੇਂ ਹੈ? ਲਾਸਟ ਇਨ, ਜਿਵੇਂ ਕਿ ਕੀ ਹੁੰਦਾ ਸਾਡੇ ਕੋਲੇ, ਲਾਸਟ ਇਨ ਫਸਟ ਆਊਟ ਪ੍ਰਿੰਸੀਪਲ ਦੇ ਉੱਤੇ ਕੰਮ ਕਰਦਾ ਇਹ, ਠੀਕ ਹੈ। ਲਾਸਟ ਇਨ ਫਸਟ ਆਊਟ ਪ੍ਰਿੰਸੀਪਲ 'ਤੇ, ਮਤਲਬ ਕਿ ਜਿਹੜੀ ਚੀਜ਼ ਲਾਸਟ 'ਚ ਇਨ ਹੋਈ ਹੈ ਉਹੀ ਫਸਟ ਆਊਟ ਹੋਊਗੀ ਮੇਰੇ ਕੋਲੇ, ਇਹ ਪ੍ਰਿੰਸੀਪਲ ਦੱਸਦਾ ਹੈ, ਠੀਕ ਹੈ। ਜਿਵੇਂ ਆਹ ਪਹਿਲੀ ਆਈ ਇੱਥੇ, ਮਤਲਬ ਜਿਹੜਾ ਡਾਟਾ ਜਾਈ ਜਾਊਗਾ ਥੱਲੇ ਨੂੰ ਜਾਈ ਜਾਊਗਾ, ਪਹਿਲਾ ਉਰੇ ਗਿਆ, ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ, ਫਿਰ ਪੰਜਵਾਂ, ਐਵੇਂ, ਠੀਕ ਹੈ। ਮਤਲਬ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਐਵੇਂ ਗਿਆ।
ਆਊਟ ਹੋਊਗਾ, ਪਹਿਲਾ ਪੰਜਵਾਂ ਆਊਟ ਹੋਊ, ਫਿਰ ਚੌਥਾ ਆਊਟ ਹੋਊ, ਫਿਰ ਤੀਜਾ, ਫਿਰ ਦੂਜਾ, ਫਿਰ ਪਹਿਲਾ ਆਊਟ ਹੋਊਗਾ। ਜਿਹੜਾ ਲਾਸਟ 'ਚ ਸਭ ਤੋਂ ਪਹਿਲਾਂ ਇਨ ਹੋਇਆ ਸੀ ਉਹ ਫਸਟ ਨੰਬਰ 'ਤੇ ਤੋਂ ਬਾਹਰ ਰਿਟਰੀਵ ਕਰਨ ਵੇਲੇ ਸਭ ਤੋਂ ਪਹਿਲਾਂ ਉਹ ਬਾਹਰ ਆਊ। ਇੰਪੋਰਟੈਂਟ ਕੁਐਸਚਨ ਆ, ਪੁੱਛਦੇ ਹੁੰਦੇ ਨੇ ਕਿ ਸਟੈਕ ਕਿਹੜੇ ਪ੍ਰਿੰਸੀਪਲ 'ਤੇ ਕੰਮ ਕਰਦਾ, ਲਾਸਟ ਇਨ ਫਸਟ ਆਊਟ 'ਤੇ, ਫਸਟ ਇਨ ਫਸਟ ਆਊਟ 'ਤੇ, ਜਾਂ ਫਸਟ ਇਨ ਲਾਸਟ ਆਊਟ 'ਤੇ, ਮਤਲਬ ਐਵੇਂ ਆਪਸ਼ਨਾਂ ਬਣਾ ਦੇਣਗੇ, ਜਾਂ ਲਾਸਟ ਇਨ ਲਾਸਟ ਆਊਟ 'ਤੇ। ਕਿਹੜੀ ਤਾਂ ਇਹ ਆਪਸ਼ਨਾਂ 'ਚੋਂ ਹੁਣ ਆਨਸਰ ਤੁਹਾਨੂੰ ਕੱਢਣਾ ਆਉਣਾ ਚਾਹੀਦਾ ਵੀ ਕਿਹਦੇ 'ਤੇ ਕੰਮ ਕਰਦਾ। ਅਤੇ ਜਿਵੇਂ ਜਿਵੇਂ ਐਵਰੀ ਟਾਈਮ ਸਟੈਕ ਕਹਿੰਦੇ ਡਿਕਰੀਮੈਂਟ ਹੁੰਦਾ ਜਾਂਦਾ, ਹੁਣ ਉਹ ਤੁਸੀਂ ਦੇਖ ਹੀ ਸਕਦੇ ਹੋ। ਜਿਵੇਂ ਜਿਵੇਂ ਹੁਣ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਸਟੈਕ 'ਚ ਜੇ 5 ਵੈਲਿਊ ਆ, ਜਦੋਂ ਪਹਿਲਾ ਡਾਟਾ ਗਿਆ ਤਾਂ ਇਹ 'ਚ 4 ਰਹਿ ਜੂ, ਫਿਰ 3 ਰਹਿ ਜੂ, 2 ਰਹਿ ਜੂ, ਕਿਉਂਕਿ ਨੀਚੇ ਨੀਚੇ ਜਾਈ ਜਾਊਗਾ, ਇੱਕ ਇੱਕ ਚੀਜ਼ ਘਟੀ ਜਾਊਗੀ ਮੇਰੇ ਕੋਲੇ। ਤਾਂ ਸਟੈਕ ਦੇ ਵਿੱਚ ਇਹੀ ਹੁੰਦਾ ਕਿ ਇੱਕ ਇੱਕ ਡਿਕਰੀਮੈਂਟ ਹੁੰਦਾ ਜਾਂਦਾ ਜਿਵੇਂ ਜਿਵੇਂ ਵੈਲਿਊ ਇਹਦੇ 'ਚ ਜਾਈ ਜਾਂਦੀ ਹੈ। ਹੁਣ ਕਹਾਣੀ ਖੜੀ ਹੋ ਗਈ ਆ ਕਿ ਸਟੈਕ ਪੁਆਇੰਟਰ ਦਾ ਕੀ ਰੋਲ ਹੈ, ਉਹ ਤਾਂ ਉੱਥੇ ਹੀ ਖੜੀ ਹੈ। ਸਟੈਕ ਪੁਆਇੰਟਰ ਸਾਨੂੰ ਦੱਸਦਾ ਸਟਾਰਟਿੰਗ ਐਡਰੈਸ ਆਫ ਸਟੈਕ, ਕਿ ਸਟੈਕ ਕਿੱਥੋਂ ਸ਼ੁਰੂ ਹੋ ਰਿਹਾ। ਮਤਲਬ ਸਟੈਕ ਜਿੱਥੋਂ ਵੀ ਸ਼ੁਰੂ ਹੋ ਰਿਹਾ ਹੈ ਉਹਦਾ ਸਟਾਰਟਿੰਗ ਐਡਰੈਸ ਸਟੈਕ ਪੁਆਇੰਟਰ 'ਚ ਜਾਂਦਾ ਹੈ, ਅਤੇ ਸਿੱਧਾ ਉਦੋਂ ਬਾਅਦ ਜਦੋਂ ਸਾਡਾ ਅਸੀਂ ਕੋਈ ਇੰਟਰਪਟ ਲਈ ਵਾਪਸ ਸਟੈਕ 'ਚੋਂ ਡਾਟਾ ਚੱਕਣਾ ਹੈ ਤਾਂ ਮਾਈਕਰੋ ਪ੍ਰੋਸੈਸਰ ਸਿੱਧਾ ਸਟੈਕ ਪੁਆਇੰਟਰ ਕੋਲੇ ਜਾਂਦਾ ਹੈ ਅਤੇ ਉੱਥੋਂ ਹੀ ਸ਼ੁਰੂ ਕਰ ਦਿੰਦਾ ਇਨ ਪ੍ਰੋਗਰਾਮ ਨੂੰ ਰਨ ਕਰਨਾ ਦੁਬਾਰਾ ਉਸੇ ਨੂੰ ਵਾਪਸ ਵਾਲੇ ਨੂੰ, ਅਤੇ ਜਿੱਥੇ ਤੱਕ ਪ੍ਰੋਗਰਾਮ ਖਤਮ ਨਹੀਂ ਹੁੰਦਾ ਰਨ ਕਰਕੇ ਵਾਪਸ ਮੁੜਦਾ ਹੈ। ਤਾਂ ਆਹ ਪੂਰੀ ਕਹਾਣੀ ਹੁੰਦੀ ਹੈ ਸਟੈਕ ਪੁਆਇੰਟਰ ਦੀ। ਉਮੀਦ ਹੈ ਕਿ ਤੁਹਾਨੂੰ ਕਲੀਅਰ ਹੋਊਗੀ। ਤਾਂ ਸਟੈਕ ਪੁਆਇੰਟਰ, ਸਟੈਕ ਦਾ ਕੀ ਰੋਲ ਹੈ, ਸਟੈਕ 'ਚ ਕਿਹੜੀਆਂ ਕਮਾਂਡਸ ਯੂਜ਼ ਹੁੰਦੀਆਂ, ਸਟੈਕ ਕਿਹੜੇ ਪ੍ਰਿੰਸੀਪਲ 'ਤੇ ਕੰਮ ਕਰਦਾ, ਅਤੇ ਸਟੈਕ ਪੁਆਇੰਟਰ ਐਵਰੀ ਟਾਈਮ ਜਦੋਂ ਵੀ ਕੋਈ ਚੀਜ਼ ਸਟੈਕ ਦੇ ਉੱਤੇ ਪਾਈ ਜਾਂਦੀ ਹੈ, ਪਹਿਲੀ ਪਾਈ, ਦੂਜੀ ਪਾਈ, ਹਮੇਸ਼ਾ ਡਿਕਰੀਮੈਂਟ ਹੁੰਦਾ, ਘਟਦਾ ਜਾਂਦਾ। ਤਾਂ ਆਹ ਕੁਛ ਚੀਜ਼ਾਂ ਨੇ ਜਿਹੜੀਆਂ ਅਸੀਂ ਦੇਖਣੀਆਂ ਨੇ। ਅਤੇ ਪਿੱਛੇ ਇੰਸਟਰਕਸ਼ਨ ਪੁਆਇੰਟਰ 'ਚ ਕੀ ਦੇਖਿਆ ਸੀ ਕਿ ਇਹ ਵੱਧਦਾ ਜਾਂਦਾ, ਇਨਕਰੀਮੈਂਟ ਹੁੰਦਾ ਜਾਂਦਾ, ਇਹ ਘਟਦਾ ਜਾਂਦਾ, ਦੋਨਾਂ 'ਚ ਇਹ ਫਰਕ ਹੈ। ਇਹ ਵੀ ਪੇਪਰ ਪੁੱਛ ਸਕਦਾ, ਤਾਂ ਧਿਆਨ 'ਚ ਰੱਖਿਓ। ਉਮੀਦ ਹੈ ਕਿ ਗੱਲ ਕਲੀਅਰ ਹੋਈ ਹੋਊਗੀ। ਅੱਗੇ ਚੱਲਦਾ, ਅਗਲੀ ਆ ਗਈ ਇੰਸਟਰਕਸ਼ਨ ਕਿਊ। ਇੰਸਟਰਕਸ਼ਨ ਕਿਊ ਦਾ ਕੀ ਰੋਲ ਹੈ ਮੇਰੇ ਕੋਲੇ, ਹੁਣ ਇਹਨੂੰ ਪੜ੍ਹਦੇ ਹਾਂ ਆਪਾਂ। ਇੰਸਟਰਕਸ਼ਨ ਕਿਊ ਆ ਦੇਖ ਲਓ, ਹੁਣ ਕੁਛ ਨਹੀਂ ਹੈ, ਬੜਾ ਸਿੰਪਲ ਜਿਹਾ ਕੰਮ ਹੈ। ਜੋ ਪਿੱਛੇ ਮੈਂ ਉਹਦੇ 'ਚ ਪੜ੍ਹਿਆ ਪਾਈਪਲਾਈਨਿੰਗ ਦਾ ਕੰਸੈਪਟ। ਪਾਈਪਲਾਈਨਿੰਗ ਦਾ ਮਤਲਬ ਕੀ ਹੈ, ਇੱਕ ਪ੍ਰੋਗਰਾਮ ਹੈ 100 ਲਾਈਨਾਂ ਦਾ ਬਣਿਆ ਹੋਇਆ, 1 2 3 4 100 ਇੰਸਟਰਕਸ਼ਨਾਂ ਨੇ, 100 ਦਾ ਬਣਿਆ ਹੋਇਆ। ਹੁਣ ਇੱਥੇ ਮੇਰੇ ਕੋਲੇ ਪ੍ਰੋਸੈਸਰ ਨੇ ਕੀ ਕਰਨਾ ਹੈ, ਇਹਨਾਂ ਨੂੰ ਇੱਥੋਂ ਚੱਕ ਚੱਕ ਕੇ ਐਗਜ਼ੀਕਿਊਟ ਕਰਨਾ ਹੈ। ਹੁਣ ਇੱਕ ਤਾਂ ਮੇਰੇ ਕੋਲ ਇੱਥੇ ਆ ਗਿਆ ਸੀਗਾ ਇੰਸਟਰਕਸ਼ਨ ਪੁਆਇੰਟਰ, ਉਹ ਅਗਲੀ ਦਾ ਐਡਰੈਸ ਪਹਿਲੀ ਰੱਖ ਲੈਂਦਾ ਸੀ। ਹੁਣ ਇੱਕ ਉਰੇ ਜਿਵੇਂ ਕਈ ਪ੍ਰੋਸੈਸਰਾਂ ਦੇ ਵਿੱਚ ਇੰਸਟਰਕਸ਼ਨ ਕਿਊ ਆਉਂਦੀ ਹੈ, ਉਹ ਐਵੇਂ ਹੁੰਦੀ ਹੈ 6 ਬਾਈਟ ਦੀ ਹੁੰਦੀ ਹੈ, ਪਹਿਲਾ ਬਾਈਟ, ਦੂਜਾ ਬਾਈਟ, ਤੀਜਾ, ਚੌਥਾ, ਪੰਜਵਾਂ, ਛੇਵਾਂ। ਹੁਣ ਇਹ 'ਚ ਕੀ ਹੁੰਦਾ ਕਿ ਜਿੱਥੇ ਇਹ ਇੱਕ ਇੰਸਟਰਕਸ਼ਨ ਨੂੰ ਅਗਲੀ ਨੂੰ ਪਹਿਲੀ ਫੈਚ ਕਰਕੇ ਰੱਖ ਲੈਂਦਾ ਸੀ, ਇਹ ਇੰਸਟਰਕਸ਼ਨ ਕਿਊ 6 ਇੰਸਟਰਕਸ਼ਨਾਂ ਨੂੰ ਪਹਿਲੀ ਫੈਚ ਕਰਕੇ ਰੱਖ ਲੈਂਦੀ ਹੈ। 6 ਪਹਿਲਾਂ ਹੀ ਫੈਚ ਹੋ ਗਈਆਂ, ਤਾਂ ਪਹਿਲਾਂ ਹੀ ਫੈਚ ਹੋਣ 'ਤੇ ਕੀ ਹੋਇਆ, ਮਤਲਬ ਕਿ ਸਪੀਡ ਦੇਖੋ ਕਿੰਨੀ ਇਨਹਾਂਸ ਹੋ ਗਈ। ਇੱਥੇ ਇੱਕ ਪਹਿਲਾਂ ਚੈੱਕ ਕਰਕੇ ਐਗਜ਼ੀਕਿਊਟ ਕਰਦਾ ਸੀ, ਹੁਣ ਇੱਥੇ ਇਹ ਕੀ ਕਰਦਾ ਕਿ 6 ਨੂੰ ਪਹਿਲਾਂ ਹੀ ਆਪਦੇ ਕੋਲ ਰੱਖ ਲੈਂਦਾ ਆਪਦੀ ਮੈਮਰੀ ਦੇ ਵਿੱਚ ਹੀ, ਅਤੇ ਇੱਥੋਂ ਹੀ ਚੱਕ ਚੱਕ ਕੇ ਐਗਜ਼ੀਕਿਊਟ ਕਰੀ ਜਾਂਦਾ। ਜਿਵੇਂ ਜਿਵੇਂ ਖਾਲੀ ਹੋਈ ਜਾਂਦੀ ਹੈ ਇੱਧਰੋਂ ਹੋਰ ਫੈਚ ਕਰੀ ਜਾਂਦਾ। ਇਹ ਫੈਚ ਵੀ ਕਿਵੇਂ ਕਰਦਾ ਇਹ ਵੀ ਸੁਣ ਲਓ। 2 ਜਦੋਂ ਗਈਆਂ, ਜਿਵੇਂ ਫਰਜ਼ ਕਰੋ ਹੁਣ ਇਹ 'ਚ 6 ਆ ਗਈਆਂ, ਹੁਣ ਇਹਨੇ ਕੀ ਕੀਤਾ, ਫਰਜ਼ ਕਰੋ ਮੇਰੇ ਕੋਲੇ ਜਿਹੜੀ ਹੈਗੀ ਹੈ ਪਹਿਲੀ ਐਗਜ਼ੀਕਿਊਟ ਕਰਤੀ, ਠੀਕ ਹੈ, ਅਤੇ ਦੂਜੀ ਐਗਜ਼ੀਕਿਊਟ ਕਰਤੀ। ਪਹਿਲੀ ਐਗਜ਼ੀਕਿਊਟ ਕਰਨ 'ਤੇ ਇਹ ਅਗਲੀ ਨੂੰ ਹਲੇ ਫੈਚ ਨਹੀਂ ਕਰਦਾ। ਜਦੋਂ 2 ਗਈਆਂ, ਆਹ 2 ਗਈਆਂ, ਆਹ ਥੱਲੇ ਨੂੰ ਆ ਜਾਣਗੀਆਂ। ਮਤਲਬ ਕਿ ਜਦੋਂ ਪਹਿਲੀ ਅਤੇ ਦੂਜੀ ਗਈ ਤਾਂ ਤੀਜੀ ਅਤੇ ਚੌਥੀ ਮੇਰੇ ਕੋਲੇ ਪਹਿਲੀ ਦੂਜੀ ਬਣ ਜੂ, ਅਤੇ ਪੰਜਵੀਂ ਅਤੇ ਛੇਵੀਂ ਮੇਰੇ ਕੋਲੇ ਬਣ ਜੂ ਤੀਜੀ ਚੌਥੀ। ਆਹ 6 ਅਤੇ 5 ਖਾਲੀ ਰਹਿਣਗੀਆਂ, ਤਾਂ ਇੱਥੋਂ ਉਹ ਮੇਨ ਜਿੱਥੇ 100 ਲਾਈਨਾਂ ਦਾ ਪ੍ਰੋਗਰਾਮ ਲਿਖਿਆ ਹੋਇਆ ਉੱਥੋਂ ਅਗਲੀਆਂ 2 ਚੱਕ ਕੇ ਫਿਰ 5 6 ਨੰਬਰ 'ਤੇ ਲਿਖੀਆਂ ਜਾਣਗੀਆਂ। ਐਵੇਂ 2 ਕਰਕੇ ਅੱਗੇ ਜਾਈ ਜਾਣਗੀਆਂ, ਖਾਲੀ ਹੋਈ ਜਾਊਗਾ ਅਤੇ ਅੱਗੇ 'ਚ ਭਰੀ ਜਾਣਗੀਆਂ। ਚਾਹੇ ਪ੍ਰੋਸੈਸਰ ਇੱਕ ਟਾਈਮ 'ਤੇ ਇੱਕ ਐਗਜ਼ੀਕਿਊਟ ਕਰੇ, ਪਰ ਜਦੋਂ ਤੱਕ ਇਹਦੇ 'ਚ 2 ਨਹੀਂ ਖਾਲੀ ਹੁੰਦੀਆਂ ਅਗਲੀਆਂ ਨਹੀਂ ਚੱਕਦਾ। ਸਮਝ ਗਏ? ਇਹਨੂੰ ਕਹਿੰਦੇ ਹਾਂ ਅਸੀਂ ਪਾਈਪਲਾਈਨਿੰਗ ਦਾ ਕੰਸੈਪਟ, ਕਿ ਉਨਾ ਚਿਰ ਪਾਈਪਲਾਈਨ 'ਚ ਪਾ ਕੇ ਰੱਖ ਲਈਆਂ ਸੀ ਨੇ। ਇਹਦੇ ਨਾਲ ਪ੍ਰੋਸੈਸਰ ਦੀ ਸਪੀਡ ਬਹੁਤ ਵਧ ਜਾਂਦੀ ਹੈ, ਠੀਕ ਹੈ। ਅਦਰਵਾਈਜ਼ ਉਹਨੂੰ ਐਡੀ ਦੂਰ ਜਾ ਕੇ ਰੀਡ ਕਰਕੇ ਲਿਆਉਣੀ ਪੈਂਦੀ ਸੀ, ਹੁਣ ਨੇੜੇ ਵੀ ਉਹਦਾ ਸਰੀ ਜਾਂਦਾ। ਕਿਉਂਕਿ ਹੁਣ ਇੱਕ ਚੀਜ਼ ਸਮਝੋ, ਹੁਣ ਇਹ ਜਿਹੜੀ ਇੰਸਟਰਕਸ਼ਨ ਕਿਊ ਜਾਂ ਇੰਸਟਰਕਸ਼ਨ ਪੁਆਇੰਟਰ ਸੀ, ਇਹ ਪ੍ਰੋਸੈਸਰ ਦੇ ਅੰਦਰ ਹੀ ਨੇ, ਪਰ ਉੱਤੇ ਹੀ ਲੱਗੇ ਹੋਏ ਨੇ ਪ੍ਰੋਸੈਸਰ ਦੇ ਵਿੱਚ ਹੀ। ਹੁਣ ਇੱਕ ਚੀਜ਼ ਤਾਂ ਮੇਰੇ ਯਾਰ ਅੰਦਰ ਹੀ ਹੈ, ਮੈਨੂੰ ਕਿਤੋਂ ਪੜ੍ਹਨ ਦੀ ਲੋੜ ਨਹੀਂ, ਸਿੱਧਾ ਹੀ ਬੋਲ ਬੋਲ ਕੇ ਤੁਹਾਨੂੰ ਮੈਂ ਦੱਸੀ ਜਾਂਦਾ, ਸਮਝਾਈ ਜਾਂਦਾ। ਹੁਣ ਇੱਕ ਚੀਜ਼ ਮੈਂ ਪਹਿਲਾਂ ਕਿਤਾਬ 'ਚੋਂ ਦੇਖ ਰਿਹਾ, ਫਿਰ ਬੋਲ ਕੇ ਤੁਹਾਨੂੰ ਦੱਸ ਰਿਹਾ, ਇੱਕ ਦੇਖ ਰਿਹਾ ਫਿਰ ਤੁਹਾਨੂੰ ਬੋਲ ਕੇ ਦੱਸ ਰਿਹਾ, ਤਾਂ ਉਹਦੇ 'ਤੇ ਟਾਈਮ ਵੱਧ ਲੱਗੂਗਾ ਨਾ ਕਿਤਾਬ ਵਾਲੀ ਤੋਂ। ਤਾਂ ਇਹ ਬੈਟਰ ਨਹੀਂ ਕਿ ਕਿਤਾਬ ਵਾਲੀ ਚੀਜ਼ ਨੂੰ ਆਪਦੇ ਅੰਦਰ ਹੀ ਸਮਾ ਲਾਂ ਮੈਂ, ਤਾਂ ਅੰਦਰੋਂ ਹੀ ਬੋਲੀ ਜਾਵਾਂ ਸਿੱਧਾ। ਤਾਂ ਉਹੀ ਕੰਸੈਪਟ ਹੈ, ਸਿੱਧਾ ਸਪੀਡ ਇਨਹਾਂਸ ਹੁੰਦੀ ਹੈ ਇਹਨਾਂ ਗੱਲਾਂ ਦੇ ਨਾਲ। ਬੇਸਿਕਲੀ ਪ੍ਰੋਸੈਸਰ ਦੀ ਬਹੁਤ ਸਪੀਡ ਬੂਸਟ ਹੋ ਜਾਂਦੀ ਹੈ।
ਤਾਂ ਆ ਵੀ ਮੈਂ 6 ਇੰਸਟਰਕਸ਼ਨ ਤਾਂ ਚਲੋ ਮੈਂ ਤੁਹਾਨੂੰ ਬੋਲਤੀਆਂ। ਹੁਣ ਇੰਸਟਰਕਸ਼ਨਸ ਵੀ ਡਿਪੈਂਡ ਕਰਦਾ ਹੁੰਦਾ। ਇੰਸਟਰਕਸ਼ਨਾਂ ਕਈ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ। 1 ਬਾਈਟ ਇੰਸਟਰਕਸ਼ਨ ਵੀ ਹੋ ਸਕਦੀ ਹੈ, 2 ਬਾਈਟ ਇੰਸਟਰਕਸ਼ਨ ਵੀ ਹੋ ਸਕਦੀ ਹੈ, 3 ਬਾਈਟ ਇੰਸਟਰਕਸ਼ਨ ਵੀ ਹੋ ਸਕਦੀ ਹੈ। 1 ਬਾਈਟ ਦੇ ਵਿੱਚ ਮੇਰੇ ਕੋਲੇ 8 ਬਿਟਸ ਹੁੰਦੀਆਂ ਨੇ, ਠੀਕ ਹੈ। 8 ਬਿਟਸ ਮਿਲ ਕੇ 1 ਬਾਈਟ ਨੂੰ ਬਣਾਉਂਦੀਆਂ ਨੇ। ਹੁਣ ਜੇ ਮੈਂ ਕਿਹਾ ਕਿ ਆਹ ਕਿਊ ਮੇਰੇ ਕੋਲੇ 6 ਬਾਈਟ ਦੀ ਹੈ, ਠੀਕ ਹੈ। ਹੁਣ ਜੇ ਤਾਂ ਮੇਰੇ ਕੋਲੇ 1 ਬਾਈਟ ਵਾਲੀਆਂ ਇੰਸਟਰਕਸ਼ਨਾਂ ਨੇ ਤਾਂ ਉਹ ਤਾਂ ਇਹ 6 ਪਹਿਲਾਂ ਹੀ ਫੈਚ ਕਰਕੇ ਰੱਖ ਲੂਗਾ। ਜੇ ਇੰਸਟਰਕਸ਼ਨ ਹੀ 1-2 ਬਾਈਟ ਦੀ ਹੋਈ, ਫਿਰ ਟੋਟਲ ਮੈਮਰੀ ਮੇਰੇ ਕੋਲੇ ਇੱਥੇ ਬਾਈਟ 'ਚ ਜਿਹੜੀ ਇਹਦੀ ਕਿਊ ਦੀ ਹੈਗੀ ਹੈ 6 ਬਾਈਟ, ਤਾਂ ਟੋਟਲ ਕਿੰਨੀਆਂ ਇੰਸਟਰਕਸ਼ਨਾਂ ਸਟੋਰ ਹੋ ਸਕਦੀਆਂ? ਤਾਂ ਫਿਰ 3 ਹੋ ਸਕਦੀਆਂ, ਕਿਉਂਕਿ 2 1 ਤੇ ਆਉਣਗੀਆਂ, 2 1 ਤੇ ਆਉਣਗੀਆਂ, 2 1 ਤੇ ਆਉਣਗੀਆਂ। ਮਤਲਬ ਮੇਰੇ ਕਹਿਣ ਦਾ ਮਤਲਬ ਹੋ ਗਿਆ ਕਿ 2-2 ਮੈਮਰੀ ਲੋਕੇਸ਼ਨਾਂ ਤੇ 1-1 ਇੰਸਟਰਕਸ਼ਨ ਆਏਗੀ। ਹੁਣ ਇਹੀ ਜੇ ਮੈਂ ਤੁਹਾਨੂੰ ਕਹਿੰਦਾ ਕਿ 3 ਬਾਈਟ ਇੰਸਟਰਕਸ਼ਨ ਕੋਈ ਤੁਸੀਂ ਸਟੋਰ ਕਰਵਾਉਣੀ ਹੈ, ਐਗਜ਼ੀਕਿਊਟ ਕਰਾਉਣੀ ਹੈ, ਤਾਂ ਆਹ 3 ਲੋਕੇਸ਼ਨਾਂ ਤੇ 1 ਆਊਗੀ, 3 ਤੇ 1 ਆਊਗੀ, ਤਾਂ ਸਿਰਫ 2 ਹੀ ਆਉਣਗੀਆਂ ਮੇਰੇ ਕੋਲੇ 3 ਬਾਈਟ ਵਾਲੀਆਂ। ਤਾਂ ਇਹ ਇਸ ਗੱਲ ਤੇ ਡਿਪੈਂਡ ਕਰਦਾ ਕਿ ਕਿਊ ਦੇ ਵਿੱਚ ਕਿੰਨੀਆਂ ਇੰਸਟਰਕਸ਼ਨਾਂ ਆ ਸਕਦੀਆਂ ਨੇ, ਕਿ ਕਿੰਨੇ ਬਾਈਟ ਇੰਸਟਰਕਸ਼ਨ ਤੁਹਾਡੀ ਹੈਗੀ ਹੈ। ਉਹ ਬਾਈਟ ਦੇ ਉੱਤੇ ਡਿਪੈਂਡੈਂਟ ਹੋਊਗਾ ਕਿ ਕਿੰਨੀਆਂ ਇੰਸਟਰਕਸ਼ਨਾਂ ਆਉਂਦੀਆਂ ਨੇ। ਪਰ ਬੇਸਿਕਲੀ ਗੱਲ ਇੰਨੀ ਕੁ ਕਿ ਕਈ ਇੰਸਟਰਕਸ਼ਨਾਂ ਨੂੰ ਪਹਿਲੀ ਫੈਚ ਕਰਕੇ ਰੱਖਿਆ ਜਾ ਸਕਦਾ। ਇਹ 6 ਬਾਈਟ ਦੀ ਇੰਸਟਰਕਸ਼ਨ ਕਿਊ ਦੇ ਵਿੱਚ, ਤੇ ਤੁਹਾਡੀ ਸਪੀਡ ਨੂੰ ਤੁਸੀਂ ਵਧਾ ਸਕਦੇ ਹੋ ਇਸ ਫੈਨੋਮੀਨਨ ਦੇ ਥਰੂ। ਉਮੀਦ ਹੈ ਕਿ ਕਲੀਅਰ ਹੋ ਗਿਆ ਹੋਊ। ਤੀਜੀ ਟਰਮ ਸਾਡੇ ਕੋਲ ਸਪੈਸ਼ਲ ਫੰਕਸ਼ਨ ਦੀ ਕੈਟੇਗਰੀ 'ਚ ਆ ਜਾਂਦੇ ਨੇ ਸਬ ਰੂਟੀਨਸ। ਸਬ ਰੂਟੀਨ ਕੀ ਚੀਜ਼ ਨੇ ਜੀ? ਸਬ ਰੂਟੀਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਬੜਾ ਇੰਪੋਰਟੈਂਟ ਹੈ ਸਬ ਰੂਟੀਨ। ਹੁਣ ਮੈਂ ਕੀ ਕਰਦਾ ਕਿ ਮੈਂ ਇੱਕ ਮੇਨ ਪ੍ਰੋਗਰਾਮ ਬਣਾਇਆ ਆ, ਬਹੁਤ ਵੱਡਾ ਪ੍ਰੋਗਰਾਮ। ਇਹਦੇ ਵਿੱਚ ਪ੍ਰੋਗਰਾਮ ਦਾ ਕੋਈ ਛੋਟਾ ਜਿਹਾ ਹਿੱਸਾ ਜਿਹੜਾ ਪ੍ਰੋਗਰਾਮ ਦੇ ਵਿੱਚ ਬਾਰ-ਬਾਰ ਯੂਜ਼ ਹੋ ਰਿਹਾ, ਠੀਕ ਹੈ। ਹੁਣ ਮੈਂ ਕਿਹਾ ਕਿ ਇੱਕ ਪ੍ਰੋਗਰਾਮ ਮੇਰਾ 1000 ਲਾਈਨਾਂ ਦਾ ਪ੍ਰੋਗਰਾਮ ਹੈ, ਉਹਦੇ ਵਿੱਚ ਇੱਕ 10 ਕੁ ਲਾਈਨਾਂ ਦਾ ਹਿੱਸਾ ਪ੍ਰੋਗਰਾਮ ਦਾ ਉਹ ਘੱਟੋ ਘੱਟ 15-16 ਵਾਰ ਯੂਜ਼ ਹੋ ਗਿਆ। ਹੁਣ ਜੇ ਮੈਂ ਉਸ ਪ੍ਰੋਗਰਾਮ ਦੇ ਵਿੱਚ ਮੈਂ 20 ਕੁ ਲਾਈਨਾਂ ਲਿਖੀਆਂ, ਫਿਰ ਉਹ 10 ਕੁ ਲਾਈਨਾਂ ਦਾ ਆਇਆ, ਫਿਰ ਮੈਂ ਇੱਥੇ 10 ਲਾਈਨਾਂ ਲਿਖੀਆਂ, ਫਿਰ ਮੈਂ ਅੱਗੇ ਪ੍ਰੋਗਰਾਮ ਦੀਆਂ 20 ਕੁ ਲਾਈਨਾਂ ਲਿਖੀਆਂ, ਫਿਰ ਉਹੀ ਲਿਖਣ ਦੀ ਲੋੜ ਪੈ ਗਈ 10 ਲਾਈਨਾਂ ਦੀ ਨੂੰ, ਫਿਰ ਲਿਖਿਆ। ਮਤਲਬ ਆਹੀ ਚੀਜ਼ ਮੈਂ ਬਾਰ-ਬਾਰ ਲਿਖ ਕੇ ਆਪਣੀ ਮੈਮਰੀ ਵੇਸਟ ਕਰੀ ਜਾ ਰਿਹਾ ਟੋਟਲੀ। ਹੁਣ ਕਿਉਂ ਨਾ ਮੈਂ ਆਹ ਛੋਟੇ ਜਿਹੇ ਹਿੱਸੇ ਨੂੰ ਪ੍ਰੋਗਰਾਮ ਦੇ ਨੂੰ, ਜਿਹੜਾ 10 ਲਾਈਨਾਂ ਦਾ ਬਾਰ-ਬਾਰ ਮੈਨੂੰ ਲਿਖਣਾ ਪੈ ਰਿਹਾ, ਮੈਂ ਬਾਹਰ ਕਿਤੇ ਲਿਖ ਕੇ ਰੱਖ ਲਵਾਂ। ਜਿੱਥੇ ਮੈਨੂੰ ਮੇਨ ਪ੍ਰੋਗਰਾਮ ਦੇ ਵਿੱਚ ਇਹਦੀ ਲੋੜ ਪਊਗੀ ਮੈਂ ਕਾਲ ਕਰ ਲੂੰਗਾ, ਸਿੱਧਾ ਕਾਲ ਕਰਕੇ ਇਹਦੇ ਤੇ ਪਹੁੰਚ ਜੂੰਗਾ, ਇਹਨੂੰ ਐਗਜ਼ੀਕਿਊਟ ਕਰਕੇ ਵਾਪਸ ਫਿਰ ਅਗਲੇ ਹਿੱਸੇ 'ਤੇ ਚਲਾ ਜਾਊਂ। ਮਤਲਬ ਕਿ ਜਿਵੇਂ ਪਹਿਲਾਂ ਮੈਂ ਮੇਰੀਆਂ 20 ਲਾਈਨਾਂ ਕੀਤੀਆਂ, ਉਦੋਂ ਬਾਅਦ ਇੱਥੇ ਮੈਂ ਕੀ ਕੀਤਾ, ਮੇਨ ਪ੍ਰੋਗਰਾਮ ਸ਼ੁਰੂ ਹੋਇਆ, ਇੱਥੋਂ ਚੱਲ ਰਿਹਾ ਪ੍ਰੋਗਰਾਮ। ਜਿੱਥੇ ਮੈਨੂੰ ਉਹ ਹਿੱਸੇ ਦੀ ਲੋੜ ਪੈ ਗਈ ਤਾਂ ਮੈਂ ਇੱਕ ਇੰਸਟਰਕਸ਼ਨ ਯੂਜ਼ ਕਰਦਾ ਜਿਹਨੂੰ ਕਹਿੰਦੇ ਆ ਕਾਲ ਕਰੇ ਤੇ ਉਹ ਸਬ ਰੂਟੀਨ ਬਣਾ ਦਿੰਦੇ ਆ। ਸਬ ਰੂਟੀਨ ਹੁੰਦਾ ਕੀ ਹੈ? ਇੱਕ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਜਿਹੜਾ ਰੈਪੀਟੀਸ਼ਨ ਦੇ ਵਿੱਚ ਵੱਡੇ ਪ੍ਰੋਗਰਾਮ ਦੇ ਵਿੱਚ ਵਰਤਿਆ ਜਾਣਾ ਹੁੰਦਾ, ਤਾਂ ਉਹਨੂੰ ਬਾਰ-ਬਾਰ ਵੱਡੇ ਪ੍ਰੋਗਰਾਮ 'ਚ ਲਿਖਣ ਦੀ ਜਗ੍ਹਾ 'ਤੇ ਮੈਂ ਇੱਕ ਜਗ੍ਹਾ 'ਤੇ ਬਾਹਰ ਕਿਸੇ ਮੈਮਰੀ 'ਚ ਛੋਟੇ ਪ੍ਰੋਗਰਾਮ ਨੂੰ ਲਿਖ ਕੇ ਰੱਖ ਲੈਂਦਾ, ਅਤੇ ਉਹਨੂੰ ਬਾਰ-ਬਾਰ ਮੇਨ ਪ੍ਰੋਗਰਾਮ 'ਚ ਕਾਲ ਕਰਵਾਈ ਜਾਂਦਾ। ਉਹਦੇ ਨਾਲ ਮੇਰੀ ਮੈਮਰੀ ਬਚਦੀ ਹੈ ਅਤੇ ਉਹ ਬਣ ਜਾਂਦੀ ਹੈ ਫਿਰ ਸਬ ਰੂਟੀਨ। ਜਿਹੜਾ ਇਹ ਛੋਟਾ ਪ੍ਰੋਗਰਾਮ ਹੈ ਜੇ ਐਵੇਂ ਯੂਜ਼ ਕੀਤਾ ਜਾਵੇ ਉਹਦਾ, ਅਤੇ ਉਹ ਸਬ ਰੂਟੀਨ ਨੂੰ ਕੋਈ ਨਾਮ ਦੇ ਕੇ ਉਹਨੂੰ ਕਾਲ ਕੀਤਾ ਜਾ ਸਕਦਾ। ਜਿਵੇਂ ਇਸ ਸਬ ਰੂਟੀਨ ਦਾ ਨਾਮ ਕੀ ਹੈ? ਸਬ ਰੂਟੀਨ ਏ। ਤਾਂ ਮੈਂ ਲਿਖੂੰਗਾ ਕਾਲ ਸਬ ਰੂਟੀਨ ਏ, ਸਿੱਧਾ ਮੇਰਾ ਪ੍ਰੋਗਰਾਮ ਇੱਥੇ ਜੰਪ ਕਰ ਜੂ, ਅਤੇ ਇਹ ਮੇਰੇ ਮਤਲਬ ਆਹ ਸਾਰੀ ਚੀਜ਼ ਹੁਣ ਪ੍ਰੋਸੈਸਰ ਦੀ ਮੇਨ ਮੈਮਰੀ 'ਚ ਆ ਗਈ, ਰੈਮ 'ਚ। ਉਹਨੇ ਇਹਨੂੰ ਸਿੱਧਾ ਐਗਜ਼ੀਕਿਊਟ ਕਰਨਾ ਕਰਕੇ ਜਿੱਥੇ ਖਤਮ ਹੋ ਗਿਆ ਉਹਦੇ ਐਂਡ 'ਚ ਅਸੀਂ ਇੱਕ ਕਮਾਂਡ ਲਿਖਦੇ ਹਾਂ RET, ਜਿਹਨੂੰ ਬੋਲਦੇ ਹਾਂ ਰਿਟਰਨ। ਤਾਂ ਇਹ ਵਾਪਸ ਮੇਨ ਪ੍ਰੋਗਰਾਮ 'ਚ ਫੇਰ ਚਲਾ ਜਾਊਗਾ। ਫਿਰ ਇੰਸਟਰਕਸ਼ਨਾਂ ਉਵੇਂ ਚੱਲੀਆਂ ਪ੍ਰੋਗਰਾਮ ਦੀਆਂ, ਜਿੱਥੇ ਇਹਦੀ ਦੁਬਾਰਾ ਫੇਰ ਲੋਡ ਹੋ ਗਈ ਫੇਰ ਕਾਲ ਲਿਖ ਦਿਓ, ਫਿਰ ਇਹਦੇ 'ਤੇ ਪਹੁੰਚ ਜੂ, ਫਿਰ ਇਹ ਕੰਪਲੀਟ ਕਰਕੇ ਰਿਟਰਨ ਹੋ ਕੇ ਵਾਪਸ ਚਲਾ ਜਾਊ। ਐਵੇਂ ਪ੍ਰੋਸੈਸ ਚੱਲਦਾ ਰਹੂਗਾ। ਫਾਇਦਾ ਕੀ ਹੋਇਆ? ਫਾਇਦਾ ਹੋਇਆ ਮੈਮਰੀ ਦਾ। ਹੁਣ ਜੇ ਇਹੀ 10-10 ਲਾਈਨਾਂ ਦਾ 10 ਵਾਰ ਜਾਂ 15 ਵਾਰ ਵਰਤਿਆ ਜਾਣਾ ਸੀ, ਮੈਨੂੰ 150 ਵਾਰ ਲਿਖਣਾ ਪੈਣਾ ਸੀ ਉਹੀ ਕਮਾਂਡਸ ਨੂੰ। ਮਤਲਬ 150 ਇੰਸਟਰਕਸ਼ਨਾਂ ਯੂਜ਼ ਕਰਨੀਆਂ ਪੈਣੀਆਂ ਸੀ, ਜਿਹੜੀਆਂ ਹੁਣ ਇੱਕ ਵਾਰ 10 ਵਾਰ ਲਿਖ ਕੇ ਮੇਰੀਆਂ ਇੱਕ ਜਗ੍ਹਾ 'ਤੇ ਸਰ ਗਈਆਂ। ਤਾਂ ਮੈਮਰੀ ਦੀ ਪ੍ਰੋਪਰ ਯੂਟੀਲਾਈਜੇਸ਼ਨ ਮਤਲਬ ਸੇਵ ਕਰ ਲਈ ਤੁਸੀਂ ਨੇ ਮੈਮਰੀ, ਅਤੇ ਸਪੀਡ ਅੱਡ ਵੱਧ ਗਈ ਇਹਦੇ ਨਾਲ। ਮੈਮਰੀ ਦਾ ਸਾਈਜ਼, ਸਾਈਕਲਸ ਤਾਂ ਚਲੋ ਉਨੇ ਵੇਸਟ ਹੋਣੇ ਆ, ਕਿਉਂਕਿ ਬਾਰ-ਬਾਰ ਐਗਜ਼ੀਕਿਊਟ ਤਾਂ ਇਹਨੂੰ ਕਰਨਾ ਹੀ ਪਏਗਾ, ਬਟ ਇਹ ਹੈ ਕਿ ਮੈਮਰੀ ਬਚਾਈ ਜਾਂਦੀ ਹੈ ਇਹਦੇ ਨਾਲ, ਜਿਹੜਾ ਸਭ ਤੋਂ ਵੱਡਾ ਇਹਦਾ ਫਾਇਦਾ ਹੈਗਾ। ਤਾਂ ਇਹਨੂੰ ਅਸੀਂ ਬੋਲ ਦਿੰਦੇ ਹਾਂ ਸਬ ਰੂਟੀਨ। ਉਮੀਦ ਹੈ ਕਿ ਸਬ ਰੂਟੀਨ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਬੜਾ ਇੰਪੋਰਟੈਂਟ ਕੰਸੈਪਟ ਹੈ, ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ। ਅੱਗੇ ਚੱਲਦੇ ਹਾਂ। ਅਗਲਾ ਹਿੱਸਾ ਆ ਗਿਆ ਇੰਟਰਕਨੈਕਸ਼ਨ ਬਿਟਵੀਨ ਦਾ ਫੰਕਸ਼ਨਲ ਕੰਪੋਨੈਂਟਸ। ਹੁਣ ਇਹ ਕੀ ਚੀਜ਼ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੰਟਰਕਨੈਕਸ਼ਨ
ਆਹ ਦੇਖੋ ਹੁਣ ਮੇਰੇ ਕੋਲੇ ਪੂਰਾ ਸਿਸਟਮ। ਹੁਣ ਇਹ ਸਾਰੇ ਇੱਕ ਦੂਜੇ ਨਾਲ ਕਿਵੇਂ ਜੁੜੇ ਹੁੰਦੇ ਨੇ। ਹੁਣ ਜਿਵੇਂ ਆਹ CPU ਹੈ, ਮੇਨ ਮੈਮਰੀ ਆ ਗਈ, ਤੁਹਾਡੇ ਇਨਪੁਟ ਡਿਵਾਈਸਿਸ ਆ ਗਏ, ਆਊਟਪੁੱਟ ਡਿਵਾਈਸਿਸ ਆ ਗਏ। ਹੁਣ CPU ਨੇ ਇਨਪੁਟ ਡਿਵਾਈਸ ਨੂੰ ਕੋਈ ਮੈਸੇਜ ਭੇਜਣਾ ਹੈ, ਇਹਨੇ ਇਹਨੂੰ ਭੇਜਣਾ, ਕਿਸੇ ਨੇ ਮੈਮਰੀ ਨੂੰ ਭੇਜਣਾ, ਠੀਕ ਹੈ। ਇਹ ਆਪਸ 'ਚ ਕਮਿਊਨੀਕੇਟ ਕਿਵੇਂ ਕਰ ਪਾਉਂਦੇ ਨੇ, ਕੁਛ ਨਾ ਕੁਛ ਤਾਂ ਇਹਨਾਂ ਦੇ ਵਿੱਚ ਕਨੈਕਸ਼ਨ ਬਣਾਇਆ ਹੁੰਦਾ ਹੋਊਗਾ। ਜਿਹੜਾ ਇਹ ਕਨੈਕਸ਼ਨ ਇੰਟਰਕਨੈਕਸ਼ਨ ਇਹਨਾਂ ਦੇ ਵਿੱਚ ਕੀਤਾ ਜਾਂਦਾ, ਤਾਂ ਜਾਂ ਤੁਸੀਂ ਕਹਿ ਸਕਦੇ ਹੋ ਜਿਹੜੇ ਪਾਥ ਦੇ ਥਰੂ ਇੱਕ ਦੂਜੇ ਨਾਲ ਇਹ ਜੁੜੇ ਹੁੰਦੇ ਨੇ, ਉਹਨੂੰ ਅਸੀਂ ਬੋਲਦੇ ਹਾਂ ਬੱਸ ਸਿਸਟਮ, ਜਾਂ ਬੱਸ ਹੀ ਕਹਿ ਦਿਓ ਤੁਸੀਂ। ਤਾਂ ਬੱਸ ਉਹ ਰੂਟ ਹੈ ਜਿਹਦੇ ਥਰੂ ਇਹ ਸਾਰੇ ਕੰਪੋਨੈਂਟਸ ਜਿਹੜੇ ਹੁਣ ਤੱਕ ਅਸੀਂ ਕੰਪਿਊਟਰ ਦੇ ਦੇਖੇ ਨੇ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ। ਹੁਣ ਬੱਸ ਸਿਸਟਮ ਵੀ ਅੱਗੇ ਕਈ ਤਰ੍ਹਾਂ ਦਾ ਹੋ ਸਕਦਾ। ਬੱਸ ਸਿਸਟਮ ਮੇਰੇ ਕੋਲੇ ਐਡਰੈਸ ਬੱਸ ਵੀ ਹੋ ਸਕਦੀ ਹੈ, ਡਾਟਾ ਬੱਸ ਵੀ ਹੋ ਸਕਦੀ ਹੈ, ਕੰਟਰੋਲ ਬੱਸ ਵੀ ਹੋ ਸਕਦੀ ਹੈ। ਹੁਣ ਇਹਦਾ ਤਾਂ ਨਾਮ ਤੋਂ ਹੀ ਮੈਨੂੰ ਸਮਝ ਆ ਰਿਹਾ ਕਿ ਇਹਨਾਂ 'ਚ ਫ਼ਰਕ ਕੀ ਹੋਊਗਾ ਬੇਸਿਕਲੀ, ਹੈ ਨਾ, ਕਿ ਐਡਰੈਸ ਬੱਸ ਜਾਂ ਇਹ ਚੀਜ਼ਾਂ ਦੇ ਵਿੱਚ ਕੀ ਫ਼ਰਕ ਹੋਣਾ ਚਾਹੀਦਾ। ਤਾਂ ਬੜੀ ਸਿੰਪਲ ਜੀ ਕਹਾਣੀ ਹੈ ਮੇਰੇ ਕੋਲੇ। ਜੇ ਤਾਂ ਤੁਸੀਂ ਨੇ ਇੱਥੇ ਪੜ੍ਹਦੇ ਹਾਂ ਆਪਾਂ, ਅੱਗੇ ਲਿਖਿਆ ਹੋਊਗਾ ਐਡਰੈਸ ਬੱਸ ਕੀ ਕਰਦਾ, ਇਟ ਕੈਰੀਜ਼ ਦਾ ਐਡਰੈਸ ਲੋਕੇਸ਼ਨ ਆਫ ਡਾਟਾ ਜਾਂ ਇੰਸਟਰਕਸ਼ਨ। ਡਾਟਾ ਬੱਸ ਕੈਰੀਜ਼ ਦਾ ਡਾਟਾ, ਤੇ ਸਿਸਟਮ ਬੱਸ ਕਾਮਨ ਕਮਿਊਨੀਕੇਸ਼ਨ ਪਾਥ ਬਣਾਉਂਦੀ ਹੈ, ਸਿਗਨਲ ਲੈ ਕੇ ਜਾਂਦੀ ਹੈ CPU ਤੋਂ, ਮੇਨ ਮੈਮਰੀ ਤੋਂ, ਇਨਪੁਟ ਆਊਟਪੁੱਟ ਡਿਵਾਈਸਿਸ ਤੋਂ। ਉਹ ਇੱਕ ਕਾਮਨ ਹੈ ਜਿਹੜੀ ਸਾਰੇ ਕੰਮਾਂ ਨੂੰ ਕਰਨ ਦੇ ਵਿੱਚ ਹੈਲਪ ਕਰਦੀ ਹੈ ਬੇਸਿਕਲੀ। ਕਿ ਸਿਸਟਮ ਬੱਸ ਇਜ਼ ਦਾ ਕਮਿਊਨੀਕੇਸ਼ਨ ਪਾਥ ਕੈਰੀਜ਼ ਦਾ ਸਿਗਨਲ, CPU ਨੂੰ ਕੋਈ ਸਿਗਨਲ ਆਉਣਾ ਹੈ ਜਾਂ CPU ਤੋਂ ਸਿਗਨਲ ਕੋਈ ਜਾਣਾ ਹੈ, ਇਨਪੁਟ ਆਊਟਪੁੱਟ ਡਿਵਾਈਸਿਸ 'ਤੇ ਸਿਗਨਲ ਕੋਈ ਜਾਣਾ ਹੈ, ਠੀਕ ਹੈ। ਇਹ ਸਾਰੇ ਕਮਿਊਨੀਕੇਟ ਕਰਦੇ ਨੇ ਸਿਸਟਮ ਬੱਸ ਦੇ ਥਰੂ, ਇੱਕ ਸਰਕਟ ਬਣਿਆ ਹੁੰਦਾ ਸਿਸਟਮ ਬੱਸ ਦਾ। ਪਰ ਹੁਣ ਜਿਵੇਂ ਮੈਂ ਐਗਜ਼ਾਮਪਲ ਲਈ ਸੀ ਨਾ ਤੁਹਾਡੇ ਕੋਲੇ, ਮੂਵ A, B, ਇਹ ਮੇਰੇ ਕੋਲੇ ਕੀ ਸੀਗਾ, ਡਾਟਾ। ਇਹ ਮੇਰੇ ਕੋਲੇ ਕੀ ਹੈ, ਇੰਸਟਰਕਸ਼ਨ। ਜਾਂ ਤੁਸੀਂ ਇਹਨੂੰ ਕੀ ਹੋਰ ਕੀ ਬੋਲਦੇ ਸੀ ਆਪਾਂ, ਇਹਨੂੰ ਆਪਕੋਡ, ਜਾਂ ਹੋਰ ਕੀ ਬੋਲਦੇ ਸੀ, ਨਿਮੋਨਿਕ। ਇਹਨੂੰ ਕੀ ਕਿਹਾ ਜਾਂਦਾ ਸੀਗਾ, ਆਪਰੈਂਡ। ਹੁਣ ਜਿਹੜੀ ਮੈਂ ਇੱਕ ਚੀਜ਼ ਜਾਣਦਾ ਕਿ ਬੋਟਲਨੈਕ ਪ੍ਰੋਬਲਮ ਜਿਹੜੀ ਆਪਾਂ ਪੜ੍ਹਦੇ ਸੀਗੇ ਵੌਨ ਨਿਊਮਨ ਦੀ, ਉਹਦੇ ਵਿੱਚ ਕੀ ਪ੍ਰੋਬਲਮ ਸੀ, ਆਹੀ ਤਾਂ ਪ੍ਰੋਬਲਮ ਸੀਗੀ ਕਿ ਇੱਕੋ ਹੀ ਚੈਨਲ ਹੁੰਦਾ ਸੀਗਾ। ਉਰੇ ਮਾਈਕਰੋ ਪ੍ਰੋਸੈਸਰ ਹੈ, ਇੱਥੇ ਤੁਹਾਡੀ ਮੈਮਰੀ ਹੈ, ਮੈਮਰੀ 'ਚ ਲਿਖਿਆ ਹੋਇਆ ਮੂਵ A, B। ਹੁਣ ਇਹਨੂੰ ਜਦੋਂ ਮੈਂ ਮਾਈਕਰੋ ਪ੍ਰੋਸੈਸਰ 'ਤੇ ਭੇਜਣਾ ਹੈ, ਜੇ ਮੇਰੇ ਕੋਲ ਇੱਕੋ ਹੀ ਚੈਨਲ ਹੈ ਤਾਂ ਇੱਕੋ ਹੀ ਬੱਸ ਹੈ ਮੇਰੇ ਕੋਲੇ, ਫਿਰ ਜਾਂ ਤਾਂ ਮੈਂ ਪਹਿਲਾਂ ਮੂਵ ਵੀ ਭੇਜ ਪਾਊਂਗਾ ਜਾਂ ਆਹ AB ਵਾਲਾ ਡਾਟਾ ਭੇਜ ਪਾਊਂਗਾ। ਪਰ ਜੇ ਮੇਰੇ ਕੋਲੇ ਐਡਰੈਸ ਬੱਸ ਅਲੱਗ ਹੋਵੇ, ਡਾਟਾ ਬੱਸ ਅਲੱਗ ਹੋਵੇ, ਤਾਂ ਇੰਸਟਰਕਸ਼ਨ ਮੈਂ ਐਡਰੈਸ ਬੱਸ ਦੇ ਥਰੂ ਭਿਜਵਾ ਦੂੰਗਾ ਅਤੇ ਡਾਟਾ ਮੇਰਾ ਡਾਟਾ ਬੱਸ ਦੇ ਥਰੂ ਮੂਵ ਕਰ ਜੂਗਾ। ਤਾਂ ਆਹੀ ਐਡਰੈਸ ਬੱਸ ਅਤੇ ਡਾਟਾ ਬੱਸ ਦਾ ਫਾਇਦਾ ਹੁੰਦਾ। ਅੱਜ ਕੱਲ੍ਹ ਦੇ ਕੰਪਿਊਟਰਾਂ 'ਚ ਇਹੀ ਦਾ ਕੰਸੈਪਟ ਫਾਇਦਾਮੰਦ ਆ ਰਿਹਾ, ਜਿਹਦੇ ਕਰਕੇ ਬੋਟਲਨੈਕ ਪ੍ਰੋਬਲਮ ਜਿਹੜੀ ਵੌਨ ਨਿਊਮਨ ਦੇ ਮਾਡਲ 'ਚ ਆਈ ਸੀ, ਉਹਨੂੰ ਓਵਰਕਮ ਕਰ ਦਿੱਤਾ ਗਿਆ। ਅਤੇ ਤੀਜਾ ਸਿਸਟਮ ਬੱਸ ਹੋ ਗਿਆ, ਅਤੇ ਇੱਕ ਮੇਰੇ ਕੋਲ ਕੰਟਰੋਲ ਬੱਸ ਵੀ ਹੁੰਦਾ। ਕੰਟਰੋਲ ਬੱਸ ਕੁਛ ਨਹੀਂ, ਕੰਟਰੋਲ ਬੱਸ ਸਿਗਨਲਸ ਕ੍ਰੀਏਟ ਕਰਦਾ, ਸਿਰਫ ਸਿਗਨਲ ਜਨਰੇਟ ਕਰਦਾ ਹੈ, ਉਹ ਵੀ ਕੰਟਰੋਲ ਸਿਗਨਲਸ। ਕੰਟਰੋਲ ਸਿਗਨਲ ਕਿੱਦਾਂ ਦੇ ਹੋ ਸਕਦੇ ਨੇ, ਰੀਡ ਸਿਗਨਲ ਹੋ ਸਕਦਾ, ਰਾਈਟ ਸਿਗਨਲ ਹੋ ਸਕਦਾ। ਮਤਲਬ ਇਹ ਉੱਦਾਂ ਦੇ ਸਿਗਨਲਸ ਨੇ ਜਿਹਦੇ ਨਾਲ ਪ੍ਰੋਪਰ ਕਮਿਊਨੀਕੇਸ਼ਨ ਪਾਥ ਸੈੱਟ ਬੈਠ ਸਕੇ। ਜਿਵੇਂ ਹੁਣ A ਨੇ B ਨਾਲ ਕਮਿਊਨੀਕੇਟ ਕਰਨਾ ਹੈ, ਠੀਕ ਹੈ। ਹੁਣ ਇਹਨਾਂ ਦੇ ਵਿੱਚ ਪ੍ਰੋਪਰ ਕਮਿਊਨੀਕੇਸ਼ਨ ਪਾਥ ਸਟੈਬਲਿਸ਼ ਹੋਵੇ, ਫਿਰ ਉਦੋਂ ਬਾਅਦ ਇੱਕ ਦੂਜੇ ਨੂੰ ਡਾਟਾ ਟਰਾਂਸਫਰ ਕਰ ਪਾਉਣ। ਤਾਂ ਇਹ ਕਿੱਥੋਂ ਕੰਟਰੋਲ ਸਿਗਨਲ ਜਨਰੇਟ ਕਰਕੇ ਇਹਨੂੰ ਭੇਜਦਾ ਹੈ, ਅਤੇ ਇਹਨੂੰ ਕਹਿੰਦਾ ਵੀ ਤੂੰ ਤਿਆਰ ਆ ਸਿਗਨਲ ਲੈਣ ਨੂੰ, ਇਹ ਡਾਟਾ ਲੈਣ ਨੂੰ। ਇਹ ਵਾਪਸ ਐਕਨੋਲੇਜਮੈਂਟ ਭੇਜਦਾ ਵੀ ਹਾਂ ਮੈਂ ਤਿਆਰ ਹਾਂ। ਤਾਂ ਆਹ ਸਾਰਾ ਕੁਝ ਜਿਹੜਾ ਹੋ ਰਿਹਾ, ਇਹ ਕੰਟਰੋਲ ਸਿਗਨਲਾਂ ਦੇ ਥਰੂ ਹੋ ਰਿਹਾ। ਇਹ ਕੰਟਰੋਲ ਸਿਗਨਲ ਕਿੱਥੋਂ ਟਰੈਵਲ ਕਰਦੇ ਨੇ, ਸਾਰਿਆਂ ਦੇ ਵਿੱਚ ਕੰਟਰੋਲ ਬੱਸ ਦੇ ਥਰੂ ਟਰੈਵਲ ਕਰਦੇ ਨੇ। ਤਾਂ ਤਿੰਨੋਂ ਬੱਸਿਸ ਬਾਰੇ ਤੁਹਾਨੂੰ ਪਤਾ ਹੋਵੇ। ਪੇਪਰ ਇਹ ਪੁੱਛਦਾ ਹੁੰਦਾ ਕਿ ਬੱਸਿਸ ਕਿਹੜੇ ਕਿਹੜੇ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਤਾਂ ਸਾਡੇ ਕੋਲੇ ਬੇਸਿਕਲੀ ਤਾਂ ਤਿੰਨ ਹੀ, ਐਡਰੈਸ ਬੱਸ, ਡਾਟਾ ਬੱਸ ਅਤੇ ਕੰਟਰੋਲ ਬੱਸ ਹੁੰਦੀ ਹੈ। ਇੱਕ ਅਸੀਂ ਸਿਸਟਮ ਬੱਸ ਕਹਿ ਦਿੰਦੇ ਹਾਂ, ਜਿਹੜਾ ਓਵਰਆਲ ਕਾਮਨ ਕਮਿਊਨੀਕੇਸ਼ਨ ਪਾਥ ਹੁੰਦਾ ਸਾਡੇ ਕੋਲੇ, ਜਿਹੜਾ CPU ਤੋਂ, ਮੇਨ ਮੈਮਰੀ ਤੋਂ ਜਾਂ ਇਹਦੇ ਤੋਂ ਸਿਗਨਲ ਲੈ ਕੇ ਜਾਂਦਾ। ਤਾਂ ਸਿਸਟਮ ਬੱਸ ਬੇਸਿਕਲੀ ਇਹਨਾਂ ਨੂੰ ਮਿਲ ਕੇ ਹੀ ਬਣੀ ਹੁੰਦੀ ਹੈ, ਇਹਨਾਂ ਚੀਜ਼ਾਂ ਨੂੰ ਜੇ ਆਪਾਂ ਕਹਿ ਦਈਏ ਤਾਂ। ਬੱਸ ਟਾਈਪ ਪੁੱਛੀ ਜਾਂਦੀ ਹੈ ਤਾਂ ਤੁਸੀਂ ਤਿੰਨ ਟਾਈਪਸ ਹੀ ਬੋਲੋਗੇ, ਐਡਰੈਸ ਬੱਸ, ਡਾਟਾ ਬੱਸ ਅਤੇ ਕੰਟਰੋਲ ਬੱਸ, ਅਤੇ ਇਹੀ ਤੁਸੀਂ ਡਿਫਾਈਨ ਕਰੋਗੇ ਪੇਪਰ ਦੇ ਵਿੱਚ ਜੇ ਤੁਹਾਡੇ ਤੋਂ ਪੁੱਛਦੇ ਨੇ। ਤਾਂ ਉਮੀਦ ਹੈ ਕਿ ਇਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਪਾਥ ਨੂੰ ਕੀ ਕਹਿੰਦੇ ਆ, ਇਸ ਦੀ ਡੈਫੀਨੇਸ਼ਨ ਪੁੱਛੀ ਜਾਂਦੀ ਹੁੰਦੀ ਹੈ ਕਿ ਜਿਹਦੇ ਥਰੂ ਇਹ ਜੁੜੇ ਹੋਣ ਉਹਨੂੰ ਕੀ ਬੋਲਿਆ ਜਾਂਦਾ, ਤੁਹਾਨੂੰ ਬੱਸ ਬੋਲਿਆ ਜਾਂਦਾ। ਅਤੇ ਬੱਸ ਅੱਗੇ ਫਰਦਰ ਕਿੰਨੇ ਤਰ੍ਹਾਂ ਦੀ ਹੋ ਸਕਦੀ ਆ, ਉਹ ਵੀ ਅਸੀਂ ਨੇ ਦੇਖ ਲਈ ਕਿ ਬੱਸ ਇੰਨੇ ਤਰ੍ਹਾਂ ਦੀ ਹੋ ਸਕਦੀ ਆ। ਅੱਗੇ ਸਾਡੇ ਕੋਲੇ ਆ ਗਿਆ ਜੀ ਮੈਮਰੀ। ਹੁਣ ਅਸੀਂ ਪੜ੍ਹਦੇ ਹਾਂ ਮੈਮਰੀ ਵਾਲੇ ਪੂਰੇ ਹਿੱਸੇ ਨੂੰ, ਵਿਚ ਇਜ਼ ਦਾ ਮੋਸਟ ਇੰਪੋਰਟੈਂਟ, ਜਿਹਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਮੈਮਰੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂ, ਸਭ ਤੋਂ ਛੋਟੀ ਇਕਾਈ ਮੈਮਰੀ ਦੀ ਹੁੰਦੀ ਹੈ ਬਿੱਟ। ਬਿੱਟ ਕੀ ਹੋਊ, ਜਾਂ 1 ਹੋਊ ਜਾਂ 0 ਹੋਊ,
ਇਹ ਸਿੰਗਲ ਜਿਹੜੀ ਇਕੱਲੇ 1 ਜਾਂ 0 ਨੂੰ ਮੈਂ ਬੋਲ ਦਿੰਦਾ ਬਿਟ, ਸਭ ਤੋਂ ਸਮੋਲੈਸਟ ਯੂਨਿਟ ਹੈ ਮੈਮਰੀ ਦਾ। 4 ਬਿਟਸ ਤੋਂ ਮਿਲ ਕੇ ਬਣਦਾ ਇੱਕ ਨਿਬਲ, 8 ਬਿਟਸ ਤੋਂ ਮਿਲ ਕੇ ਬਣਦਾ ਇੱਕ ਬਾਈਟ, 16 ਬਿਟਸ ਤੋਂ ਮਿਲ ਕੇ ਬਣਦਾ ਇੱਕ ਵਰਡ। ਇੰਪੋਰਟੈਂਟ ਜੇ ਪੇਪਰ, ਛੋਟੇ ਛੋਟੇ ਪੇਪਰਾਂ ਦੇ ਵਿੱਚ ਇਹ ਪੁੱਛੇ ਜਾਂਦੇ ਨੇ ਕਿ ਇੱਕ ਨਿਬਲ ਕਿੰਨੇ ਬਿਟਸ ਦੇ ਬਰਾਬਰ ਹੈ, 4 ਬਿਟਸ ਦੇ ਬਰਾਬਰ ਹੈ। ਇੱਕ ਬਾਈਟ ਕਿੰਨੇ ਦੇ ਬਰਾਬਰ ਹੈ, ਇਹ ਸਾਡੇ ਕੋਲੇ ਜੀ 8 ਬਿਟਸ ਦੇ ਬਰਾਬਰ ਹੈ। ਇੱਕ ਵਰਡ 16 ਬਿਟਸ ਦੇ ਬਰਾਬਰ ਹੈ। ਸਾਰਾ ਕੁਝ ਧਿਆਨ 'ਚ ਰੱਖਿਓ। ਹੁਣ ਇਹਦੀ ਇੱਕ ਛੋਟਾ ਜਿਹਾ ਟੇਬਲ, ਇਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਟੇਬਲ ਬਹੁਤ ਇੰਪੋਰਟੈਂਟ ਹੈ। ਇਹ ਸਾਡੇ ਲਈ ਸਮਝਣਾ ਕਾਫੀ ਜ਼ਰੂਰੀ ਹੈ। ਥੋੜਾ ਸਕਰੀਨ 'ਤੇ ਮੈਂ ਵੱਡਾ ਕਰ ਦੇਵਾਂ ਤਾਂ ਕਿ ਵਿਜ਼ੀਬਿਲਿਟੀ ਦੀ ਪ੍ਰੋਬਲਮ ਨਾ ਰਹੇ। ਲਓ ਜੀ, ਦੇਖਦੇ ਹਾਂ ਕੀ ਹੈ। ਜਿਵੇਂ ਦੇਖੋ, ਸਭ ਤੋਂ ਪਹਿਲਾਂ 1 ਕਿਲੋ ਬਾਈਟ, 1 ਕਿਲੋ ਬਾਈਟ ਦੇ ਵਿੱਚ ਕਿੰਨੀਆਂ ਬਾਈਟਸ ਹੁੰਦੀਆਂ ਨੇ? ਹੁਣ ਇੰਨਾ ਤਾਂ ਮੈਨੂੰ ਪਤਾ ਲੱਗ ਗਿਆ, 1 ਬਾਈਟ ਦੇ ਵਿੱਚ ਕਿੰਨੇ ਬਿਟਸ ਨੇ? 8 ਬਿਟਸ ਨੇ, ਠੀਕ ਹੈ। ਹੁਣ 1 ਕਿਲੋ ਬਾਈਟ ਦੇ ਵਿੱਚ ਕਿੰਨੀਆਂ ਬਾਈਟਸ ਹੋਣਗੀਆਂ? ਇਹ ਪੇਪਰ ਅਣਗਿਣਤ ਪੇਪਰਾਂ 'ਚ ਪੁੱਛਿਆ ਗਿਆ ਅਤੇ ਜਵਾਕ ਹਮੇਸ਼ਾ ਮੈਥ ਵਾਲੇ ਚੱਕਰਾਂ 'ਚ ਪੈ ਕੇ ਗਲਤੀ ਕਰ ਜਾਂਦੇ ਨੇ ਵੀ ਕਿਲੋ ਆ ਗਿਆ ਤਾਂ ਕਿਲੋ ਦਾ ਮਤਲਬ 1000 ਹੀ ਹੋਊ, ਕਿਉਂਕਿ 1 ਕਿਲੋ 'ਚ 1000 ਗ੍ਰਾਮ ਹੁੰਦੇ ਨੇ। ਪਰ ਕੰਪਿਊਟਰ 'ਚ ਐਵੇਂ ਨਹੀਂ ਹੁੰਦਾ। ਕੰਪਿਊਟਰ 'ਚ ਇਹ 1000 ਨਹੀਂ ਹੁੰਦੀ, ਇਹ ਹੁੰਦੀ ਹੈ 1024। 2 ਦੀ ਪਾਵਰ 'ਚ ਚੱਲਦੀ ਹੈ, 2 ਦੀ ਪਾਵਰ 10 ਬਾਈਟਸ ਹੁੰਦੀਆਂ ਨੇ। 2 ਦੀ ਪਾਵਰ 10, 2 ਨੂੰ 10 ਵਾਰ ਗੁਣਾ ਕਰੋਗੇ ਤਾਂ 1024 ਹੀ ਆਊਗਾ। ਤਾਂ ਇਹ ਚੀਜ਼ ਯਾਦ ਰੱਖਿਓ, ਉਹ 'ਚ ਕਨਫਿਊਜ਼ ਨਾ ਹੋਇਓ ਕਿਲੋ ਵਾਲੇ ਸਿਸਟਮ ਦੇ ਵਿੱਚ। ਤਾਂ ਕੰਪਿਊਟਰ ਦਾ ਸਿਸਟਮ ਵੱਖਰਾ ਹੈ। 1 ਕਿਲੋ ਬਾਈਟ ਦੇ ਵਿੱਚ 1024 ਬਾਈਟਸ ਜਾਂ 2 ਦੀ ਪਾਵਰ 10 ਬਾਈਟਸ ਤੁਸੀਂ ਕਹਿ ਸਕਦੇ ਹੋ ਹੁੰਦੀਆਂ ਨੇ। ਇਦੋਂ ਬਾਅਦ ਹਾਇਰ ਯੂਨਿਟ ਆਉਂਦਾ ਮੈਗਾਬਾਈਟ। 1 ਮੈਗਾਬਾਈਟ ਦੇ ਵਿੱਚ 1024 ਆਹ ਚੀਜ਼ ਨਾਲ ਰਿਪਲੇਸ ਕਰ ਦਿਓ, ਕਿਲੋ ਬਾਈਟਸ ਹੋਣਗੀਆਂ। ਹੁਣ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਸਕਦੇ ਨੇ ਵੀ 1 ਕਿਲੋ ਬਾਈਟ ਦੇ ਵਿੱਚ, ਠੀਕ ਹੈ, ਕਿੰਨੀਆਂ, ਤੁਸੀਂ ਮੈਨੂੰ ਦੱਸੋ ਕਿੰਨੀਆਂ ਬਾਈਟਸ ਹੋ ਸਕਦੀਆਂ ਨੇ? ਤੁਸੀਂ ਕਹੋਗੇ ਜੀ 2 ਦੀ ਪਾਵਰ 10। ਜੇ ਮੈਂ ਤੁਹਾਨੂੰ ਪੁੱਛਾਂ 1 ਮੈਗਾਬਾਈਟ ਦੇ ਵਿੱਚ ਕਿੰਨੀਆਂ ਬਾਈਟਸ ਹੋਣਗੀਆਂ, ਦੱਸੋ ਮੈਨੂੰ। ਹੁਣ 1 ਮੈਗਾਬਾਈਟਸ ਦੇ ਵਿੱਚ 1024 ਕੀ ਹੁੰਦੇ ਨੇ? ਕਿਲੋ ਬਾਈਟਸ ਹੁੰਦੀਆਂ ਨੇ। ਹੁਣ 1024 ਦਾ ਕੀ ਮਤਲਬ ਹੋ ਗਿਆ? 2 ਦੀ ਪਾਵਰ 10। ਅਤੇ 1 ਕਿਲੋ ਬਾਈਟ 'ਚ ਕਿੰਨੀਆਂ ਬਾਈਟਸ ਹੁੰਦੀਆਂ ਨੇ? 2 ਦੀ 10 ਬਾਈਟਸ ਹੁੰਦੀਆਂ ਨੇ। ਤਾਂ 2 ਦੀ ਪਾਵਰ 10 ਪਲੱਸ 2 ਦੀ ਪਾਵਰ 10 ਮਤਲਬ 2 ਦੀ ਪਾਵਰ 20। ਤਾਂ 2 ਦੀ ਪਾਵਰ 20 ਬਾਈਟਸ ਹੋ ਗਈਆਂ 1 ਮੈਗਾਬਾਈਟ ਦੇ ਵਿੱਚ। ਸਮਝ ਗਏ? ਤਾਂ ਆਹ ਚੀਜ਼ ਦਾ ਧਿਆਨ ਰੱਖਿਓ ਕਿਵੇਂ ਜੁੜਨਗੀਆਂ। ਪੇਪਰ ਪੁੱਛਦਾ ਤੁਹਾਡੇ ਤੋਂ, ਪੇਪਰ ਦੇ ਪੁਰਾਣੇ ਪੇਪਰਾਂ ਦੇ ਸਵਾਲ ਨੇ ਇਹ ਜਿਹੜੇ ਸਿੱਧੇ ਪੁੱਛੇ ਗਏ ਨੇ। ਮਤਲਬ ਬਾਕੀ ਤਾਂ ਇਹਨੂੰ ਯਾਦ ਕਰਨਾ ਸੌਖਾ, ਬਸ ਆਹ ਚੀਜ਼ ਜੇ ਤੁਹਾਨੂੰ ਸੀਕੁਐਂਸ ਯਾਦ ਰਵੇ। ਗੀਗਾਬਾਈਟ ਉਸ ਤੋਂ ਤਕੜਾ ਯੂਨਿਟ ਹੈ। 1 ਗੀਗਾਬਾਈਟ 'ਚ 1024 ਮੈਗਾਬਾਈਟਸ ਹੋਣਗੇ, ਤਾਂ ਮਤਲਬ 2 ਦੀ ਪਾਵਰ 10 ਮੈਗਾਬਾਈਟਸ। ਜੇ ਬਾਈਟਸ ਪੁੱਛੀਆਂ ਜਾਣ 2 ਦੀ ਪਾਵਰ 10 ਹੋਰ, 2 ਦੀ ਪਾਵਰ 10 ਹੋਰ, 2 ਦੀ ਪਾਵਰ 30 ਬਣ ਗਈਆਂ, ਠੀਕ ਹੈ। ਟੈਰਾਬਾਈਟ ਦੇ ਵਿੱਚ 1 ਦੀ ਪਾਵਰ 2 ਦੀ ਪਾਵਰ 10 ਕੀ ਹੋ ਗਈਆਂ? ਗੀਗਾਬਾਈਟਸ ਜਾਂ 1024 ਗੀਗਾਬਾਈਟਸ। ਤਾਂ ਆਹ ਚੀਜ਼, ਟੈਰਾ ਤੋਂ ਬਾਅਦ ਸਾਡੇ ਕੋਲੇ ਪੀਟਾ ਆ ਜਾਂਦਾ, ਪੀਟਾ ਇੱਥੇ ਲੱਗ ਜੂਗਾ। ਫਿਰ ਪੀਟਾ ਐਗਜ਼ਾ ਆਉਂਦਾ, ਐਗਜ਼ਾ 'ਚ ਪੀਟਾ ਇੱਥੇ ਲੱਗ ਜੂ। ਅਤੇ ਜ਼ੀਟਾ ਆਉਂਦਾ, ਜ਼ੀਟਾ ਦੇ ਵਿੱਚ ਐਗਜ਼ਾ ਇੱਥੇ ਲੱਗ ਜੂ। ਅਤੇ ਜ਼ੋਟਾ ਆਉਂਦਾ, ਜ਼ੋਟਾ 'ਚ ਜ਼ੀਟਾ ਇੱਥੇ ਲੱਗ ਜੂ। ਤਾਂ ਹੁਣ ਇਹਨਾਂ ਦਾ ਆਪਸ 'ਚ ਕੋਈ ਵੀ ਰਿਲੇਸ਼ਨ ਪੁੱਛਿਆ ਜਾ ਸਕਦਾ ਕਿ 1 ਟੈਰਾਬਾਈਟ ਦੇ ਵਿੱਚ ਕਿੰਨੇ ਪੀਟਾਬਾਈਟ ਹੋਣਗੇ ਜਾਂ ਇਹਦੇ 'ਚ ਕਿੰਨੇ ਕੀ ਹੋਣਗੇ। ਕੋਈ ਵੀ ਰਿਲੇਸ਼ਨ ਪੁੱਛੀ ਜਾ ਸਕਦੀ ਹੈ ਤੁਹਾਡੇ ਤੋਂ। ਬਸ ਇਹਨੂੰ ਰੱਟ ਲਿਓ। ਮੋਸਟ ਇੰਪੋਰਟੈਂਟ ਟੇਬਲ ਹੈ ਸਾਡੇ ਕੋਲੇ ਪੇਪਰ ਪੁਆਇੰਟ ਆਫ ਵਿਊ ਤੋਂ। ਕੰਸੈਪਟ ਤੁਹਾਨੂੰ ਸਮਝਾਤਾ। ਤੁਹਾਡੇ ਤੋਂ ਡਾਇਰੈਕਟ ਬਾਈਟਸ ਪੁੱਛ ਲੈਣ ਦੇ ਸੌਖਾ ਕੰਮ ਆ। ਪਾਵਰਸ 'ਚ ਪੁੱਛ ਲਿਆ ਤਾਂ ਪਾਵਰਸ 'ਚ ਬਾਈਟਸ ਕੱਢਣੀਆਂ ਜ਼ਰੂਰ ਸਿੱਖ ਲਿਓ ਕਿ ਬਾਈਟਸ ਕਿਵੇਂ ਨਿਕਲਣਗੀਆਂ, ਹੈ ਨਾ। ਉਹ ਇੰਪੋਰਟੈਂਟ ਹੈ ਸਾਡੇ ਲਈ। ਤਾਂ ਟੇਬਲ ਹੀ ਪੂਰਾ ਤੁਹਾਨੂੰ ਯਾਦ ਕਰਨਾ ਪੈਣਾ, ਹੋਰ ਨਹੀਂ ਕੋਈ ਹੀਲਾ ਹੈਗਾ। ਉਮੀਦ ਹੈ ਕਿ ਇਹ ਗੱਲ ਕਲੀਅਰ ਹੋ ਗਈ ਹੋਊਗੀ ਕਿ ਇਹਨੂੰ ਕਿਵੇਂ ਕਰਨਾ ਆਪਾਂ ਨੇ। ਤਾਂ ਅੱਗੇ ਚੱਲਦੇ ਹਾਂ ਮੈਮਰੀਜ਼ ਦੀ ਕਲਾਸੀਫਿਕੇਸ਼ਨ 'ਤੇ। ਮੈਮਰੀਜ਼ ਨੂੰ ਬੇਸਿਕਲੀ ਅਸੀਂ 2 ਹਿੱਸਿਆਂ 'ਚ ਕਲਾਸੀਫਾਈ ਕਰਦੇ ਹਾਂ। ਇੱਕ ਸਾਡੇ ਕੋਲੇ ਮੈਮਰੀ ਜਿਹੜੀ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਹਾਂ ਪ੍ਰਾਇਮਰੀ ਮੈਮਰੀ, ਇੱਕ ਹੁੰਦੀ ਹੈ ਸੈਕੰਡਰੀ ਮੈਮਰੀ। ਪ੍ਰਾਇਮਰੀ ਮੈਮਰੀ ਕਿਹੜੀ ਹੁੰਦੀ ਹੈ? ਪ੍ਰਾਇਮਰੀ ਮੈਮਰੀ ਮੇਰੇ ਕੋਲੇ ਕਿਹੜੀ ਹੁੰਦੀ ਆ, ਆਪਾਂ ਇਹਦੇ 'ਤੇ ਚਰਚਾ ਕਰਦੇ ਹਾਂ। ਪਹਿਲਾਂ ਜਿਹੜੀ ਮੈਮਰੀ ਮਤਲਬ ਕੰਪਿਊਟਰ ਦੀ ਆਪਣੀ ਮੇਨ ਮੈਮਰੀ ਹੋਵੇ, ਕੰਪਿਊਟਰ ਦੇ ਵਿੱਚ ਹੀ ਹੈ, ਜਿਵੇਂ ਰੈਮ ਅਤੇ ਰੋਮ, ਇਹ ਮੇਰੇ ਕੋਲੇ ਪ੍ਰਾਇਮਰੀ ਮੈਮਰੀਜ਼ ਨੇ। ਸੈਕੰਡਰੀ ਮੈਮਰੀ ਦੂਜੀ ਟਾਈਪ ਹੁੰਦੀ ਹੈ। ਸੈਕੰਡਰੀ ਮੈਮਰੀਜ਼ ਉਹ ਹੁੰਦੀਆਂ ਨੇ ਜਿਹੜੀਆਂ ਬਾਹਰੋਂ, ਜਿਵੇਂ ਤੁਸੀਂ ਕੋਈ ਹਾਰਡ ਡਿਸਕ ਅਟੈਚ ਕਰਤੀ, ਪੈਨ ਡਰਾਈਵ ਅਟੈਚ ਕਰਤੀ, ਬਾਹਰੋਂ ਪੈਰੀਫਿਰਲੀ ਐਡ ਕਰਤੀ ਤੁਸੀਂ ਕੋਈ ਚੀਜ਼, ਤਾਂ ਉਹ ਸਾਡੇ ਕੋਲੇ ਸੈਕੰਡਰੀ ਮੈਮਰੀ ਦੀ ਫਾਰਮ ਆ ਗਈ। ਪ੍ਰਾਇਮਰੀ ਮੈਮਰੀ 'ਚ ਸਭ ਤੋਂ ਪਹਿਲੀ ਟਾਈਪ ਆਉਂਦੀ ਹੈ ਰੈਮ,
ਜਿਹਦੀ ਫੁੱਲ ਫਾਰਮ ਹੁੰਦੀ ਆ ਰੈਂਡਮ ਅਸੈਸ ਮੈਮਰੀ। ਸਮਝ ਗਏ? ਹੁਣ ਇੱਕ ਚੀਜ਼ ਦੇਖੋ, ਇਹਦੀਆਂ ਫੀਚਰਸ ਪੜ੍ਹਦੇ ਆ ਬੇਸਿਕਲੀ, ਠੀਕ ਹੈ, ਵੀ ਕੀ ਇਹਦੀਆਂ ਫੀਚਰਸ ਹੁੰਦੀਆਂ ਨੇ। ਸਭ ਤੋਂ ਤਕੜੀ ਇਹਦੀ ਫੀਚਰ ਹੈਗੀ ਹੈ, ਇੱਕ ਤਾਂ ਰੀਡ ਰਾਈਟੇਬਲ ਮੈਮਰੀ ਹੈ, ਤੁਸੀਂ ਇਹਨੂੰ ਚੇਂਜ ਕਰ ਸਕਦੇ ਹੋ, ਠੀਕ ਹੈ, ਕੁਝ ਵੀ ਲਿਖਿਆ, ਕਿਉਂਕਿ ਐਵਰੀ ਟਾਈਮ ਪ੍ਰੋਸੈਸਰ ਨੇ ਜਿਹੜਾ ਕੁਝ ਐਗਜ਼ੀਕਿਊਟ ਕਰਨਾ ਸਿੱਧਾ ਰੈਮ 'ਚ ਆਉਣਾ ਹੈ, ਤਾਂ ਉਹ ਆਟੋਮੈਟਿਕਲੀ ਹਰ ਵਾਰ ਨਵੀਂ ਚੀਜ਼ ਇਹਦੇ ਵਿੱਚ ਆਉਂਦੀ ਆ, ਪੁਰਾਣੀ ਡਿਲੀਟ ਹੋ ਜਾਂਦੀ ਹੈ, ਤਾਂ ਓਬਵੀਅਸ ਜੀ ਗੱਲ ਹੈ, ਜੇ ਤੁਹਾਨੂੰ ਇਹਦਾ ਯੂਜ਼ ਪਤਾ ਤਾਂ ਇਹ ਵੀ ਪਤਾ ਲੱਗ ਜੂ ਕਿ 'ਚ ਰੀਡ ਰਾਈਟ ਹੋ ਸਕਦਾ। ਦੂਜੀ ਗੱਲ ਵੋਲਾਟਾਈਲ ਮੈਮਰੀ ਹੈ, ਮਤਲਬ ਚੇਂਜ ਹੁੰਦੀ ਰਹਿੰਦੀ ਹੈ। ਹੁਣ ਮੈਂ ਤੁਹਾਨੂੰ ਰੋਮ ਸਮਝਾਈ ਸੀ, ਰੋਮ 'ਚ ਦੋ ਚੀਜ਼ਾਂ ਪਾਈਆਂ ਸੀ ਆਪਾਂ ਨੇ, ਇੱਕ ਆਪਾਂ ਗੱਲ ਕਰਦੇ ਹਾਂ ਬਾਇਓਸ, ਦੂਜੀ ਆਪਾਂ ਕੀ ਗੱਲ ਕਰਦੇ ਹਾਂ ਇਹਦੇ ਵਿੱਚ ਕੀ ਹੁੰਦਾ, ਦੂਜਾ ਹੁੰਦਾ ਮੋਨੀਟਰ ਪ੍ਰੋਗਰਾਮ ਰੋਮ ਦੇ ਵਿੱਚ, ਹੈ ਨਾ। ਆਹੀ ਦੋ ਚੀਜ਼ਾਂ ਹੁੰਦੀਆਂ ਨੇ, ਅਤੇ ਇਹ ਮੈਨੂਫੈਕਚਰਰ ਆਪਣੇ ਵੱਲੋਂ ਪਾ ਕੇ ਭੇਜਦਾ, ਅਤੇ ਇਹਨੂੰ ਅਸੀਂ ਕਦੇ ਬਦਲ ਨਹੀਂ ਸਕਦੇ। ਇਸ ਕਰਕੇ ਫਿਰ ਇਹ ਕਿਹੜੀ ਮੈਮਰੀ ਹੋ ਗਈ? ਨਾਨ ਵੋਲਾਟਾਈਲ ਮੈਮਰੀ। ਰੈਮ ਨੂੰ ਬਾਰ-ਬਾਰ ਅਸੀਂ ਬਦਲ ਸਕਦੇ ਹਾਂ, ਇਸ ਕਰਕੇ ਇਹ ਕਿਹੜੀ ਮੈਮਰੀ ਹੈ? ਵੋਲਾਟਾਈਲ ਮੈਮਰੀ ਹੈ। ਤਾਂ ਇਹ ਇਹਨਾਂ ਦੇ ਵਿੱਚ ਫਰਕ ਹੁੰਦਾ। ਅਤੇ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਪਾਵਰ ਆਫ ਕਰ ਦਈਏ, ਹੁਣ ਪਾਵਰ ਆਫ ਕਰਨ ਤੋਂ ਬਾਅਦ ਦੁਬਾਰਾ ਤੁਸੀਂ ਕੰਪਿਊਟਰ ਔਨ ਕਰਦੇ ਹੋ, ਤਾਂ ਬਾਇਓਸ ਤਾਂ ਉੱਥੇ ਹੀ ਰਹਿੰਦਾ, ਕਿਉਂਕਿ ਬਾਇਓਸ ਨੇ ਤਾਂ ਬੂਟਿੰਗ ਕਰਾ ਕੇ ਕੰਪਿਊਟਰ ਔਨ ਕਰਾਉਣਾ, ਉਹ ਤਾਂ ਬਦਲਦਾ ਨਹੀਂ, ਇਹਦਾ ਮਤਲਬ ਰੋਮ ਤਾਂ ਬਦਲਦੀ ਨਹੀਂ। ਪਰ ਰੈਮ ਨਾਲ ਦੀ ਨਾਲ ਆਪਣੇ ਕੰਟੈਂਟ ਲੂਜ਼ ਕਰ ਦਿੰਦੀ ਹੈ, ਜਿਵੇਂ ਹੀ ਤੁਸੀਂ ਸਵਿਚ ਆਫ ਕਰਦੇ ਹੋ ਜਾਂ ਇੰਟਰਪਟ ਕਰਦੇ ਹੋ, ਦੁਬਾਰਾ ਚਲਾਉਂਦੇ ਹੋ। ਤਾਂ ਹੁਣ ਜੇ ਕਨਸੈਪਚੁਅਲੀ ਤੁਹਾਨੂੰ ਗੱਲ ਸਮਝ ਆ ਗਈ, ਤਾਂ ਇਹ ਗੱਲ ਬਾਰ-ਬਾਰ ਰੱਟਾ ਮਾਰਨ ਦੀ ਲੋੜ ਨਹੀਂ ਕਿ ਰੈਮ ਇਜ਼ ਏ ਵੋਲਾਟਾਈਲ ਮੈਮਰੀ, ਰੋਮ ਇਜ਼ ਏ ਨਾਨ ਵੋਲਾਟਾਈਲ ਮੈਮਰੀ, ਕਿਉਂਕਿ ਜਦੋਂ ਬਾਰ-ਬਾਰ ਰੱਟਾ ਮਾਰਦੇ ਆ ਪੇਪਰ 'ਚ ਜਾ ਕੇ ਉੱਥੇ ਯਾਦ ਹੀ ਨਹੀਂ ਰਹਿੰਦਾ ਕਿ ਰੈਮ 'ਤੇ ਵੋਲਾਟਾਈਲ ਲਾਉਣਾ ਕਿ ਰੋਮ 'ਤੇ ਵੋਲਾਟਾਈਲ ਲਾਉਣਾ, ਫਿਰ ਉੱਥੇ ਐਂ ਫਸ ਜਾਂਦੇ ਆ। ਤਾਂ ਜੇ ਕੰਸੈਪਟ ਕਲੀਅਰ ਆ ਯਾਰ ਵੀ ਹਾਂ ਰੋਮ ਦੇ ਵਿੱਚ ਪਿਆ ਕੀ ਹੈ, ਰੋਮ ਦੇ ਵਿੱਚ ਪਿਆ ਹੀ ਆ ਬਾਇਓਸ ਤੇ ਮੋਨੀਟਰ ਪ੍ਰੋਗਰਾਮ ਹੈ, ਉਹ ਤਾਂ ਪੱਕਾ ਠੋਕ ਕੇ ਭੇਜਿਆ ਹੋਇਆ ਤੇ ਮੈਨੂਫੈਕਚਰਰ ਨੇ, ਉਹਨੂੰ ਤਾਂ ਡਿਲੀਟ ਕਰ ਹੀ ਨਹੀਂ ਸਕਦੇ। ਤਾਂ ਫਿਰ ਸਵਿਚ ਆਫ ਕਰੋ ਔਨ ਕਰੋ, ਉਹਨੇ ਤਾਂ ਉੱਥੇ ਹੀ ਰਹਿਣਾ। ਰੈਮ 'ਚ ਜਿਹੜੀ ਵੀ ਚੀਜ਼ ਹੁੰਦੀ ਹੈ ਉਹਦੀ ਉੱਡ ਜਾਂਦੀ ਹੈ, ਉਹ ਜ਼ੀਰੋ ਤੋਂ ਸ਼ੁਰੂ ਹੋ ਜਾਂਦੀ ਹੈ। ਤਾਂ ਇਹ ਰੈਮ ਦੇ ਦੋ ਫੀਚਰ ਬੜੇ ਇੰਪੋਰਟੈਂਟ ਨੇ, ਪੇਪਰ ਪੁੱਛਦਾ ਸਾਡੇ ਤੋਂ। ਅੱਜ ਕੱਲ੍ਹ ਰੈਮ ਗੀਗਾਬਾਈਟ GB 'ਚ ਆਉਂਦੀਆਂ ਨੇ, ਓਬਵੀਅਸ ਜੀ ਗੱਲ ਹੈ, ਪੁੱਛਦੇ ਆ 4 GB ਆ 8 GB ਹੈ, ਕਿੰਨੀ ਰੈਮ ਹੈ, ਕਿਉਂਕਿ ਉਹਨੇ ਸਪੀਡ ਡਿਸਾਈਡ ਕਰਨੀ ਹੈ। ਸਪੀਡ ਤਾਂ ਉਹ ਆਟੋਮੈਟਿਕਲੀ ਡਿਸਾਈਡ ਕਰੂਗੀ, ਕਿਉਂਕਿ ਹਰ ਕੁਛ ਇਹਦੇ ਵਿੱਚ ਆ ਕੇ ਐਗਜ਼ੀਕਿਊਟ ਹੁੰਦਾ ਹੈ। ਜਿੰਨਾ ਜੇ ਹੁਣ ਰੈਮ 4 ਬਿਟ ਦੀ ਹੈ, 4 GB ਦੀ ਹੈ, ਡਾਟਾ ਮੇਰੇ ਕੋਲ 8 GB ਹੈ ਜਿਹੜਾ ਮੈਂ ਪ੍ਰੋਸੈਸ ਕਰਾਉਣਾ, ਤਾਂ ਇਹ 4-4 GB ਕਰਕੇ ਟੋਟਿਆਂ 'ਚ ਆਊ। ਹੁਣ ਇਹੀ ਜੇ ਕੋਈ 8 GB ਵਾਲਾ ਪ੍ਰੋਸੈਸਰ ਹੈ ਰੈਮ ਵਾਲਾ, ਤਾਂ ਉਹਨੇ ਇੱਕ ਝਟਕੇ 'ਚ ਹੀ ਸੋਲਵ ਕਰ ਦੇਣਾ, ਮਤਲਬ ਪ੍ਰੋਸੈਸ ਕਰ ਦੇਣਾ, ਤਾਂ ਉਹਦੀ ਸਪੀਡ ਆਟੋਮੈਟਿਕਲੀ ਵੱਧ ਹੋਈ ਨਾ। ਤਾਂ ਇਹ ਸਪੀਡ ਡਿਸਾਈਡ ਕਰਦੀ ਹੈ ਬੇਸਿਕਲੀ, ਪ੍ਰੋਸੈਸਿੰਗ ਸਪੀਡ ਸਾਡੇ ਕੋਲੇ। ਹੁਣ ਇਹਦੀਆਂ ਅੱਗੇ ਦੋ ਕੈਟਾਗਰੀਆਂ ਹੋ ਸਕਦੀਆਂ ਨੇ, ਇੱਕ ਹੁੰਦੀ ਆ ਡਾਇਨਾਮਿਕ ਰੈਮ, ਇੱਕ ਹੁੰਦੀ ਆ ਸਟੈਟਿਕ ਰੈਮ। ਇਹਨਾਂ ਦੋਨਾਂ 'ਚ ਫਰਕ ਸਮਝਦੇ ਆ, ਇਹ ਵੀ ਪੇਪਰ 'ਚ ਪੁੱਛਿਆ ਜਾਂਦਾ। ਦੇਖੋ ਮੈਮਰੀ ਵਾਲਾ ਚੈਪਟਰ ਕਹਿ ਲਓ ਜਾਂ ਪਾਰਟ ਕਹਿ ਲਓ, ਇਹਦਾ ਹਿੱਸਾ ਕੰਪਿਊਟਰ ਆਰਕੀਟੈਕਚਰ ਦਾ ਬੜਾ ਇੰਪੋਰਟੈਂਟ ਹੈ, ਜੋ ਬੜੇ ਸਵਾਲ ਪੁੱਛੇ ਜਾਂਦੇ ਆ। ਹੁਣ ਸਟੈਟਿਕ ਰੈਮ ਦਾ ਕੀ ਖਾਸੀਅਤ ਹੈ? ਸਟੈਟਿਕ ਰੈਮ ਇੱਕ ਐਕਸਪੈਂਸਿਵ ਮੈਮਰੀ ਹੈ ਅਤੇ ਤੇਜ਼ ਮੈਮਰੀ ਹੈ, ਕਿਉਂਕਿ ਇਹ ਫਲਿੱਪ ਫਲੌਪਸ ਤੋਂ ਮਿਲ ਕੇ ਬਣੀ ਹੁੰਦੀ ਹੈ। ਇਹ 'ਚ ਡਾਟਾ ਜਿਹੜਾ ਸਟੋਰ ਹੁੰਦਾ, ਅਤੇ ਇਹਨੂੰ ਕੋਈ ਰੀਫਰੈਸ਼ ਕਰਨ ਦੀ ਲੋੜ ਨਹੀਂ ਪੈਂਦੀ। ਵੋਲਾਟਾਈਲ ਮੈਮਰੀ ਹੈ, ਠੀਕ ਹੈ, ਡਾਇਨਾਮਿਕ ਰੈਮ ਦੇ ਕੰਪੈਰੇਟਿਵਲੀ ਈਜ਼ੀ ਹੈ। ਅਤੇ ਹੋਰ ਮੈਂ ਗੱਲ ਕਰਾਂ, ਅੱਗੇ ਚੱਲਦੇ ਹਾਂ, ਇਹ ਤੋਂ ਬਾਅਦ ਮੈਂ ਡਿਫਰੈਂਸ ਸਮਝਾਉਣਾ, ਦੋਨਾਂ ਦੇ ਡਿਫਰੈਂਸ ਵੀ ਆਉਣਗੇ। ਪਹਿਲਾਂ ਮੋਟਾ ਮੋਟਾ ਇਹਨਾਂ ਬਾਰੇ ਪੜ੍ਹ ਲੈਂਦੇ ਹਾਂ। ਇਹਦੇ ਬਾਰੇ ਕੀ ਪੜ੍ਹਿਆ? ਬਣੀ ਕਿਹਦੇ ਤੋਂ ਮਿਲ ਕੇ ਹੋਈ ਹੈ? ਫਲਿੱਪ ਫਲੌਪਸ ਤੋਂ। ਹੁਣ ਤੁਸੀਂ ਕਹੋਗੇ ਇਹ ਕੀ ਚੀਜ਼ ਹੈ ਜੀ? ਫਲਿੱਪ ਫਲੌਪ ਇੱਕ ਮੈਮਰੀ ਐਲੀਮੈਂਟ ਹੁੰਦਾ ਹੈ, ਮੈਮਰੀ ਐਲੀਮੈਂਟ, ਜਿਹੜਾ ਕਿ 1 ਬਿੱਟ ਸਟੋਰ ਕਰ ਸਕਦਾ ਹੈ। 1 ਬਿੱਟ ਸਟੋਰ, ਜਿਵੇਂ ਹੁਣ ਤੱਕ ਪੈਨ ਡਰਾਈਵ ਰਜਿਸਟਰ ਆਪਾਂ ਪੜ੍ਹੇ ਨੇ, ਉਹ ਵੀ ਤਾਂ ਮੈਮਰੀ ਐਲੀਮੈਂਟ ਸੀ ਡਾਟਾ ਸਟੋਰ ਕਰਨ ਲਈ, ਇਹ ਵੀ ਡਾਟਾ ਹੀ ਸਟੋਰ ਕਰਦਾ ਹੈ, ਪਰ ਇਹ 1 ਬਿੱਟ ਕਰ ਸਕਦਾ, ਜਾਂ 1 ਸਟੋਰ ਕਰੂ ਜਾਂ 0, 1 ਬਿੱਟ ਹੀ ਇਹਦੇ 'ਚ ਸਟੋਰ ਹੋ ਸਕਦੀ ਹੈ। ਇਹਦੀ ਇਹ ਖਾਸੀਅਤ ਹੁੰਦੀ ਹੈ। ਤਾਂ ਇਹਨਾਂ ਤੋਂ ਮਿਲ ਕੇ ਬਣਿਆ ਹੁੰਦਾ, ਅਤੇ ਇਹਨਾਂ ਨੂੰ ਕੋਈ ਵਾਰ-ਵਾਰ ਰੀਫਰੈਸ਼ ਕਰਨ ਦੀ ਲੋੜ ਨਹੀਂ ਹੈਗੀ ਵੀ ਦੁਬਾਰਾ ਚਲਾਉਣ ਦੀ। ਤਾਂ ਇਹਦੀ ਖਾਸੀਅਤ ਹੈ ਇਸ ਮੈਮਰੀ ਦੀ। ਅਤੇ ਜੇ ਮੈਂ ਗੱਲ ਕਰਾਂ ਡਾਇਨਾਮਿਕ ਰੈਮ, ਡਾਇਨਾਮਿਕ ਰੈਮ ਕਪੈਸਿਟਰ ਤੋਂ ਮਿਲ ਕੇ ਬਣਦੀ ਹੈ, ਅਤੇ ਜਿਹੜੀ ਵੀ ਚੀਜ਼ ਕਪੈਸਿਟਰ ਤੋਂ ਮਿਲ ਕੇ ਬਣੀ ਹੈ ਉਹਦੇ 'ਚ ਚਾਰਜ ਸਟੋਰ ਹੋਊਗਾ, ਅਤੇ ਉਹਨੂੰ ਵਾਰ-ਵਾਰ ਰਿਫਰੈਸ਼ਮੈਂਟ ਦੀ ਲੋੜ ਪਊਗੀ ਹੀ ਪਊਗੀ। ਕਿਉਂਕਿ ਹੁੰਦਾ ਕੀ ਹੈ, ਇੱਕ ਵਾਰ ਕਪੈਸਿਟਰ ਹੈ ਫੁੱਲੀ ਚਾਰਜ ਹੁੰਦਾ, ਫਿਰ ਉਹ ਜਦੋਂ ਕੰਮ ਕਰਦਾ ਡਿਸਚਾਰਜ ਹੁੰਦਾ 0 'ਤੇ ਆ ਜਾਂਦਾ, ਫਿਰ ਉਹਨੂੰ ਰੀਫਰੈਸ਼ ਕਰੋ, ਫਿਰ ਪੂਰਾ ਚਾਰਜ ਹੋਵੇ, ਫਿਰ ਡਿਸਚਾਰਜ ਹੋ ਕੇ ਫੰਕਸ਼ਨ ਕਰੂਗਾ, ਫਿਰ ਰੀਫਰੈਸ਼ ਕਰੋ, ਬਾਰ-ਬਾਰ ਰੀਫਰੈਸ਼ਮੈਂਟ ਮੰਗਦਾ ਹੈ। ਤਾਂ ਇੱਥੋਂ ਤੁਹਾਨੂੰ ਸਮਝ ਲੱਗ ਸਕਦੀ ਹੈ ਕਿ ਜੇ ਡਾਇਨਾਮਿਕ ਰੈਮ, ਕਿਉਂਕਿ ਬਣੀ ਕਿਹਦੀ ਹੋਈ ਹੈ, ਇਹ ਬਣੀ ਉਹ ਕਪੈਸਿਟਰਸ ਤੋਂ ਮਿਲ ਕੇ ਹੈ, ਤਾਂ ਇਸ ਕਰਕੇ ਇਹਨੂੰ ਬਾਰ-ਬਾਰ ਰੀਫਰੈਸ਼ਮੈਂਟ ਕਰਨ ਦੀ ਲੋੜ ਪੈਂਦੀ ਹੈ। ਛੋਟੀ ਹੁੰਦੀ ਹੈ, ਸਸਤੀ ਹੁੰਦੀ ਹੈ, ਅਤੇ ਸਲੋਅਰ ਹੁੰਦੀ ਹੈ ਐਜ਼ ਕੰਪੇਅਰ ਟੂ ਸਟੈਟਿਕ ਦੇ।
ਤੇ ਦੂਜਾ ਇਹਦਾ ਕਾਰਨ ਆ ਲਿਖਿਆ ਹੀ ਹੈ, ਰੀਫਰੈਸ਼ ਆਪਰੇਸ਼ਨ ਵੀ ਬਹੁਤ ਸਾਰਾ ਟਾਈਮ ਲੈਂਦਾ ਹੈ, ਤਾਂ ਕਰਕੇ ਸਾਈਕਲਸ ਵੀ ਲੈਂਦਾ CPU ਦੇ ਕਰਨ ਲਈ, ਇਸ ਕਰਕੇ ਮੈਮਰੀ ਸਲੋ ਹੋ ਜਾਂਦੀ ਹੈ। ਕਿਉਂਕਿ ਕਪੈਸਿਟਰ ਟੈਂਡਸ ਟੂ ਲੂਜ਼ ਚਾਰਜ ਓਵਰ ਅ ਪੀਰੀਅਡ ਆਫ ਟਾਈਮ ਵਿਚ ਨੀਡਸ ਟੂ ਬੀ ਰੀਫਰੈਸ਼ ਅਗੇਨ ਐਂਡ ਅਗੇਨ, ਕਿਉਂਕਿ ਚਾਰਜ ਡਿਸਚਾਰਜ ਵਾਰ-ਵਾਰ ਹੁੰਦਾ ਹੈ, ਇਸ ਕਰਕੇ ਉਹਨੂੰ ਵਾਰ-ਵਾਰ ਰੀਫਰੈਸ਼ ਕਰਨ ਦੀ ਲੋੜ ਪੈਂਦੀ ਹੈ, ਤਾਂ ਹੀ ਇਹ ਮੈਮਰੀ ਵਾਰ-ਵਾਰ ਰੀਫਰੈਸ਼ ਕਰਨ ਦੀ ਲੋੜ ਪੈਂਦੀ ਹੈ। ਹੁਣ ਜਿਹੜੀ ਸਟੈਟਿਕ ਰੈਮ ਹੈ ਉਹ ਅੱਗੇ ਕਈ ਤਰ੍ਹਾਂ ਦੀ ਆਉਂਦੀ ਹੈ, ਠੀਕ ਹੈ, ਜਾਂ ਆਪਾਂ ਡਾਇਨੇਮਿਕ ਰੈਮ ਦੀ ਗੱਲ ਕਰ ਲਈਏ, ਸੌਰੀ ਡੀ ਰੈਮ ਹੈ, ਉਹ ਕਈ ਤਰ੍ਹਾਂ ਦੀ ਆਉਂਦੀ ਹੈ ਸਾਡੇ ਕੋਲੇ। ਜਿਵੇਂ ਇੱਕ ਆ ਗਈ ਸਿੰਕਰੋਨਸ ਡਾਇਨਾਮਿਕ ਰੈਮ, SDR ਰੈਮ ਕਹਿੰਦੇ ਨੇ ਅੱਜ ਕੱਲ੍ਹ ਜਿਹੜੀਆਂ ਵਰਤੀਆਂ ਜਾਂਦੀਆਂ। ਇੱਕ DDR ਰੈਮ ਆਉਂਦੀ ਹੈ, DDR3, DDR2। DDR ਦਾ ਮਤਲਬ ਕੀ ਹੈ ਸਾਡੇ ਕੋਲੇ, ਠੀਕ ਹੈ, ਇਹਨਾਂ ਦੀ ਸਪੀਡ ਦਾ ਫਰਕ ਹੈ, ਮਤਲਬ ਜਿੰਨੀ ਤੁਸੀਂ DDR3, 2 ਵਰਤੀ ਜਾਓਗੇ ਸਪੀਡ ਦਾ ਫਰਕ ਪਊਗਾ, ਜਿਹਨੂੰ ਅਸੀਂ ਕਹਿੰਦੇ ਨੇ ਡਾਟਾ ਰੇਟ। ਡਾਟਾ ਰੇਟ ਦਾ ਮਤਲਬ ਹੁੰਦਾ ਨੰਬਰ ਆਫ ਬਿਟਸ ਟਰਾਂਸਮਿਟਡ ਪਰ ਸੈਕਿੰਡ। ਇੱਕ ਸੈਕਿੰਡ ਦੇ ਵਿੱਚ ਕਿੰਨੀਆਂ ਨੰਬਰ ਆਫ ਬਿਟਸ ਟਰਾਂਸਮਿਟ ਕੀਤੀਆਂ ਗਈਆਂ, ਉਹ ਡਾਟਾ ਰੇਟ ਨੂੰ ਡਿਸਾਈਡ ਕਰਦਾ ਹੈ। ਅਤੇ ਜੇ ਮੈਂ ਗੱਲ ਕਰਾਂ ਮਤਲਬ ਡਬਲ ਡਾਟਾ ਰੇਟ ਦਾ ਮਤਲਬ ਕੀ ਹੈ, ਹੁਣ ਜਿਵੇਂ ਇੱਥੋਂ ਤੁਸੀਂ ਆਹ ਮੈਮਰੀ ਹੈ, ਇਹ ਮੈਮਰੀ ਦੇ ਵਿੱਚੋਂ ਤੁਸੀਂ ਪ੍ਰੋਸੈਸਰ ਨੂੰ ਡਾਟਾ ਭੇਜ ਰਹੇ ਹੋ। ਜੇ ਤਾਂ ਤੁਹਾਡਾ ਡਾਟਾ ਰੇਟ ਹੈਗਾ, ਮਤਲਬ ਪਹਿਲਾਂ ਤਾਂ ਤੁਸੀਂ ਭੇਜ ਰਹੇ ਸੀ 4 ਬਿਟਸ, ਜੇ ਉਸ ਤੋਂ ਡਬਲ ਡਾਟਾ ਰੇਟ ਵਾਲੀ ਮੈਮਰੀ ਲੈ ਲਈ ਤਾਂ ਉਹ ਡਬਲ 8 ਬਿਟਸ ਇੱਕ ਟਾਈਮ 'ਤੇ ਭੇਜ ਸਕਦੀ ਹੈ। DDR3 ਲੈ ਰਹੀ ਹੋ ਸਕਦੀ ਹੈ 4 ਗੁਣਾ 3 12 ਬਿਟਸ ਨੂੰ ਇੱਕ ਟਾਈਮ 'ਤੇ ਭੇਜ ਦੇਵੇ, ਮਤਲਬ ਫਿਰ ਇਹਦੇ ਨਾਲ ਸਪੀਡ ਵਧੀ ਜਾ ਰਹੀ ਹੈ ਨਾ, ਜਿੰਨੀਆਂ ਵੱਧ ਜਾਣਗੀਆਂ ਉਨੀਆਂ ਛੇਤੀ ਪ੍ਰੋਸੈਸ ਹੋ ਕੇ ਨਿਕਲਣਗੀਆਂ। ਤਾਂ ਆਹੀ ਹੁੰਦਾ, ਮੈਮਰੀ ਦੀ ਸਪੀਡ ਡਿਸਾਈਡ ਕਰਦੀ ਹੈ ਕਿ DDR ਫਾਰਮ, ਕਿ ਉਹ ਡਬਲ ਡਾਟਾ ਰੇਟ ਹੈ, ਠੀਕ ਹੈ, ਡਬਲ ਡਾਟਾ ਰੇਟ ਹੈ ਜਾਂ ਕਿੰਨੇ ਡਾਟਾ ਰੇਟ ਹੈ, ਠੀਕ ਹੈ, DDR3 ਹੈ, 4 ਹੈ, ਤਾਂ ਓਬਵੀਅਸਲੀ ਇਹ ਸਪੀਡ 'ਤੇ ਫਰਕ ਪਊਗਾ, ਹੋਰ ਇਹਦੀ ਕੋਈ ਕਹਾਣੀ ਨਹੀਂ ਇੱਥੇ। ਡਿਫਰੈਂਸ ਸਮਝੋ, ਡਿਫਰੈਂਸ ਪੇਪਰ ਪੁੱਛਦਾ ਹੈ। ਸਟੈਟਿਕ ਰੈਮ ਜਿਹੜੀ ਹੈਗੀ ਹੈ ਮੇਰੇ ਕੋਲੇ, ਠੀਕ ਹੈ, ਟਰਾਂਜਿਸਟਰ ਤੋਂ ਮਿਲ ਕੇ ਬਣੀ ਹੁੰਦੀ ਹੈ। ਡਾਇਨੇਮਿਕ ਰੈਮ ਕਪੈਸਿਟਰਸ ਤੋਂ ਜਾਂ ਟਰਾਂਜਿਸਟਰ ਤੋਂ ਜਾਂ ਫਿਰ ਫਲਿਪ ਫਲੌਪਸ ਤੋਂ ਕਹਿ ਲਓ, ਫਲਿਪ ਫਲੌਪਸ ਤੋਂ ਵੀ ਬਣਦੀ ਹੈ, ਇਹ ਦੋਨੋਂ ਗੱਲਾਂ ਲਿਖ ਸਕਦੇ ਹੋ। ਤਾਂ ਇਹ ਕਪੈਸਿਟਰਸ ਤੋਂ ਮਿਲ ਕੇ ਬਣੀ ਹੁੰਦੀ ਹੈ। ਇਹਨੂੰ ਕੋਈ ਰਿਫਰੈਸ਼ਮੈਂਟ ਦੀ ਲੋੜ ਨਹੀਂ, ਕਿਉਂਕਿ ਇਹਨੂੰ ਕਪੈਸਿਟਰ ਹੈ, ਬਾਰ-ਬਾਰ ਚਾਰਜ ਡਿਸਚਾਰਜ ਹੋਊ, ਰੀਫਰੈਸ਼ਮੈਂਟ ਦੀ ਲੋੜ ਪੈਂਦੀ ਹੈ। ਇਹਦੀ ਸਟਰਕਚਰ ਥੋੜ੍ਹੀ ਜਿਹੀ ਕੰਪਲੈਕਸ ਹੁੰਦੀ ਹੈ, ਬਣਾਉਣੀ ਔਖੀ ਹੈ। ਇਹ ਬਿਲਕੁਲ ਸੌਖੀ ਹੈ ਬਣਾਉਣੀ। ਇਹ ਮਹਿੰਗੀ ਹੈ ਕਿਉਂਕਿ ਸਪੀਡ ਇਹਦੀ ਬਹੁਤ ਤੇਜ਼ ਹੁੰਦੀ ਹੈ। ਇਹ ਸਸਤੀ ਹੈ ਅਤੇ ਸਪੀਡ ਸਲੋ ਹੁੰਦੀ ਹੈ, ਠੀਕ ਹੈ। ਇਹਨੂੰ ਵਰਤਦੇ ਹਾਂ ਅਸੀਂ ਕੈਸ਼ੇ ਮੈਮਰੀ ਦੇ ਵਿੱਚ, ਇਹਨੂੰ ਵਰਤਿਆ ਜਾਂਦਾ ਮੇਨ ਮੈਮਰੀ ਦੇ ਤੌਰ 'ਤੇ। ਹੁਣ ਕੈਸ਼ੇ ਮੈਮਰੀ ਕੀ ਹੁੰਦਾ ਜਾਂ ਕੈਸ਼ ਮੈਮਰੀ ਕੀ ਹੁੰਦਾ, ਇਹਨੂੰ ਆਪਾਂ ਪੜ੍ਹਦੇ ਹਾਂ ਅਗਲੀ ਸਲਾਈਡ 'ਚ, ਕਿਤੇ ਨਾ ਕਿਤੇ ਆ ਜਾਊ ਕੈਸ਼ੇ ਮੈਮਰੀ। ਤਾਂ ਕੈਸ਼ੇ ਮੈਮਰੀ ਬਸ ਇੰਨਾ ਕੁ ਹੁੰਦਾ ਕਿ ਬਹੁਤ ਸਪੀਡ ਵਾਲੀ ਮੈਮਰੀ ਹੁੰਦੀ ਹੈ, ਫਾਸਟ ਮੈਮਰੀ ਹੁੰਦੀ ਹੈ। ਤਾਂ ਫਾਸਟ ਮੈਮਰੀ ਦੇ ਤੌਰ 'ਤੇ ਯੂਜ਼ ਕਰਵਾਉਣਾ ਹੈ ਤਾਂ ਸਟੈਟਿਕ ਰੈਮ ਯੂਜ਼ ਹੁੰਦੀ ਹੈ। ਆਮ ਤੌਰ 'ਤੇ ਮੇਨ ਮੈਮਰੀ ਦੇ ਤੌਰ 'ਤੇ ਜਿਹੜੀ ਰੈਮ ਅਸੀਂ ਸਾਡੇ ਕੰਪਿਊਟਰਾਂ 'ਚ ਵਰਤਦੇ ਹਾਂ ਉਹ ਡੀ ਰੈਮ ਹੀ ਵਰਤਦੇ ਹਾਂ, ਡਾਇਨਾਮਿਕ ਰੈਮ ਹੀ ਵਰਤਦੇ ਹਾਂ, ਕਿਉਂਕਿ ਉਹਦੇ 'ਚ ਐਡੀ ਸਪੀਡ ਦੀ ਕਹਾਣੀ ਨਹੀਂ ਹੁੰਦੀ। ਹੁਣ ਰੋਮ 'ਤੇ ਚੱਲਦੇ ਹਾਂ। ਰੋਮ ਦੀ ਕਹਾਣੀ ਕੀ ਹੈ? ਰੀਡ ਓਨਲੀ ਮੈਮਰੀ, ਸਿਰਫ ਰੀਡ ਕਰ ਸਕਦੇ ਹਾਂ, ਇਹ 'ਚ ਕੁਛ ਚੇਂਜ ਨਹੀਂ ਕੀਤਾ ਜਾ ਸਕਦਾ। ਨੋਨ ਵੋਲੇਟਾਈਲ ਮੈਮਰੀ ਹੁੰਦੀ ਹੈ, ਪਾਵਰ ਸਵਿਚ ਆਫ ਊਫ ਕਰੋ, ਠੀਕ ਹੈ, ਡਾਟਾ ਡੂਟਾ ਕੋਈ ਲੋਸ ਨਹੀਂ ਹੁੰਦਾ, ਇਹਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਨਾਲ। ਇੱਕ ਵਾਰ ਜਿਹੜੀ ਚੀਜ਼ ਲਿਖਤੀ ਉਹਨੂੰ ਆਲਟਰ ਨਹੀਂ ਕੀਤਾ ਜਾ ਸਕਦਾ, ਬਹੁਤ ਔਖਾ ਆਲਟਰ ਕਰਨਾ, ਚੇਂਜ ਕਰਨਾ। ਇਸੇ ਦੱਸੂਗਾ ਚੇਂਜ ਵੀ ਹੋ ਜਾਂਦੀ ਹੈ, ਐਡੀ ਗੱਲ ਨਹੀਂ ਹੈਗੀ, ਕੀਤੀ ਜਾ ਸਕਦੀ ਹੈ ਪਰ ਔਖੀ ਹੈ। ਰੋਮ ਸਲੋਅਰ ਹੁੰਦੀਆਂ ਨੇ ਰੈਮ ਦੇ ਕੰਪੈਰੇਟਿਵਲੀ, ਇਹ ਤਾਂ ਮੰਨਿਆ ਗਿਆ। ਰੋਮ ਦੀਆਂ ਬਹੁਤ ਸਾਰੀਆਂ ਟਾਈਪਸ ਆਉਂਦੀਆਂ, ਪੀ ਰੋਮ ਇੱਕ ਹੈ, ਈਪੀ ਰੋਮ ਇੱਕ ਹੈ, ਈਪੀ ਰੋਮ ਇੱਕ ਹੈ, ਇਹਨਾਂ ਨੂੰ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆ ਗਿਆ ਪੀ ਰੋਮ, ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਉਹ ਮੈਮਰੀ ਵਿਚ ਕੈਨ ਬੀ ਪ੍ਰੋਗਰਾਮਡ ਈਵਨ ਆਫਟਰ ਇਟਸ ਮੈਨੂਫੈਕਚਰਿੰਗ ਯੂਜ਼ਿੰਗ ਏ ਪੀ ਰੋਮ ਪ੍ਰੋਗਰਾਮਰ ਸਰਕਿਟ। ਮਤਲਬ ਇਹਨੂੰ ਚੇਂਜ ਕੀਤਾ ਜਾ ਸਕਦਾ ਪ੍ਰੋਗਰਾਮਿੰਗ ਦੇ ਥਰੂ। ਆਮ ਬੰਦੇ ਦੀ ਗੱਲ ਨਹੀਂ, ਸਾਡੇ ਵਰਗੇ ਦੀ ਉਹ ਨਹੀਂ ਹੈਗਾ ਕਿ ਅਸੀਂ ਚੇਂਜ ਕਰ ਦਾਂਗੇ, ਪਰ ਇਹ ਪ੍ਰੋਗਰਾਮੇਬਲ ਹੁੰਦੀ ਹੈ। ਮਤਲਬ ਇਸ ਮੈਮਰੀ ਨੂੰ ਤੁਸੀਂ ਚੇਂਜ ਕਰ ਸਕਦੇ ਹੁੰਦੇ ਹੋ, ਪਰ ਕਿਸੇ ਪ੍ਰੋਗਰਾਮ ਦੇ ਥਰੂ, ਇੱਕ ਪ੍ਰੋਗਰਾਮਰ ਸਰਕਟ ਬਣਿਆ ਹੁੰਦਾ, ਉਹ ਚੇਂਜ ਕਰੋਗੇ ਤਾਂ ਇਹਦੇ ਵਿੱਚ ਤੁਸੀਂ ਜੋ ਇਨਫੋਰਮੇਸ਼ਨ ਆ ਉਹਨੂੰ ਅਲਟਰ ਕਰ ਸਕਦੇ ਹੋ। ਅਗਲੀ ਦੂਜੀ ਹੋ ਗਈ ਇਰੇਜ਼ੇਬਲ, ਪਰ ਸੌਖੇ ਤਰੀਕੇ ਨਾਲ ਨਹੀਂ ਕੋਈ ਇੰਜੀਨੀਅਰ ਹੀ ਕਰ ਪਾਊਗਾ। ਅਤੇ ਸਾਡੇ ਕੋਲ ਜਿਹੜੀ ਕੰਪਿਊਟਰ 'ਚ ਲੱਗੀ ਆਉਂਦੀ ਹੈ ਉਹ ਆਹੀ ਹੁੰਦੀ ਹੈ, ਪੀ ਰੋਮ ਹੀ ਹੁੰਦੀ ਹੈ, ਤਾਂ ਕਿ ਪ੍ਰੋਗਰਾਮੇਬਲ ਤਰੀਕੇ ਨਾਲ ਹੀ ਚੇਂਜ ਕੀਤੀ ਜਾਵੇ। ਅਤੇ ਸਾਨੂੰ ਆਮ ਬੰਦੇ ਨੂੰ ਤਾਂ ਕਿਸੇ ਨੂੰ ਕਿੱਥੇ ਉਹ ਪ੍ਰੋਗਰਾਮਿੰਗ ਆਉਂਦੀ ਹੈ, ਤੁਸੀਂ ਕਿਵੇਂ ਚੇਂਜ ਕਰ ਲਓਗੇ। ਤਾਂ ਕਰਕੇ ਇਹ ਸਾਡੇ ਲਈ ਤਾਂ ਇੱਕ ਤਰ੍ਹਾਂ ਦੀ ਫਿਕਸਡ ਮੈਮਰੀ ਹੁੰਦੀ ਹੈ। ਕਹਿੰਦੇ ਹਾਂ ਅਸੀਂ ਕਿ ਹੁੰਦੀ ਨਹੀਂ ਫਿਕਸਡ, ਪਰ ਕਹਿਣ 'ਚ ਫਿਕਸਡ ਆ ਜਾਂਦੀ ਹੈ ਵੀ ਫਿਕਸਡ ਮੈਮਰੀ ਹੋਈ, ਅਸੀਂ ਬਦਲ ਨਹੀਂ ਸਕਦੇ ਹੈਗੇ, ਠੀਕ ਹੈ, ਪਰ ਬਦਲੀ ਤਾਂ ਜਾ ਸਕਦੀ ਹੈ। ਹਰ ਚੀਜ਼ ਦਾ ਤੋੜ ਹੈਗਾ, ਕਿਹੜੀ ਚੀਜ਼ ਦਾ ਤੋੜ ਨਹੀਂ ਹੁੰਦਾ। ਦੂਜੀ ਹੈਗੀ ਹੈ ਇਰੇਜ਼ੇਬਲ ਪ੍ਰੋਗਰਾਮੇਬਲ ਮੈਮਰੀ। ਇਸ ਮੈਮਰੀ ਨੂੰ ਕਿਵੇਂ ਇਰੇਜ਼ ਕੀਤਾ ਜਾ ਸਕਦਾ?
ਇਸ ਮੈਮਰੀ ਨੂੰ ਅਰੇਜ਼ ਕੀਤਾ ਜਾਂਦਾ ਗਾ ਬੇਸਿਕਲੀ, ਸੌਰੀ, ਇਹਨੂੰ ਅਰੇਜ਼ ਕੀਤਾ ਜਾਂਦਾ ਗਾ ਯੂਜ਼ਿੰਗ ਯੂਵੀ ਰੇਜ਼, ਅਲਟਰਾਵਾਇਲਟ ਰੇਜ਼। ਮਤਲਬ ਡਾਟਾ ਜੇ ਚੋਂ ਅਰੇਜ਼ ਕਰਨਾ ਉਹ ਤਾਂ ਯੂਵੀ ਰੇਜ਼ ਮਾਰਨੀਆਂ ਪੈਣਗੀਆਂ, ਯੂਵੀ ਰੇਜ਼ ਨੇ ਉਹਨੂੰ ਉਡਾ ਦੇਣਾ। ਅਤੇ ਜਿਵੇਂ ਹੀ ਈਪੀਰੋਮ ਕਹਿੰਦਾ ਇਹ ਉਦੋਂ ਬਾਅਦ ਕੀ ਹੁੰਦਾ ਕਿ ਨਾਰਮਲ ਫਿਰ ਖਾਲੀ ਹੋ ਜੂਗੀ ਸਾਰੀ, ਫਿਰ ਜੋ ਮਰਜ਼ੀ ਭਰ ਲਓ ਇਹਦੇ ਵਿੱਚ ਉਦੋਂ ਬਾਅਦ, ਜਦੋਂ ਤੁਸੀਂ ਨੇ ਯੂਵੀ ਰੇਜ਼ ਨਾਲ ਉਡਾਤਾ। ਤਾਂ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ ਜਿਹੜੀ ਹੈਗੀ ਆ ਰੀਡ ਓਨਲੀ ਮੈਮਰੀ ਆ, ਇਹਦੇ 'ਚ ਡਾਟਾ ਅਰੇਜ਼ ਕੀਤਾ ਜਾਂਦਾ ਵਿਦ ਦੀ ਹੈਲਪ ਆਫ ਯੂਵੀ ਰੇਜ਼, ਗੱਲ ਯਾਦ ਰੱਖਿਓ। ਤੀਜੀ ਆ ਗਈ ਇਲੈਕਟ੍ਰੀਕਲੀ ਇਰੇਜ਼ੇਬਲ। ਇਹ ਤਾਂ ਤੁਸੀਂ ਰੋਜ਼ ਹੀ ਵਰਤਦੇ ਹੋ, ਜਿਵੇਂ ਪੈਨ ਡਰਾਈਵ ਵਰਤਦੇ ਹੋ। ਹੁਣ ਪੈਨ ਡਰਾਈਵ ਦੇ ਵਿੱਚ ਡਾਟਾ ਪਾਤਾ, ਡਿਲੀਟ ਕਰਤਾ, ਤੁਸੀਂ ਸਭ ਕੁਛ ਤਾਂ ਕਰਦੇ ਹੋ। ਤਾਂ ਉਹ ਕਿਵੇਂ ਕਰਦੇ ਹੋ? ਤੁਸੀਂ ਡਿਲੀਟ ਕਰਤਾ, ਉਹ ਇਲੈਕਟ੍ਰੀਕਲੀ ਹੋ ਰਿਹਾ, ਉਹ ਜੋ ਤੁਹਾਡਾ ਕੰਪਿਊਟਰ ਕਰ ਰਿਹਾ ਉਸ ਚੀਜ਼ ਨੂੰ ਇਲੈਕਟ੍ਰੀਕਲੀ ਅਰੇਜ਼ ਕਰ ਰਿਹਾ। ਤਾਂ ਜਿੱਥੇ ਆਹ ਚੀਜ਼ ਅਪਲਾਈ ਹੋ ਸਕਦੀ ਹੋਵੇ ਉਹਨਾਂ ਨੂੰ ਇਲੈਕਟ੍ਰੀਕਲੀ ਅਰੇਜ਼ੇਬਲ ਕਹਿੰਦੇ ਆ। ਅਤੇ ਈ ਪੀ ਰੋਮ, ਫਲੈਸ਼ ਮੈਮਰੀ ਜਿਵੇਂ ਪੈਨ ਡਰਾਈਵ ਆ ਗਈ, ਇਹਦੀ ਸਭ ਤੋਂ ਤਕੜੀ ਐਗਜ਼ਾਮਪਲ ਹੈ। ਠੀਕ ਹੈ, ਈ ਪੀ ਰੋਮ ਦੀ ਫਲੈਸ਼ ਮੈਮਰੀ ਤੁਹਾਡੀ ਸਭ ਤੋਂ ਤਕੜੀ ਐਗਜ਼ਾਮਪਲ ਹੈ, ਜਿਵੇਂ ਪੈਨ ਡਰਾਈਵ ਹੋ ਗਈ ਤੁਹਾਡੀ। ਠੀਕ ਹੈ, ਇਹ ਇਸ ਕੈਟਾਗਰੀ ਦੇ ਵਿੱਚ ਆ ਗਈਆਂ। ਤਾਂ ਉਮੀਦ ਹੈ ਕਿ ਕਲੀਅਰ ਹੋ ਗਿਆ ਹੋਊਗਾ। ਅੱਗੇ ਸਾਡੇ ਕੋਲ ਆ ਜਾਂਦੀ ਹੈ ਕੈਚੇ ਮੈਮਰੀ। ਠੀਕ ਹੈ, ਜਾਂ ਕੈਸ਼ ਮੈਮਰੀ ਬੋਲਦੇ ਹਾਂ। ਇਹ ਇੱਕ ਸਪੈਸ਼ਲ ਹਾਈ ਸਪੀਡ ਮੈਮਰੀ ਹੈ। ਠੀਕ ਹੈ, ਇਹ ਸਟੈਟਿਕ ਰੈਮਸ ਤੋਂ ਮਿਲ ਕੇ ਬਣੀ ਹੁੰਦੀ ਹੈ। ਪਿੱਛੇ ਆਪਾਂ ਪੜ੍ਹ ਚੁੱਕੇ ਹਾਂ ਸਟੈਟਿਕ ਰੈਮ ਦੇ ਵਿੱਚ ਕਿ ਹਾਂ ਸਟੈਟਿਕ ਰੈਮ ਹੀ ਮਿਲ ਕੇ ਕੈਸ਼ ਮੈਮਰੀ ਨੂੰ ਬਣਾਉਂਦਾ ਹੈ। ਹੁਣ ਹੁੰਦਾ ਕੀ ਆ ਯੂਜ਼ਲੀ, ਕੈਸ਼ੇ ਮੈਮਰੀ ਕਿਹਦੇ ਲਈ ਵਰਤੀ ਜਾਂਦੀ ਹੈ? ਹੁਣ ਜਿਵੇਂ ਆਪਾਂ ਕੰਪਿਊਟਰ ਯੂਜ਼ ਕਰਦੇ ਹਾਂ, ਹੁਣ ਕੁਛ ਕੁ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਡੇਲੀ ਬੇਸਿਸ 'ਤੇ ਅਸੀਂ ਯੂਜ਼ ਕਰਦੇ ਹਾਂ, ਹੈ ਨਾ। ਜਿਵੇਂ ਕਿਸੇ ਬੰਦੇ ਨੂੰ ਫੇਸਬੁੱਕ ਖੋਲ੍ਹਣ ਦੀ ਆਦਤ ਹੈ, ਕਿਸੇ ਬੰਦੇ ਨੂੰ ਟਵਿੱਟਰ ਚਲਾਉਣ ਦੀ ਆਦਤ ਹੈ। ਤਾਂ ਇਹੋ ਜਿਹੀਆਂ ਚੀਜ਼ਾਂ, ਇਹਨਾਂ ਦੇ ਜਿਹੜੇ ਲਿੰਕ ਨੇ ਖੋਲ੍ਹਣ ਦੇ, ਉਹ ਤੁਹਾਡਾ ਕੰਪਿਊਟਰ ਦੇਖਦਾ ਵੀ ਇਹ ਰੋਜ਼ ਹੀ ਆਹ ਕੁਛ ਕਰਦਾ। ਪ੍ਰੋਸੈਸਰ ਨੂੰ ਇੰਨਾ ਟਾਈਮ ਲਾਉਣਾ ਪੈਂਦਾ, ਲੱਭ ਕੇ ਚਲਾਉਣਾ ਪੈਂਦਾ। ਉਹ ਇਹਨੂੰ ਇੱਕ ਮੈਮਰੀ ਦੇ ਵਿੱਚ ਪਾ ਕੇ ਰੱਖ ਲੈਂਦਾ ਪਹਿਲਾਂ ਹੀ, ਅਤੇ ਉੱਥੋਂ ਹੀ ਚੱਕ ਕੇ ਐਗਜ਼ੀਕਿਊਟ ਕਰਦਾ ਰਹਿੰਦਾ। ਅਤੇ ਉਹ ਮੈਮਰੀ 'ਚੋਂ ਪਾ ਕੇ ਜਿਹ 'ਚ ਇਹ ਐਗਜ਼ੀਕਿਊਟ ਹੁੰਦੀ ਰਹਿੰਦੀ ਹੈ, ਉਹ ਕੈਸ਼ ਮੈਮਰੀ ਹੁੰਦੀ ਹੈ। ਸਭ ਤੋਂ ਤੇਜ਼ ਇਸੇ ਕਰਕੇ ਕਹੀ ਜਾਂਦੀ ਹੈ। ਤੇਜ਼ ਤੂੰ ਜਿਵੇਂ ਕੁਛ ਨਹੀਂ ਹੁੰਦੀ, ਮਤਲਬ ਤੁਸੀਂ ਇਹ ਕਹਿ ਲਓ ਕਿ ਪ੍ਰੋਸੈਸਰ ਉਰੇ ਪ੍ਰੋਸੈਸਰ ਹੈ, ਇੱਥੇ ਮੈਮਰੀਆਂ ਦੀ ਲਿਸਟ ਹੈ ਵੀ ਸਭ ਤੋਂ ਪਹਿਲਾਂ ਪ੍ਰੋਸੈਸਰ ਜਦੋਂ ਕੋਈ ਚੀਜ਼ ਨੂੰ ਐਗਜ਼ੀਕਿਊਟ ਕਰਨਾ ਉਹ ਸਭ ਤੋਂ ਪਹਿਲਾਂ ਇਹਨੂੰ ਫਰੋੜੂ, ਫਿਰ ਉਹ ਇਸ ਚੀਜ਼ ਨੂੰ ਫਰੋੜੂ, ਫਿਰ ਉਹ ਇਹਨੂੰ ਫਰੋੜੂ, ਫਿਰ ਉਹ ਇਹਨੂੰ ਫਰੋੜੂ, ਐਵੇਂ ਜਾਂਦਾ। ਪਹਿਲੇ ਨੰਬਰ 'ਤੇ ਉਹ L1 ਕੈਸ਼ੇ ਨੂੰ ਦੇਖਦਾ, ਫਿਰ ਉਹ ਦੇਖਦਾ L2 ਕੈਸ਼ੇ ਨੂੰ, ਫਿਰ ਜਾਂਦਾ ਰੈਮ ਕੋਲੇ, ਫਿਰ ਕਿਤੇ ਹੋਰ ਜਾ ਕੇ ਲੱਭਣਾ ਉਹਨੂੰ ਪੈਂਦਾ। ਤਾਂ ਆਹ ਪ੍ਰਾਇਰਟੀ ਰਹਿੰਦੀ ਹੈ ਕਿ ਪਹਿਲਾਂ ਉਹਨੇ L1 ਕੈਸ਼ੇ ਦੇਖਣਾ ਹੈ। L1 ਕੈਸ਼ੇ ਚੈੱਕ ਕੀਤਾ ਉਹਨੇ, ਜੇ ਇੱਥੇ ਉਹਨੂੰ ਡਾਟਾ ਲੱਭ ਗਿਆ ਐਗਜ਼ੀਕਿਊਟ ਕਰਨ ਲਈ ਜੋ ਡਿਮਾਂਡ ਕੀਤੀ ਹੈ, ਇੱਥੋਂ ਹੀ ਚਲਾ ਦੂੰ। ਨਹੀਂ ਲੱਭਿਆ ਫਿਰ L2 'ਤੇ ਜਾਊਗਾ, L2  'ਚ ਵੀ ਨਹੀਂ ਲੱਭਿਆ ਛੱਡੋ, ਫਿਰ ਰੈਮ 'ਚ ਜਾਊਗਾ। ਮਤਲਬ ਐਵੇਂ ਚੱਲਦਾ। ਤਾਂ ਇਹ ਚੀਜ਼ ਫਿਰ ਸਾਡੇ ਕੋਲ ਮੈਮਰੀ ਦੀ ਫਾਸਟ ਜਾਂ ਸਲੋਅ ਹੋਣ ਡਿਸਾਈਡ ਕਰ ਰਹੀ ਹੈ। ਜਿੰਨੀ ਨੇੜੇ ਵਾਲੀ ਤੁਸੀਂ ਮੈਮਰੀ ਲੈਣੀ ਹੈ ਉਨੀ ਮਹਿੰਗੀ ਹੁੰਦੀ ਜਾਊਗੀ। ਠੀਕ ਹੈ, ਤਾਂ ਕਰਕੇ ਕੈਸ਼ੇ ਮੈਮਰੀ ਐਕਸਪੈਂਸਿਵ ਹੁੰਦੀਆਂ ਨੇ, ਸਟੈਟਿਕ ਰੈਮ ਐਕਸਪੈਂਸਿਵ ਗਿਣੀਆਂ ਜਾਂਦੀਆਂ ਨੇ। ਹੁਣ ਜਿਵੇਂ ਫਰਜ਼ ਕਰੋ, ਜਦੋਂ ਸਭ ਤੋਂ ਪਹਿਲਾਂ ਹੁਣ ਮੈਂ ਗੱਲ ਕੀਤੀ ਕਿ ਆ ਪ੍ਰੋਸੈਸਰ ਸੀ, L1 ਕੈਸ਼ੇ ਨੂੰ ਉਹਨੂੰ ਦੇਖਿਆ, ਫਰੋਲਣ ਗਿਆ। ਜੇ ਤਾਂ ਉਹਨੇ ਇੱਥੇ ਦੇਖਿਆ ਕਿ ਜਿਵੇਂ ਹੁਣ ਵੀ ਉਹ ਡਾਟਾ ਜਿਹੜਾ ਐਗਜ਼ੀਕਿਊਟ ਕਰਨਾ ਕੈਸ਼ੇ 'ਚ ਪਿਆ, ਉਹਨੇ ਇੱਥੋਂ ਚੱਕ ਕੇ ਐਗਜ਼ੀਕਿਊਟ ਕਰਤਾ, ਇਹਨੂੰ ਤਾਂ ਅਸੀਂ ਬੋਲਦੇ ਹਾਂ ਕੈਸ਼ੇ ਹਿੱਟ, ਮਤਲਬ ਬਿਲਕੁਲ ਸਹੀ ਟਿਕਾਣੇ 'ਤੇ ਨਿਸ਼ਾਨਾ ਲੱਗਿਆ। ਜੇ ਇੱਥੇ ਨਹੀਂ ਹੈਗਾ, ਉਹਨੂੰ ਇੱਥੋਂ L2 'ਚ ਜਾਣਾ ਪਿਆ, ਇੱਥੇ ਵੀ ਨਹੀਂ ਮਿਲਿਆ, ਰੈਮ 'ਚ ਗਿਆ, ਫਿਰ ਉਹਨੂੰ ਅਸੀਂ ਬੋਲਦੇ ਹਾਂ ਮਿਸ, ਕਿ ਕੈਸ਼ੇ ਮਿਸ, ਡਾਟਾ ਅਵੇਲੇਬਲ ਨਹੀਂ ਹੈਗਾ ਕੈਸ਼ੇ ਦੇ ਵਿੱਚ ਜਿਹੜਾ ਉਹ ਐਗਜ਼ੀਕਿਊਟ ਕਰਨ ਜਾ ਰਿਹਾ ਸੀਗਾ। ਤਾਂ ਆਹ ਕੈਸ਼ੇ ਮੈਮਰੀ ਦੀ ਕਹਾਣੀ ਹੁੰਦੀ ਆ ਆਪਣੇ ਕੋਲੇ। ਇੱਥੇ ਆਹੀ ਗੱਲਾਂ ਲਿਖੀਆਂ ਨੇ, ਤੁਸੀਂ ਪੜ੍ਹ ਸਕਦੇ ਹੋ। ਅੱਗੇ ਸੈਕੰਡਰੀ ਮੈਮਰੀਜ਼ 'ਤੇ ਆ ਜਾਂਦੇ ਹਾਂ। ਹੁਣ ਇਹ ਪ੍ਰਾਇਮਰੀ ਮੈਮਰੀ ਪੜ੍ਹਦੀਆਂ ਸੀ ਨੇ, ਅਗਲੀ ਸਾਡੇ ਕੋਲੇ ਕੈਟਾਗਰੀ ਆ ਜਾਂਦੀ ਹੈ ਸੈਕੰਡਰੀ ਮੈਮਰੀਜ਼ ਦੀ, ਜਿਹੜੀਆਂ ਐਕਸਟਰਨਲ ਮੈਮਰੀਜ਼ ਹੁੰਦੀਆਂ ਨੇ। ਠੀਕ ਹੈ, ਮਤਲਬ ਜਦੋਂ ਇੱਕ ਲਿਮਿਟਿਡ ਸਟੋਰੇਜ ਕਪੈਸਿਟੀ ਪ੍ਰਾਇਮਰੀ ਮੈਮਰੀਜ਼ ਦੀ ਹੋਣ ਕਰਕੇ ਸਾਨੂੰ ਐਕਸਟਰਨਲੀ ਕੁਛ ਨਾ ਕੁਛ ਮੈਮਰੀਜ਼ ਜੋੜਨੀਆਂ ਪੈਂਦੀਆਂ ਨੇ। ਹਾਰਡ ਡਿਸਕ ਲੈ ਲੈਂਦੇ ਹਾਂ, ਪੈਨ ਡਰਾਈਵ ਲੈ ਲੈਂਦੇ ਹਾਂ, ਹੈ ਨਾ। ਹੁਣ ਇਹ ਜਿਹੜੀਆਂ ਮੈਮਰੀਜ਼ ਹੁੰਦੀਆਂ ਨੇ ਪੋਰਟੇਬਲ ਵੀ ਹੁੰਦੀਆਂ ਨੇ ਸਾਡੇ ਕੋਲੇ। ਠੀਕ ਹੈ, ਕੰਪਿਊਟਰ ਤੋਂ ਬਾਹਰ ਕੱਢ ਕੇ, ਜਿਵੇਂ ਹਾਰਡ ਡਿਸਕ ਅੱਜ ਕੱਲ੍ਹ ਪੋਰਟੇਬਲ ਹਾਰਡ ਡਿਸਕ ਆਉਂਦੀਆਂ ਤਾਂ ਹੈਗੀਆਂ ਨੇ ਆਪਣੇ ਕੋਲੇ, ਕਿੰਨੀਆਂ ਚੱਲਦੀਆਂ ਨੇ। ਹੁਣ ਇਹਨਾਂ ਦੇ ਵਿੱਚ ਯੂਜ਼ਲੀ ਜੇ ਮੈਂ ਕੈਟਾਗਰਾਈਜ਼ ਕਰਨਾ ਚਾਹਵਾਂ ਸੈਕੰਡਰੀ ਮੈਮਰੀਜ਼ ਨੂੰ, ਤਾਂ ਇਹ ਕੈਟਾਗਰੀਜ਼ ਦੇ ਵਿੱਚ ਵੰਡਦਾ: ਮੈਗਨੈਟਿਕ, ਆਪਟੀਕਲ, ਸੋਲਿਡ ਸਟੇਟ। ਮੈਗਨੈਟਿਕ ਮੈਮਰੀਜ਼ ਨੇ, ਆਪਟੀਕਲ ਮੈਮਰੀਜ਼ ਨੇ, ਅਤੇ ਸੋਲਿਡ ਸਟੇਟ। ਤਿੰਨਾਂ ਨੂੰ ਹੀ ਪੜ੍ਹਦੇ ਆ ਕਿ ਕਿਹੜੀਆਂ ਮੈਮਰੀਜ਼ ਇਹਨਾਂ ਦੇ ਵਿੱਚ ਆਉਂਦੀਆਂ ਨੇ ਇੱਕ ਦੂਜੇ ਦੇ ਅੰਡਰ। ਸਭ ਤੋਂ ਪਹਿਲਾਂ ਆ ਗਿਆ ਮੈਗਨੈਟਿਕ ਸਟੋਰੇਜ ਮੀਡੀਆ ਜਾਂ ਮੈਗਨੈਟਿਕ ਵਾਲੀਆਂ ਮੈਮਰੀਜ਼। ਕੀ ਹੁੰਦਾ ਇਹਨਾਂ ਦੇ ਵਿੱਚ? ਐਗਜ਼ਾਮਪਲ ਹਾਰਡ ਡਿਸਕ ਹੋ ਗਈ, ਫਲੋਪੀ ਡਿਸਕ ਹੋ ਗਈ, ਮੈਗਨੈਟਿਕ ਟੇਪਸ ਹੋ ਗਈਆਂ, ਇਹ ਸਾਰੀਆਂ ਹੀ ਇਹਦੇ 'ਚ ਆਉਂਦੀਆਂ ਨੇ।
Magnetic media is coated with magnetic sensitive layer. This is magnetized in a clockwise ਜਾਂ anti clockwise direction 'ਚ 1 0 ਦੀ ਫਾਰਮ ਦੇ ਵਿੱਚ ਇਹਦੇ ਉੱਤੇ ਡਾਟਾ ਸਟੋਰ ਕੀਤਾ ਜਾਂਦਾ। ਬੇਸਿਕਲੀ ਹੁੰਦਾ ਕੀ ਆ ਮੇਰੇ ਕੋਲੇ, ਯਾਨੀ ਕਿ ਮੈਗਨੈਟਿਕ ਫਾਰਮ ਦੇ ਵਿੱਚ ਡਾਟਾ ਜਿਹੜਾ ਹੁੰਦਾ, ਮਤਲਬ ਪੂਰੀ ਲੇਅਰ ਦੇ ਉੱਤੇ ਇੱਕ ਮੈਗਨੈਟਿਕ ਲੇਅਰ ਹੁੰਦੀ ਹੈ ਜਿਹਦੇ ਉੱਤੇ ਪੂਰਾ ਡਾਟਾ ਆਪਾਂ ਪਾਉਂਦੇ ਹਾਂ। ਐਗਜ਼ਾਮਪਲਸ ਨਾਲ ਸਮਝਦੇ ਹਾਂ, ਜਿਵੇਂ ਫਲੋਪੀ ਡਿਸਕ ਪਹਿਲਾਂ ਹੁੰਦੀ ਸੀ, ਯੂਜ਼ ਕਰਦੇ ਸੀ, ਠੀਕ ਹੈ। ਫਲੋਪੀ ਡਿਸਕ ਦੇ ਵਿੱਚ ਕੀ ਹੁੰਦਾ, ਇੱਕ ਮਾਈਲਰ ਨਾਮ ਦੀ ਪਲਾਸਟਿਕ ਤੋਂ ਮਿਲ ਕੇ ਬਣੀ ਹੁੰਦੀ ਹੈ ਜਿਹਦੇ ਉੱਤੇ ਇੱਕ ਪਲਾਸਟਿਕ ਦੀ ਮੈਗਨੇਟ ਦੀ ਕੋਟਿੰਗ ਹੋਈ ਹੁੰਦੀ ਹੈ, ਠੀਕ ਹੈ। ਤੇ ਇਹ ਓਲਡੈਸਟ ਪੋਰਟੇਬਲ ਮੈਮਰੀ ਸੀ, ਅੱਜ ਕੱਲ੍ਹ ਤਾਂ ਵਰਤੀ ਹੋਈ ਨਹੀਂ ਜਾਂਦੀ ਕਿਉਂਕਿ ਦੇਖ ਲਓ MB ਦੇ ਵਿੱਚ ਡਾਟਾ ਸਟੋਰ ਕਰਦੀ ਸੀ, ਇੰਨੀ ਕੁ ਹੁੰਦੀ ਸੀ। ਅੱਜ ਕੱਲ੍ਹ ਕਿਹੜੀ ਚੀਜ਼ MBਆਂ 'ਚ ਆਉਂਦੀ ਹੈ, ਹੈ ਨਾ, GB। ਹੁਣ ਤਾਂ TV ਤੱਕ ਦੀਆਂ ਵੀ ਮੈਨੂੰ ਲੱਗਦਾ ਚੱਕੀ ਫਿਰਦੇ ਨੇ ਪੈਨ ਡਰਾਈਵਸ। ਤਾਂ ਇਹ ਤਾਂ ਹੁਣ ਹੋਂਦ ਦੀ ਖੋ ਚੁੱਕੀ ਆ ਆਪਣੀ ਹਾਰਡ ਡਿਸਕ। ਹਾਰਡ ਡਿਸਕ ਬੇਸਿਕਲੀ ਇੱਕ ਜਾਂ ਇੱਕ ਤੋਂ ਜ਼ਿਆਦਾ ਸਰਕੂਲਰ ਡਿਸਕ ਤੋਂ ਮਿਲ ਕੇ ਬਣੀ ਹੁੰਦੀ ਆ। ਉਹਨਾਂ ਡਿਸਕਾਂ ਨੂੰ ਮੈਂ ਬੋਲਦਾ ਨਾ ਪਲੈਟਰ। ਹੁਣ ਸਮਝਿਓ, ਪਹਿਲਾਂ ਮੈਂ ਆਹ ਸਟਰਕਚਰ ਸਮਝੋ, ਫਿਰ ਤੁਹਾਨੂੰ ਆਪੇ ਸਮਝ ਆ ਜਾਏਗਾ। ਹੁਣ ਜਿਹੜੀਆਂ ਤਾਂ ਆਹ ਡਿਸਕ ਤੇ ਡਿਸਕ ਤੋਂ ਮਿਲ ਕੇ ਬਣੀ ਹੋਈ ਹੈ, ਆਹ ਹਿੱਸਾ ਜਿਹੜਾ ਹੈਗਾ ਐਵੇਂ ਇਹਦੇ ਤੋਂ ਮਿਲ ਕੇ ਬਣਿਆ ਹੋਇਆ, ਇਹਨਾਂ ਨੂੰ ਤਾਂ ਅਸੀਂ ਬੋਲਦੇ ਹਾਂ ਪਲੈਟਰਸ। ਵਿਚਾਲੇ ਜਿਹੜੀ ਜਿਹਦੀ ਸਪੋਰਟ ਨਾਲ ਇਹ ਸਾਰੇ ਪਲੈਟਰ ਖੜੇ ਹੋਣਗੇ, ਜਿੰਨੇ ਮੇਰੇ ਕੋਲ ਇਹ ਡਿਸਕਾਂ ਹੈਗੀਆਂ ਨੇ, ਇਹਨੂੰ ਅਸੀਂ ਵਿਚਾਲੇ ਸੈਂਟਰ ਵਾਲੇ ਪੋਰਸ਼ਨ ਨੂੰ ਬੋਲ ਦਿੰਦੇ ਹਾਂ ਸਪਿੰਡਲ। ਇੱਥੇ ਲੱਗਿਆ ਹੋਇਆ ਐਕਚੁਏਟਰ, ਦੇਖ ਲਓ, ਇਹ ਐਕਚੁਏਟਰ ਦੀ ਆਰਮ ਹੈ ਹੇਠਾਂ ਵਾਲੀ। ਮੇਰੇ ਕੋਲੇ ਹੈੱਡ ਹੈ, ਮੋਸਟ ਇੰਪੋਰਟੈਂਟ, ਕਿਉਂਕਿ ਹੈੱਡ ਨੇ ਹੀ ਸਾਰੀ ਰਿਕਾਰਡਿੰਗ ਦਾ ਕੰਮ ਕਰਨਾ ਹੁੰਦਾ, ਠੀਕ ਹੈ। ਤੇ ਐਕਚੁਏਟਰ ਆਰਮ ਚਲੋ ਇਹ ਤਾਂ ਬੜੇ ਵੱਡੇ ਪੁਆਇੰਟ ਹੈ ਨਹੀਂ ਮੇਰੇ ਕੋਲੇ। ਹੁਣ ਐਕਚੁਅਲ ਦੇ ਵਿੱਚ ਸਿਨਾਰੀਓ ਕੀ ਹੁੰਦਾ, ਐਵੇਂ ਜਿਵੇਂ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਰਾਊਂਡ ਸਰਕਲ ਡਿਸਕ ਪਲੈਟਰਸ ਮਿਲ ਕੇ ਇਹਨੂੰ ਬਣਾਉਂਦੇ ਨੇ, ਠੀਕ ਹੈ। ਤੇ ਜਿਹੜਾ ਹਿੱਸਾ ਆ ਗਿਆ ਕੱਲਾ ਕੱਲਾ ਹਰ ਪਲੈਟਰ ਦਾ, ਇਹਨੂੰ ਅਸੀਂ ਟਰੈਕ ਬੋਲ ਦਿੰਦੇ ਹਾਂ। ਤੇ ਉਦੋਂ ਬਾਅਦ ਟਰੈਕ ਵੀ ਛੋਟੇ ਛੋਟੇ ਹਿੱਸਿਆਂ 'ਚ ਐਵੇਂ ਵੰਡ ਸਕਦੇ ਹਾਂ ਅਸੀਂ, ਜਿਵੇਂ ਵੰਡੇ ਹੋਏ ਨੇ ਜਿਨ੍ਹਾਂ ਨੂੰ ਮੈਂ ਡਾਰਕ ਕਰ ਰਿਹਾ, ਇਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਸੈਕਟਰਸ। ਤਾਂ ਡਾਟਾ ਜਿਹੜਾ ਮੇਰਾ ਸਟੋਰ ਹੁੰਦਾ ਹੈ, ਉਹ ਡਾਟਾ ਹਾਰਡ ਡਿਸਕ 'ਚ ਜਾ ਕੇ ਸਟੋਰ ਹੁੰਦਾ ਟਰੈਕ ਦੇ ਉੱਤੇ। ਟਰੈਕ ਫਰਦਰ ਛੋਟੇ ਛੋਟੇ ਸੈਕਟਰਾਂ 'ਚ ਵੰਡੇ ਹੋ ਸਕਦੇ ਨੇ, ਸੈਕਟਰਾਂ ਦੇ ਉੱਤੇ ਵੀ ਫਿਰ ਡਾਟਾ ਹੀ ਹੋਊਗਾ, ਪਰ ਸੈਕਟਰ ਇਜ਼ ਵਨ ਆਫ ਦਾ ਸਬ ਪਾਰਟ, ਛੋਟਾ ਜਿਹਾ ਪਾਰਟ ਆਫ ਟਰੈਕ। ਦੈਟ ਇਜ਼ ਵਾਈ ਆਨਸਰ 'ਚ ਅਸੀਂ ਹਮੇਸ਼ਾ ਜੇ ਸੈਕਟਰ ਵੀ ਲਿਖਿਆ ਤਾਂ ਅਸੀਂ ਟਰੈਕ ਹੀ ਮਾਰਕ ਕਰਾਂਗੇ। ਹਾਂ, ਜੇ ਟਰੈਕ ਆਪਸ਼ਨ 'ਚ ਹੈ ਹੀ ਨਹੀਂ, ਐਂ ਲਿਖਤਾ ਕਿ ਡਾਟਾ ਇਜ਼ ਸਟੋਰਡ ਇਨ ਸਿਰਫ ਸੈਕਟਰ ਆਪਸ਼ਨ 'ਚ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਸੈਕਟਰ ਹੀ ਆਨਸਰ ਆਊਗਾ ਸਾਡੇ ਕੋਲੇ। ਸਮਝ ਗਏ? ਪੂਰਾ ਸਟਰਕਚਰ ਹੈ। ਹੁਣ ਇਹੀ ਲਿਖਿਆ ਹੋਇਆ ਕਿ ਇੱਕ ਜਾਂ ਇੱਕ ਤੋਂ ਜ਼ਿਆਦਾ ਤੋਂ ਮਿਲ ਕੇ ਬਣਿਆ ਹੋਇਆ ਕੀ ਹੈ, ਇਨਫੋਰਮੇਸ਼ਨ ਹਰ ਇੱਕ ਦੇ ਉੱਤੇ ਡਿਸਕ ਦੇ ਉੱਤੇ ਜਿਹੜੀ ਸਟੋਰ ਕੀਤੀ ਜਾਂਦੀ ਹੈਗੀ, ਠੀਕ ਹੈ, ਰਿਕਾਰਡ ਕੀਤੀ ਜਾਂਦੀ ਹੈ ਹਰ ਡਿਸਕ ਦੇ ਉੱਤੇ ਇਨ ਫਾਰਮ ਆਫ ਕੰਸੈਂਟਰਿਕ ਸਰਕਲਸ, ਜਿਨ੍ਹਾਂ ਨੂੰ ਅਸੀਂ ਟਰੈਕਸ ਕਹਿ ਦਿੰਦੇ ਹਾਂ, ਜਿਹੜੇ ਫਰਦਰ ਸੈਕਟਰਸ ਦੇ ਵਿੱਚ ਵੰਡੇ ਹੁੰਦੇ ਨੇ। ਬਾਕੀ ਇਹਦੇ ਪਾਰਟਸ ਬਾਰੇ ਦੱਸਿਆ, ਕਿਹੜਾ ਟੌਪ 'ਤੇ ਲੱਗਿਆ, ਕਿਹੜਾ ਬਾਟਮ 'ਤੇ ਲੱਗਿਆ, ਠੀਕ ਹੈ। ਤਾਂ ਉਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ। ਹੈੱਡ ਦੇ ਥਰੂ ਰਿਕਾਰਡਿੰਗ ਹੁੰਦੀ ਹੈ ਜਿੰਨੀ ਹੁੰਦੀ ਹੈ, ਠੀਕ ਹੈ। ਇਨਫੋਰਮੇਸ਼ਨ ਇਜ਼ ਰਿਕਾਰਡਡ ਔਨ ਦਾ ਸਰਫੇਸ ਆਫ ਡਿਸਕ ਬਾਏ ਮੈਗਨੈਟਿਕ ਰੀਡ ਰਾਈਟ ਹੈਡਸ ਰਿਕਾਰਡ ਕਰਦੇ ਨੇ। ਤਾਂ ਦੋ ਚਾਰ ਗੱਲਾਂ ਇਹਦੇ ਬਾਰੇ ਯਾਦ ਰੱਖਿਓ, ਇਹਦੀ ਸਟਰਕਚਰ ਬਾਰੇ ਵੀ ਕੀ ਇਹਦੇ ਵਿੱਚ ਹੁੰਦਾ, ਪੇਪਰ ਪੁੱਛ ਸਕਦਾ। ਦੂਜੀ ਗੱਲ ਇਹ ਆਈ ਗਈ ਕਿ ਮੈਗਨੈਟਿਕ ਸਟੋਰੇਜ ਮੀਡੀਆ ਮੇਰੇ ਕੋਲੇ। ਅੱਗੇ ਚੱਲਦੇ ਹਾਂ ਆਪਟੀਕਲ ਸਟੋਰੇਜ ਮੀਡੀਆ 'ਤੇ। ਆਪਟੀਕਲ ਸਟੋਰੇਜ ਮੀਡੀਆ 'ਚ ਕੀ ਹੁੰਦਾ, ਇਹਦੇ ਵਿੱਚ ਯੂਜ਼ਲੀ ਇਨਫੋਰਮੇਸ਼ਨ ਜਿਹੜੀ ਸਟੋਰ ਅਤੇ ਰੀਡ ਕੀਤੀ ਜਾਂਦੀ ਹੈ, ਉਹ ਲੇਜ਼ਰ ਬੀਮ ਦੇ ਥਰੂ ਕੀਤੀ ਜਾਂਦੀ ਹੈ, ਅਤੇ ਡਾਟਾ ਪਿਟਸ ਅਤੇ ਰਿਜਸ ਦੀ ਫਾਰਮ ਦੇ ਵਿੱਚ ਸਟੋਰ ਹੁੰਦਾ। ਮੋਸਟ ਇੰਪੋਰਟੈਂਟ ਹਿੱਸਾ, ਪਿਟ ਰਿਪਰਜੈਂਟ ਕਰਦਾ 0 ਨੂੰ, ਰਿਜ ਰਿਪਰਜੈਂਟ ਕਰਦਾ 1 ਨੂੰ। ਹੁਣ ਡਾਟਾ ਤਾਂ ਦੇਖੋ ਇਹਨਾਂ ਦੇ ਵਿੱਚ ਜਦੋਂ ਬਾਈਨਰੀ ਫਾਰਮ 'ਚ ਹੀ ਜਾਊਗਾ, ਜਦੋਂ ਕੰਪਿਊਟਰ ਨੇ ਵੀ ਰੀਡ ਕਰਨਾ ਹੋਇਆ 1 0 ਦੀ ਫਾਰਮ 'ਚ ਹੀ ਡਾਟਾ ਸਟੋਰ ਹੋਊਗਾ। ਤਾਂ 1 0 ਦੀ ਫਾਰਮ ਦੇ ਵਿੱਚ ਹੁੰਦਾ ਕੀ ਹੈ, ਹੁਣ ਯੂਜ਼ਲੀ ਜਿਵੇਂ ਮੈਂ CD ਐਗਜ਼ਾਮਪਲ ਲੈਂਦਾ, ਕੰਪੈਕਟ ਡਿਸਕ ਆਪਣੀ, ਹੈ ਨਾ, ਇਹੀ CD ਵਾਲਾ ਪ੍ਰਿੰਸੀਪਲ ਹੀ DVD 'ਤੇ ਲੱਗਦਾ, ਹਰ ਇੱਕ ਦੇ ਉੱਤੇ ਇਹੀ ਪ੍ਰਿੰਸੀਪਲ ਚੱਲਦਾ। ਬੇਸਿਕਲੀ ਕੀ ਹੁੰਦਾ ਕਿ ਡਾਟਾ ਨੂੰ ਰੀਡ ਕਰਨ ਵਾਸਤੇ ਇੱਕ ਸਾਡੇ ਕੋਲ ਇਨਫਰਾਰੈਡ ਲੇਜ਼ਰ ਜਿਹੜੀ ਬੀਮ ਹੁੰਦੀ ਆ, ਉਹ ਮਾਰੀ ਜਾਂਦੀ ਹੈ ਇਹਦੇ ਉੱਤੇ, ਠੀਕ ਹੈ। ਇੱਕ ਲਾਈਟ ਮਾਰੀ ਜਾਂਦੀ ਆ ਪੂਰੀ ਡਿਸਕ ਦੇ ਉੱਪਰ, ਠੀਕ ਹੈ। ਹੁਣ ਇਹਦੇ ਉੱਤੇ ਜਦੋਂ ਲਾਈਟ ਵੱਜੀ, ਜੇ ਤਾਂ ਇਹਨੇ ਲਾਈਟ ਕਰ ਲਈ ਅਬਜ਼ੋਰਬ, ਉਹਨੂੰ ਤਾਂ ਅਸੀਂ ਕਹਿ ਦਾਂਗੇ ਪਿਟ। ਮਤਲਬ ਕਿ ਵੈਲਿਊ ਪਿਟ ਦੀ ਕਿੰਨੀ ਗਈ, ਪਿਟ ਦੀ ਵੈਲਿਊ ਸਾਡੇ ਕੋਲੇ ਗਈ, ਲਾਈਟ ਅਬਜ਼ੋਰਬ ਹੋਈ, ਤਾਂ ਅਬਜ਼ੋਰਬ ਹੋਣ ਤੋਂ ਬਾਅਦ ਉਹ ਬਣ ਗਈ ਪਿਟ ਅਤੇ ਰਿਜਸ ਦੀ ਫਾਰਮ ਦੇ ਵਿੱਚ। ਅਤੇ ਯੂਜ਼ਲੀ ਹੁਣ ਦੋਨਾਂ ਗੱਲਾਂ ਨੂੰ ਸਮਝੋ ਤੁਸੀਂ। ਅਤੇ ਪਿਟ ਨੂੰ ਜੇ ਮੈਂ ਕਹਿ ਰਿਹਾ ਕਿ 0 ਰਿਪਰਜੈਂਟ ਕਰਦਾ, ਰਿਜ 1 ਕਰਦਾ, ਇਹਦਾ ਮਤਲਬ ਜੇ ਤਾਂ ਲਾਈਟ ਕੀ ਕਰਤੀ, ਪਿਟ ਕਰਦਾ ਸਕੈਟਰ, ਸੌਰੀ ਮੈਂ ਉਲਟਾ ਬੋਲ ਗਿਆ, ਪਿਟ ਸਕੈਟਰ ਕਰਦਾ। ਜੇ ਤਾਂ ਹੁਣ ਇਹਦੇ ਉੱਤੇ ਜਿਵੇਂ ਸਪੋਜ਼ ਲਾਈਟ ਹੈ ਵੱਜੀ, ਲਾਈਟ ਹੋ ਕੇ ਸਕੈਟਰ ਹੋ ਕੇ ਵਾਪਸ ਚਲੀ ਗਈ, ਫਿਰ ਤਾਂ ਮੇਰੇ ਕੋਲ ਬਣੂਗਾ ਪਿਟ।
ਜੇ ਲਾਈਟ ਇਹਨੇ ਵਿੱਚ ਹੀ ਅਬਜ਼ੌਰਬ ਕਰ ਲਿਆ ਲਾਈਟ ਦਾ ਹਿੱਸਾ, ਠੀਕ ਹੈ, ਉਹ ਬਣ ਜੂਗਾ ਰਿਜ। ਮਤਲਬ ਕਿ ਕੀ ਹੋ ਗਿਆ, 0 ਕਦੋਂ ਸਟੋਰ ਹੋਊ, ਜਦੋਂ ਲਾਈਟ ਦੀ ਰਿਫਲੈਕਸ਼ਨ ਹੋਊ। 1 ਕਦੋਂ ਸਟੋਰ ਹੋਊ, ਜਦੋਂ ਲਾਈਟ ਇਹਦੇ ਵਿੱਚ ਜਾ ਕੇ ਅਬਜ਼ੌਰਬ ਹੋਊ। ਇਹ ਬੇਸਿਕ ਪ੍ਰਿੰਸੀਪਲ ਹੈ ਜਿਹਦੇ ਤੇ ਕੰਪੈਕਟ ਡਿਸਕ ਕੰਮ ਕਰਦੀ ਹੈ। ਇਹ ਮੇਰਾ ਮੋਟਿਵ ਐ ਨਹੀਂ ਸੀ ਤੁਹਾਨੂੰ ਦੱਸਣਾ, ਮੇਰਾ ਮੋਟਿਵ ਆ ਯਾਦ ਕਰਾਉਣਾ ਸੀ ਪਿੱਟ ਤੇ ਰਿਜਸ, ਕਿਉਂਕਿ ਪੁੱਛਿਆ ਜਾਂਦਾ ਹੁੰਦਾ ਕਿ ਪਿੱਟ ਤੇ ਰਿਜਸ ਦਾ ਕੰਸੈਪਟ ਜਿਹੜਾ ਹੈਗਾ ਉਹ CD 'ਚ ਆਉਂਦਾ ਹੈ ਜਾਂ ਫਿਰ ਤੁਹਾਡੇ ਕੋਲੇ ਹਾਰਡ ਡਿਸਕ 'ਚ ਆਉਂਦਾ ਹੈ, ਕਿਹਦੇ ਵਿੱਚ ਆਉਂਦਾ ਹੈ। ਤਾਂ ਇਹ ਧਿਆਨ ਰੱਖਿਓ, ਟਰੈਕ ਸੈਕਟਰ ਉਹਦੇ ਵਿੱਚ ਸੀ, ਪਿੱਟ ਤੇ ਰਿਜਸ ਦਾ ਕੰਸੈਪਟ ਆਪਟੀਕਲ ਮੀਡੀਆ 'ਚ ਆਉਂਦਾ ਬੇਸਿਕਲੀ। ਜਿਵੇਂ ਡਿਸਕ ਦੇ ਵਿੱਚ ਆਪਾਂ ਗੱਲ ਕੀਤੀ, ਡਿਸਕ ਕਈ ਤਰ੍ਹਾਂ ਦੀ ਹੁੰਦੀ ਹੈ। CD ਕੰਪੈਕਟ ਡਿਸਕ ਰੋਮ ਰੀਡ ਓਨਲੀ ਹੋ ਸਕਦੀ ਹੈ, ਮੈਮਰੀ ਕੱਲੀ ਰਾਈਟੇਬਲ ਯਾਨੀ ਕਿ ਰੀਡੇਬਲ ਵੀ ਕੱਲੀ ਰਿਕਾਰਡੇਬਲ ਹੋ ਸਕਦੀ ਹੈ, ਜਾਂ ਫਿਰ ਰੀਡ ਰਾਈਟੇਬਲ ਹੋ ਸਕਦੀ ਹੈ। ਸਾਡੇ ਕੋਲ ਰੀਰਾਈਟੇਬਲ, ਜਿਵੇਂ ਦੇਖੋ ਇਹਨੂੰ ਤਾਂ ਇਕੱਲਾ ਰੀਡ ਕੀਤਾ ਜਾ ਸਕਦਾ। ਜਿਵੇਂ ਤੁਸੀਂ ਬਾਹਰੋਂ ਕੋਈ ਗਾਣਿਆਂ ਦੀ ਲੈ ਆਏ, ਠੀਕ ਹੈ, ਗਾਣੇ ਸੁਣੇ, ਬਸ ਦੈਟਸ ਇਟ, ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਇਹਨੂੰ ਤੁਸੀਂ ਖਾਲੀ ਲਿਆਂਦੀ ਰਿਕਾਰਡ ਕਰ ਸਕਦੇ ਹੋ ਆਪਣੇ ਬੇਸਿਸ 'ਤੇ ਰਿਕਾਰਡ ਕਰਕੇ, ਪਰ ਇੱਕ ਵਾਰ ਰਿਕਾਰਡ ਹੋਊਗੀ। ਜਿਵੇਂ ਖਾਲੀ ਡਿਸਕ ਆਪਾਂ ਲਿਆਉਂਦੇ ਹਾਂ ਤਾਂ ਰਿਕਾਰਡ ਹੋਣ ਤੋਂ ਬਾਅਦ ਉਦੋਂ ਬਾਅਦ ਦੁਬਾਰਾ ਨਹੀਂ ਇਰੇਜ਼ ਹੋ ਸਕਦੀ। ਇੱਕ CD ਇਹੋ ਜਿਹੀ ਹੁੰਦੀ ਹੈ ਜਿਹੜੀ ਰੀਡ ਰਾਈਟੇਬਲ ਹੋ ਸਕਦੀ ਹੈ। ਬਾਰ-ਬਾਰ ਤੁਸੀਂ ਉਹਨੂੰ ਚੇਂਜ ਕਰਕੇ, ਉਹਦੇ ਡਾਟਾ ਨੂੰ ਡਿਲੀਟ ਕਰਕੇ ਉਹਨੂੰ ਦੁਬਾਰਾ ਰਾਈਟੇਬਲ ਕਰ ਸਕਦੇ ਹੋ, ਚ ਨਵੀਂ ਡਾਟਾ ਨੂੰ ਲੋਡ ਕਰ ਸਕਦੇ ਹੋ। ਸਿਮਿਲਰਲੀ DVD ਆ ਗਈ। CD ਦੀ ਥੋੜ੍ਹੀ ਜਿਹੀ ਮੈਮਰੀ ਘੱਟ ਹੁੰਦੀ ਸੀ, ਅਤੇ ਜਦੋਂ ਪੁਰਾਣੇ ਜ਼ਮਾਨੇ 'ਚ ਪੈਨ ਡਰਾਈਵਾਂ ਨਹੀਂ ਚੱਲੀਆਂ ਸੀ ਤਾਂ ਫਿਰ DVD ਦਾ ਯੂਜ਼ ਕੀਤਾ ਜਾਂਦਾ ਸੀ, ਕਿਉਂਕਿ ਇਹ 'ਚ ਫਿਲਮਾਂ ਵੱਧ ਪੈ ਜਾਂਦੀਆਂ ਸੀ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਕੀ ਹੈ, DVD ਦੇ ਵਿੱਚ ਸਿਮਿਲਰ ਟੈਕਨੋਲੋਜੀ ਹੁੰਦੀ ਹੈ ਜੋ CD ਦੇ ਵਿੱਚ ਹੁੰਦੀ ਹੈ, ਬਟ employ a shorter wavelength red laser that permits the narrower beam। ਮਤਲਬ ਇਹਦੇ ਵਿੱਚ ਜਿਹੜੀ ਲਾਈਟ ਮਾਰੀ ਜਾਂਦੀ ਹੈ ਨਾ, ਉਹ ਥੋੜ੍ਹੀ ਜਿਹੀ ਰੈੱਡ ਲੇਜ਼ਰ ਦੀ ਮਾਰੀ ਜਾਂਦੀ ਹੈ, ਕਿਉਂਕਿ ਉਹਦਾ ਬੀਮ ਥੋੜ੍ਹਾ ਜਿਹਾ ਨੈਰੋ ਬਣਦਾ, ਜਿਹਦੇ ਨਾਲ ਕਲੋਜ਼ਲੀ ਪੈਕ ਹੋ ਜਾਂਦੀ ਹੈ ਇਨਫੋਰਮੇਸ਼ਨ ਸਾਰੀ, ਅਤੇ ਵੱਧ ਇਨਫੋਰਮੇਸ਼ਨ ਸਟੋਰ ਕੀਤੀ ਜਾਂਦੀ ਹੈ ਥੋੜ੍ਹੇ ਏਰੀਏ ਦੇ ਵਿੱਚ। ਸਮਝ ਗਏ? ਤਾਂ ਇਹਦਾ ਇਹ ਫਾਇਦਾ ਰਹਿੰਦਾ ਬੇਸਿਕਲੀ। ਤਾਂ DVD ਤਾਂ ਜਿਵੇਂ ਕਹਿ ਸਕਦੇ ਨੇ ਵੀ 4 ਤੋਂ ਲੈ ਕੇ ਕਹਿੰਦੇ 17 GB ਤੱਕ ਦਾ ਡਾਟਾ ਵੀ ਸਟੋਰ ਕੀਤਾ ਜਾ ਸਕਦਾ। ਐਡੀਆਂ ਵੀ DVDਆਂ ਆਉਂਦੀਆਂ ਸੀ। ਤੀਜੀ ਆ ਗਈ ਬਲੂ-ਰੇ ਡਿਸਕ। ਤੁਸੀਂ ਨੇ ਹਾਈ ਡੈਫੀਨੇਸ਼ਨ, ਜਿਵੇਂ ਹਾਈ ਡੈਫੀਨੇਸ਼ਨ ਵਾਲੇ ਆਡੀਓ ਜਾਂ ਵੀਡੀਓ ਅੱਜ ਕੱਲ੍ਹ ਚੱਲਦੇ ਨੇ, ਉਹਨਾਂ ਨੂੰ ਸਟੋਰ ਕਰਾਉਣਾ ਹੋਵੇ ਤਾਂ ਉਹਦੇ ਲਈ ਬਲੂ-ਰੇ ਡਿਸਕ ਚੱਲਦੀਆਂ ਨੇ। ਬਲੂ-ਰੇ ਡਿਸਕ ਦਾ ਫਰਕ ਕੀ ਹੈ? ਇਹ ਉਹਦੇ ਵਿੱਚ ਜੇ ਰੈੱਡ ਲਾਈਟ ਦਾ ਲੇਜ਼ਰ ਵੱਜਦਾ ਸੀ, ਇਹਦੇ ਵਿੱਚ ਬਲੂ ਲਾਈਟ ਦਾ ਲੇਜ਼ਰ ਵੱਜਦਾ। ਉਹਦੇ ਨਾਲ ਫਰਕ ਕੀ ਪੈਂਦਾ? ਜਿਹੜੀ ਬਲੂ ਲੇਜ਼ਰ ਲਾਈਟ ਹੈ, ਇਹ ਹਾਰਡਲੀ ਪੈਨੀਟਰੇਟਸ ਦਾ ਮੈਜ਼ਰਮੈਂਟ ਆਬਜੈਕਟ ਡਿਊ ਟੂ ਇਟਸ ਸ਼ਾਰਟਰ ਵੇਵਲੈਂਥ। ਮਤਲਬ ਪੈਨੀਟਰੇਟ ਨਹੀਂ ਕਰਦੀ। ਪੈਨੀਟਰੇਟ ਦਾ ਕਰਨ ਦਾ ਮਤਲਬ ਹੁੰਦਾ ਕਿ ਜਿਵੇਂ ਇੱਕ ਤਾਂ ਹੁੰਦਾ ਕਿ ਰਿਫਲੈਕਟ ਕਰਕੇ ਵਾਪਸ ਚਲੀ ਗਈ, ਇੱਕ ਹੁੰਦਾ ਕਿ ਉਹਦੇ ਵਿੱਚ ਹੀ ਪੈਨੀਟਰੇਟ ਕਰ ਗਈ, ਜਮ੍ਹਾਂ ਹੋ ਗਈ, ਹੈ ਨਾ, ਉੱਥੇ ਹੀ ਡਿਜ਼ੋਲਵ ਹੋ ਗਈ, ਉਹ 'ਚ ਅਬਜ਼ੋਰਬ ਹੀ ਕਰ ਲਈ ਉਹਨੇ ਚੀਜ਼ ਨੇ, ਜਾਂ ਪੈਨੀਟਰੇਟ ਹੋ ਕੇ ਕੰਧ ਵਿੱਚ ਦੀ ਲੰਘ ਜਾਣਾ। ਪੈਨੀਟਰੇਸ਼ਨ ਦਾ ਮਤਲਬ ਮੇਨਲੀ ਤਾਂ ਇਹ ਹੁੰਦਾ ਕਿ ਕੋਈ ਚੀਜ਼ ਪੈਨੀਟਰੇਟ ਕਰਕੇ ਕੰਧ ਵਿੱਚ ਦੀ ਵੀ ਲੰਘ ਗਈ, ਠੀਕ ਹੈ। ਪਰ ਇਹ ਬਲੂ ਲੇਜ਼ਰ ਲਾਈਟ ਹਾਰਡਲੀ ਪੈਨੀਟਰੇਟ ਵਿੱਚੋਂ ਲੰਘਦੀ ਨਹੀਂ ਹੈਗੀ। ਇਹਦੇ ਨਾਲ ਫਾਇਦਾ ਇਹ ਰਹਿੰਦਾ ਕਿ ਇੱਧਰ ਉੱਧਰ ਸਟੇਬਿਲਿਟੀ ਲੇਜ਼ਰ ਨੇ ਜਦੋਂ ਲਾਈਟ ਇਹਦੇ 'ਤੇ, ਜਿਵੇਂ ਹੁਣ ਸਕਰੀਨ, ਜਿਵੇਂ ਮੈਂ ਗੱਲ ਕਰਾਂ ਕਿ ਆਹ ਡਿਸਕ ਹੈ, ਇਹਦੇ 'ਤੇ ਲਾਈਟ ਵੱਜੀ, ਜਿੰਨਾ ਡਾਟਾ ਮੈਂ ਭੇਜਿਆ ਇਹਦੇ 'ਚ ਜੇ ਤਾਂ ਪੈਨੀਟਰੇਸ਼ਨ ਕਰਕੇ ਵਿੱਚੋਂ ਨਿਕਲ ਗਿਆ ਤਾਂ ਕੁਛ ਨਾ ਕੁਛ ਡਾਟਾ ਲੋਸ ਵੀ ਹੋ ਸਕਦਾ। ਜੇ ਪੈਨੀਟਰੇਸ਼ਨ ਸਿੱਧੀ ਮਤਲਬ ਹੋ ਹੀ ਨਹੀਂ ਰਹੀ, ਪੈਨੀਟਰੇਸ਼ਨ ਹਾਰਡਲੀ ਪੈਨੀਟਰੇਸ਼ਨ ਹੁੰਦੀ ਆ, ਤਾਂ ਡਾਟਾ ਪੂਰਾ ਦਾ ਪੂਰਾ ਇਹਦੇ ਉੱਤੇ ਜਮ੍ਹਾਂ ਰਹੂਗਾ। ਮਤਲਬ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਇੱਕ ਤਾਂ ਰੂਮ ਦੇ ਵਿੱਚ ਹੀ ਰਹਿਣ, ਠੀਕ ਹੈ। ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ TV ਰਿਮੋਟ ਦੇ ਵਿੱਚ ਅਸੀਂ ਇਨਫਰਾਰੈਡ ਰੇਜ਼ ਵਰਤਦੇ ਹਾਂ, ਕਿਉਂਕਿ ਉਹ ਕੰਧਾਂ ਵਿੱਚ ਦੀ ਪਾਸ ਹੋ ਕੇ ਨਿਕਲਦੀ ਨਹੀਂ ਹੈਗੀ, ਠੀਕ ਹੈ। ਤਾਂ ਕਰਕੇ ਰਿਮੋਟ ਦੇ ਵਿੱਚ, ਰਿਮੋਟ ਐਪਲੀਕੇਸ਼ਨ ਲਈ ਬੈਸਟ ਹੈ ਉਹ। ਤਾਂ ਉਵੇਂ ਦੀ ਚੀਜ਼ ਹੈ, ਇਹਦੀ ਲਾਈਟ ਦੀ ਵੀ ਪੈਨੀਟਰੇਸ਼ਨ ਹਾਰਡਲੀ ਪੈਨੀਟਰੇਟ ਕਰਦੀ ਹੈ, ਕਿਉਂਕਿ ਇਹਦੀ ਵੇਵਲੈਂਥ ਛੋਟੀ ਹੁੰਦੀ ਹੈ। ਕਿਉਂਕਿ ਵੈਸੇ ਵੀ ਅਸੀਂ ਜਾਣਦੇ ਹਾਂ, ਤੁਸੀਂ ਜੇ ਦੇਖੋਗੇ, ਜਿਵੇਂ ਆਪਾਂ ਉਹ ਗੱਲ ਕਰਦੇ ਹੁੰਦੇ ਹਾਂ ਨਾ ਵਿਬਗਿਓਰ, ਤੁਸੀਂ ਸਾਰਿਆਂ ਨੇ ਪੜ੍ਹਿਆ ਹੋਊਗਾ ਆਪਣੀਆਂ ਛੋਟੀਆਂ ਕਲਾਸਾਂ 'ਚ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈੱਡ। ਹੁਣ ਰੈੱਡ ਲਾਈਟ ਅਤੇ ਬਲੂ ਲਾਈਟ, ਹੁਣ ਜੇ ਮੈਂ ਗੱਲ ਕਰਾਂ, ਠੀਕ ਹੈ, ਕਿ ਰੈੱਡ ਲਾਈਟ ਦੇ ਕੰਪੈਰੀਜ਼ਨਲੀ ਜੇ ਆਪਾਂ ਗੱਲ ਕਰੀਏ, ਇਹਦੀ ਜਿਹੜੀ ਮੇਰੇ ਕੋਲ ਬਲੂ ਲਾਈਟ ਹੈ, ਤਾਂ ਵੇਵਲੈਂਥ ਇੱਧਰ ਨੂੰ ਕੀ ਕਰਦੀ ਹੈ, ਵੇਵਲੈਂਥ ਘਟਦੀ ਹੈ, ਰਿਡਿਊਸ ਹੋ ਰਹੀ ਹੈ। ਜਿਵੇਂ ਜਿਵੇਂ ਤੁਸੀਂ ਇੱਧਰ ਨੂੰ ਜਾਈ ਜਾਓਗੇ ਵੇਵਲੈਂਥ ਤੁਹਾਡੇ ਕੋਲ ਵਧੂਗੀ। ਤਾਂ ਰੈੱਡ ਦੀ ਤੁਸੀਂ ਕਹਿ ਦਿਓ ਕਿ ਵੇਵਲੈਂਥ ਬਹੁਤ ਹਾਈ ਹੁੰਦੀ ਹੈ, ਤਾਂ ਰੈੱਡ ਦੀ ਫਿਰ ਘੱਟ ਕੀ ਹੋਊਗੀ, ਫ੍ਰੀਕੁਐਂਸੀ ਹੋਊਗੀ। ਤਾਂ ਉਸ ਇਹ ਕੰਸੈਪਟ ਵੀ ਲੱਗਦਾ। ਹੁਣ ਤੁਸੀਂ ਜੇ ਇਸ ਤੋਂ ਇਲਾਵਾ ਇੰਡੀਗੋ ਆਹ ਵਰਤ ਲਓਗੇ, ਇਹਦੀ ਵੇਵਲੈਂਥ ਹੋਰ ਘੱਟ ਹੋਊਗੀ, ਹੋਰ ਸ਼ਾਰਟਰ ਵੇਵਲੈਂਥ ਦਾ ਹੋਊਗਾ। ਤਾਂ ਉਸ ਹਿਸਾਬ ਨਾਲ ਜਿਹਦੀ ਵੇਵਲੈਂਥ ਵੱਧ ਹੋਊਗੀ, ਉਸ ਹਿਸਾਬ ਨਾਲ ਤੁਹਾਡੇ ਕੋਲੇ ਤੁਸੀਂ ਕਹੋਗੇ ਕਿ ਉਹਦੀ ਪੈਨੀਟਰੇਸ਼ਨ ਵੱਧ ਹੋਊ, ਉਹ ਪੈਨੀਟਰੇਟ ਕਰ ਜੂ, ਉਹਦੇ ਵਿੱਚੋਂ ਚੀਜ਼ਾਂ ਨਿਕਲ ਜਾਣਗੀਆਂ, ਕੋਈ ਚੱਕਰ ਨਹੀਂ ਉਹਨੂੰ ਪੈਂਦਾ ਹੈਗਾ। ਤਾਂ ਇਹ ਫਰਕ ਪੈਂਦਾ।
ਅੱਗੇ ਚੱਲਦੇ ਹਾਂ। ਤਾਂ ਹੀ ਤਾਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਰੈੱਡ ਲਾਈਟ ਦੇ ਸਿਗਨਲ ਕਿਉਂ ਬਣਾਏ ਜਾਂਦੇ ਨੇ ਜ਼ਿਆਦਾ, ਕਿਉਂਕਿ ਰੈੱਡ ਲਾਈਟ ਰਿਫਲੈਕਟ ਕਰਦੀ ਹੈ, ਠੀਕ ਹੈ। ਤਾਂ ਰਿਫਲੈਕਟ ਕਰਦੀ ਹੈ, ਰਿਫਲੈਕਟ ਕਰਨ ਕਰਕੇ ਇਹਦੀ ਇਹ ਖਾਸੀਅਤ ਹੁੰਦੀ ਹੈ, ਇਹਦੇ ਵਿੱਚ ਪੈਨੀਟ੍ਰੇਸ਼ਨ ਨਹੀਂ ਹੋ ਸਕਦੀ, ਇਹਦੇ ਵਿੱਚ ਦੀ ਨਿਕਲ ਕੇ ਸਿਗਨਲ ਬਾਹਰ ਨਹੀਂ ਜਾ ਸਕਦਾ ਹੈਗਾ, ਨਾ ਇਹ 'ਚ ਅਬਜ਼ੋਰਬ ਹੋਵੇ। ਇਹ ਰਿਫਲੈਕਟ ਕਰਕੇ ਵਾਪਸ ਭੇਜ ਦਿੰਦੀ ਹੈ, ਚਮਕਦਾ ਸਾਨੂੰ ਨਜ਼ਰ ਆਉਂਦਾ। ਤਾਂ ਕਰਕੇ ਜਿਹੜੇ ਡੇਂਜਰ ਸਿਗਨਲਸ ਨੇ ਰੈੱਡ ਕਲਰ ਦੇ ਬਣਾਏ ਜਾਂਦੇ ਨੇ ਜ਼ਿਆਦਾਤਰ, ਠੀਕ ਹੈ, ਸਮਝ ਗਏ। ਤਾਂ ਉਹ ਕੰਸੈਪਟ ਇਹਦੇ ਵਿੱਚ ਬੇਸਿਕਲੀ ਹੁੰਦਾ। ਸੋਲਿਡ ਸਟੇਟ ਮੈਮਰੀਜ਼ 'ਤੇ ਅੱਗੇ ਆ ਜਾਂਦੇ ਆਪਾਂ। ਅਗਲੀਆਂ ਆ ਗਈਆਂ ਸੋਲਿਡ ਸਟੇਟ ਮੈਮਰੀਜ਼ ਮੇਰੇ ਕੋਲੇ। ਸੋਲਿਡ ਸਟੇਟ ਮੈਮਰੀਜ਼ ਦੇ ਵਿੱਚ ਜਿਨ੍ਹਾਂ 'ਚ ਕੋਈ ਮੂਵਿੰਗ ਪਾਰਟ ਨਹੀਂ ਹੁੰਦਾ, ਠੀਕ ਹੈ। ਤਾਂ ਬੇਸਿਕਲੀ ਇੱਕ ਸਰਕਟ ਬਣੇ ਹੁੰਦੇ ਨੇ, ਆਈਸੀ ਯੂਜ਼ ਕੀਤੇ ਜਾਂਦੇ ਨੇ। ਹੋਰ ਤਾਂ ਇਹਦੇ ਵਿੱਚ ਕੀ ਹੈ, ਇਹਦੇ 'ਚ ਕਿਹੜੇ ਕਿਹੜੇ ਟਾਈਪਸ, ਕਿਹੜੀਆਂ ਮਤਲਬ ਐਗਜ਼ਾਮਪਲਸ ਕੀ ਨੇ ਇਹਦੀਆਂ, ਜੇ ਆਪਾਂ ਜਾਣੀਏ। ਤੁਹਾਡੇ ਮੈਮਰੀ ਕਾਰਡ ਹੋ ਗਏ, ਕੈਮਰਿਆਂ ਦੇ ਵਿੱਚ ਪੈਂਦੇ ਨੇ, ਪੈਨ ਡਰਾਈਵਸ ਹੋ ਗਈਆਂ, ਠੀਕ ਹੈ। ਉਹ ਸਾਰੀਆਂ ਹੀ ਇਹਦੇ 'ਚ ਆਉਂਦੀਆਂ ਨੇ। ਪੈਨ ਡਰਾਈਵ ਜਿਵੇਂ ਮੈਂ ਪਿੱਛੇ ਸਮਝਾ ਚੁੱਕਿਆ ਕਿ ਈ ਰੋਮ, ਇਲੈਕਟ੍ਰੀਕਲੀ ਇਰੇਜ਼ੇਬਲ ਪੀ ਰੋਮ ਫਲੈਸ਼ ਮੈਮਰੀ ਹੈ, ਜਿਹਨੂੰ ਇਲੈਕਟ੍ਰੀਕਲੀ ਤੁਸੀਂ ਇਰੇਜ਼ ਕਰ ਸਕਦੇ ਹੋ। ਤਾਂ ਇਹ ਸੋਲਿਡ ਸਟੇਟ ਮੈਮਰੀਜ਼ ਦੀ ਕੈਟਾਗਰੀ 'ਚ ਆ ਗਈ। ਅੱਗੇ ਮੇਰੇ ਕੋਲ ਇੱਕ ਮੈਮਰੀ ਹੁੰਦੀ ਹੈ ਕੰਟੈਂਟ ਐਡਰੈਸੇਬਲ ਮੈਮਰੀ। ਕੰਟੈਂਟ ਐਡਰੈਸੇਬਲ ਮੈਮਰੀ ਨੂੰ ਜਾਣੀਏ ਜੇ ਆਪਾਂ, ਇਹ ਕੀ ਹੈ। ਇਟ ਇਜ਼ ਏ ਸਪੈਸ਼ਲ ਟਾਈਪ ਆਫ ਕੰਪਿਊਟਰ ਮੈਮਰੀ used in certain very high speed searching applications. It is known as associative memory. Most important ਪੇਪਰ ਪੁੱਛਦਾ ਹੁੰਦਾ ਐਸੋਸੀਏਟਿਵ ਮੈਮਰੀ ਕਿਹਨੂੰ ਕਿਹਾ ਜਾਂਦਾ, ਤਾਂ ਕੈਮ ਨੂੰ, ਕੰਟੈਂਟ ਐਡਰੈਸੇਬਲ ਮੈਮਰੀ ਨੂੰ। ਐਂਡ ਕੰਪੇਅਰਸ ਦਾ ਇਨਪੁਟ ਸਰਚ ਐਲਗੋਰਿਦਮ ਅਗੇਂਸਟ ਦਾ ਟੇਬਲ ਆਫ ਸਟੋਰਡ ਡਾਟਾ ਐਂਡ ਰਿਟਰਨਸ ਦਾ ਐਡਰੈਸ ਆਫ ਦਾ ਮੈਚਿੰਗ ਡਾਟਾ। ਕਿੱਥੇ ਵਰਤੀ ਜਾਂਦੀ ਹੈ ਇਹ? ਹੁਣ ਇਹਨੂੰ ਜਦੋਂ ਕੰਪਿਊਟਰ ਨੈਟਵਰਕਸ ਪੜ੍ਹਦੇ ਆਪਾਂ, ਕੰਪਿਊਟਰ ਨੈਟਵਰਕਸ ਦੇ ਵਿੱਚ ਇੱਕ ਰਾਊਟਰਸ ਆਉਂਦੇ ਨੇ। ਤੁਸੀਂ ਇੱਥੋਂ ਏ ਤੋਂ ਪੁਆਇੰਟ ਤੋਂ ਆ ਬੀ ਪੁਆਇੰਟ 'ਤੇ ਸਿਗਨਲ ਭੇਜਣਾ, ਹਵਾ 'ਚ ਛੱਡਤਾ। ਹਵਾ ਦੇ ਵਿੱਚ ਇੱਕ ਰਾਊਟਰ ਲੱਗਿਆ ਹੋਊ। ਇਹ ਆਪਦਾ ਰਾਊਟਿੰਗ ਟੇਬਲ ਬਣਾਉਂਦਾ ਹੈ। ਉਹਦੇ 'ਚ ਦੇਖਦਾ ਵੀ ਹੁਣ ਬੀ ਤੱਕ ਜਾਣ ਲਈ ਆਹ ਰਾਹ ਵੀ ਹੋ ਸਕਦਾ, ਆਹ ਰਾਹ ਵੀ ਹੋ ਸਕਦਾ, ਆਹ ਰਾਹ ਵੀ ਹੋ ਸਕਦਾ। ਹੁਣ ਕਿਹੜਾ ਰਾਹ ਇੱਥੋਂ ਭੇਜੇਗੀ ਇਨਫੋਰਮੇਸ਼ਨ ਪੈਕੇਟ ਦੇ ਲਈ ਬੈਸਟ ਰਹੂਗਾ ਪਹੁੰਚਣ ਲਈ, ਇਹ ਰਾਊਟਰ ਨੇ ਡਿਸਾਈਡ ਕਰਨਾ। ਅਤੇ ਰਾਊਟਰ ਨੇ ਜਿਹੜੀ ਆਪਣੀ ਮੈਮਰੀ ਬਣਾਈ ਹੁੰਦੀ ਹੈ, ਉਹ ਇਹੀ ਮੈਮਰੀ ਯੂਜ਼ ਕਰਦਾ, ਕੰਟੈਂਟ ਐਡਰੈਸੇਬਲ ਮੈਮਰੀ। ਅਤੇ ਉਹ ਮੈਮਰੀ ਦੀ ਖਾਸੀਅਤ ਇਹ ਹੈ ਕਿ ਜਦੋਂ ਰਾਊਟਰ ਸਰਚ ਕਰੂ ਤਿੰਨਾਂ ਪਾਥਸ ਨੂੰ, ਵੀ ਉਹਨੇ ਕੋਈ ਵੀ ਚੀਜ਼ ਲੱਭੀ ਵੀ ਟਰੈਫਿਕ ਕਿਹਦੇ 'ਤੇ ਘੱਟ ਹੈ, ਕਿਹਦੇ 'ਤੇ ਘੱਟ ਟਰੈਫਿਕ ਹੈ, ਛੇਤੀ ਤੋਂ ਛੇਤੀ ਪਹੁੰਚੂਗਾ, ਡਿਸਟੈਂਸ ਘੱਟ ਪਊਗਾ, ਤਾਂ ਉਹਨੇ ਫਟਾਫਟ ਜਲਦੀ ਉਹਨੂੰ ਲੱਭ ਕੇ ਦੇ ਦੇਣਾ, ਕਿਉਂਕਿ ਸਰਚਿੰਗ ਐਪਲੀਕੇਸ਼ਨ ਲਈ ਸਭ ਤੋਂ ਹਾਈ ਸਪੀਡ ਮੈਮਰੀ ਹੈ ਇਹ। ਹੁਣ ਸਮਝ ਗਏ। ਤਾਂ ਇਹਦਾ ਯੂਜ਼ ਇੱਥੇ ਹੁੰਦਾ ਅਤੇ ਐਵੇਂ ਦੀ ਮੈਮਰੀ ਆ। ਅੱਧੇ ਨੂੰ ਤਾਂ ਸ਼ਾਇਦ ਇਹ ਨਾ ਪਤਾ ਹੋਵੇ ਵੀ ਕੰਟੈਂਟ ਐਡਰੈਸੇਬਲ ਮੈਮਰੀ ਵੀ ਕੋਈ ਹੁੰਦੀ ਹੈ, ਸ਼ਾਇਦ ਪਹਿਲੀ ਵਾਰ ਪੜ੍ਹੀ ਹੋਵੇ। ਪਰ ਇਹ ਪੇਪਰ ਦੇ ਵਿੱਚ ਜੇ ਪੁੱਛ ਲਈ ਵੀ ਕੈਮ ਕੀ ਚੀਜ਼ ਹੈ, ਐਂ ਨੌਲੇਜ ਲਿਓ ਵੀ ਪਤਾ ਨਹੀਂ ਹੈਂਡੀ ਕੈਮ ਜਾਂ ਕਿਸੇ ਉਹਦੀ ਗੱਲ ਕੀਤੀ ਜਾ ਰਹੀ ਹੈ। ਤਾਂ ਕੰਟੈਂਟ ਐਡਰੈਸੇਬਲ ਮੈਮਰੀ, ਜਿਹਦਾ ਦੂਜਾ ਨਾਮ ਐਸੋਸੀਏਟਿਵ ਮੈਮਰੀ ਵੀ ਹੁੰਦਾ, ਤਾਂ ਧਿਆਨ 'ਚ ਰੱਖਿਓ ਇਸ ਗੱਲ ਨੂੰ। ਅੱਗੇ ਆ ਗਈ ਸਿਕੁਐਂਸ਼ੀਅਲ ਮੈਮਰੀਜ਼। ਸਿਕੁਐਂਸ਼ੀਅਲ ਮੈਮਰੀ ਜਿਹੜੀਆਂ ਮੈਮਰੀ ਆਪਰੇਟ ਕਰਦੀਆਂ ਨੇ, ਇਹਨੇ ਸਿਕੁਐਂਸ਼ੀਅਲ ਮੈਨਰ 'ਚ ਮੈਮਰੀ ਲੋਕੇਸ਼ਨ ਇਹਨਾਂ 'ਚ ਅਰੇਂਜ ਹੋਏ ਹੁੰਦੇ ਨੇ, ਵਨ ਆਫਟਰ ਅਨਦਰ ਇਨ ਏ ਸੀਕੁਐਂਸ। ਡਾਟਾ ਇਜ਼ ਰਿਟਨ ਇਨਟੂ ਔਰ ਰੀਡ ਫਰੋਮ ਦੀਜ਼ ਮੈਮਰੀਜ਼ ਇਨ ਏ ਸਿਕੁਐਂਸ਼ੀਅਲ ਮੈਨਰ। ਜਿਵੇਂ ਤੁਸੀਂ ਮੈਗਨੈਟਿਕ ਟੇਪ ਮੈਮਰੀਜ਼ ਦੇ ਉੱਤੇ ਆਡੀਓ ਜਾਂ ਵੀਡੀਓ ਕੈਸਟਸ ਹੁੰਦੀਆਂ ਸੀ ਆਪਣੀਆਂ, ਉਹਨਾਂ ਦੇ ਵਿੱਚ ਡਾਟਾ ਭਰ ਦਿੰਦੇ ਸੀ, ਅਤੇ ਇੱਕ ਸੀਕੁਐਂਸ 'ਚ ਭਰਿਆ ਜਾਂਦਾ ਸੀਗਾ ਉਹ ਮੈਗਨੈਟਿਕ ਟੇਪ ਦੇ ਉੱਤੇ, ਅਤੇ ਉਹੀ ਸੀਕੁਐਂਸ 'ਚ ਤੁਹਾਨੂੰ ਚਲਾਉਣਾ ਪੈਂਦਾ ਸੀਗਾ ਉਹ ਐਜ਼ ਇਟ ਇਜ਼। ਯਾਨੀ ਕਿ ਇਹ ਨਹੀਂ ਹੈਗਾ ਕਿ ਥੋੜ੍ਹਾ ਜਿਹਾ ਹਿੱਸਾ ਉਰੇ, ਥੋੜ੍ਹਾ ਹਿੱਸਾ ਕਿਤੇ ਹੋਰ, ਯਾਨੀ ਕਿ ਇੱਕ ਸੀਕੁਐਂਸ ਚੱਲਦਾ ਸੀ। ਕਈ ਸੈਮੀਕੰਡਕਟਰ ਮੈਮਰੀਜ਼ ਜਿਹੜੀਆਂ ਹੁੰਦੀਆਂ ਨੇ, ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਵੇਂ ਸ਼ਿਫਟ ਰਜਿਸਟਰ ਇੱਕ ਟਾਈਪ ਹੋ ਗਈ, ਚਾਰਜ ਕਪਲਡ ਡਿਵਾਈਸ। ਇਹ ਦੋਨੋਂ ਹੀ ਮੇਰੇ ਕੋਲੇ ਸਿਕੁਐਂਸ਼ੀਅਲ, ਉਰੇ ਸੈਮੀਕੰਡਕਟਰ ਨਹੀਂ ਆਉਣਾ ਸੀ, ਸਿਕੁਐਂਸ਼ੀਅਲ ਮੈਮਰੀਜ਼ ਆਉਣਾ ਸੀ। ਤਾਂ ਸ਼ਿਫਟ ਰਜਿਸਟਰ ਵੀ ਇੱਕ ਇਹਦੀ ਟਾਈਪ ਹੈ, ਚਾਰਜ ਕਪਲ ਡਿਵਾਈਸਿਸ ਵੀ ਇਹਦੀ ਇੱਕ ਟਾਈਪ ਹੈ। ਸ਼ਿਫਟ ਰਜਿਸਟਰ ਐਵੇਂ ਹੁੰਦੇ ਨੇ ਵੀ ਫਲਿੱਪ ਫਲੌਪਸ ਤੋਂ ਮਿਲ ਕੇ ਬਣੇ ਹੁੰਦੇ ਨੇ। ਜਿਵੇਂ ਹੁਣ ਆਹ 3 ਫਲਿੱਪ ਫਲੌਪਸ ਨੇ ਮਿਲ ਕੇ 3 ਬਿਟ ਦਾ ਸ਼ਿਫਟ ਰਜਿਸਟਰ ਬਣਾਤਾ, ਜਿਹੜਾ 3 ਬਿਟ ਆਫ ਡਾਟਾ ਨੂੰ ਸਟੋਰ ਕਰ ਸਕਦਾ ਹੋਊਗਾ, ਠੀਕ ਹੈ। ਬਸ ਇਹਦੇ 'ਚ ਸ਼ਿਫਟਿੰਗ ਹੋ ਸਕਦੀ ਹੁੰਦੀ ਹੈ ਡਾਟਾ ਦੀ, ਇੱਧਰ ਉੱਧਰ ਚੇਂਜ ਹੋ ਸਕਦਾ ਹੁੰਦਾ, ਇਹ ਫਾਇਦਾ ਹੁੰਦਾ। ਹੁਣ ਅੱਗੇ ਚੱਲਦੇ ਹਾਂ ਆਪਾਂ ਚਾਰਜ ਕਪਲਡ ਡਿਵਾਈਸ 'ਤੇ। ਚਾਰਜ ਕਪਲਡ ਡਿਵਾਈਸ ਵੀ ਇੱਕ ਮੇਰੇ ਕੋਲ ਮੈਮਰੀ ਹੁੰਦੀ ਹੈ। ਇਹ ਕੀ ਹੈ, ਇੱਕ ਤਰ੍ਹਾਂ ਦੀ ਸਿਕੁਐਂਸ਼ੀਅਲ ਮੈਮਰੀ ਹੈ ਮੇਰੇ ਕੋਲ, ਠੀਕ ਹੈ ਜੀ। ਅਤੇ ਮੌਸ ਕਪੈਸਟਰਸ ਤੋਂ ਮਿਲ ਕੇ ਬਣੀ ਹੁੰਦੀ ਹੈ, ਠੀਕ ਹੈ, ਅਤੇ ਮੈਟਲ ਆਕਸਾਈਡ ਸੈਮੀਕੰਡਕਟਰ ਕਪੈਸਟਰਸ ਤੋਂ। ਅਤੇ ਹੋਰ ਜੇ ਮੈਂ ਗੱਲ ਕਰਾਂ, ਜਾਣੀ ਕਿ ਮੌਸਫੈਟ, ਜਿਵੇਂ ਤੁਸੀਂ ਪੜ੍ਹਿਆ ਹੀ ਹੋਊਗਾ, ਮੈਟਲ ਆਕਸਾਈਡ ਸੈਮੀਕੰਡਕਟਰ ਬੋਲਦੇ ਹਾਂ ਇਹਨੂੰ ਯੂਜ਼ਲੀ ਅਸੀਂ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਕਪੈਸਟਰਸ ਵਾਲਾ ਕੰਸੈਪਟ ਹੈ ਉਹੀ, ਕਿ ਚਾਰਜ ਹੋਊ, ਡਿਸਚਾਰਜ ਹੋਊ, ਚਾਰਜ ਹੋਊ, ਡਿਸਚਾਰਜ ਹੋਊ। ਤਾਂ ਡਿਜੀਟਲੀ ਇਨਪੁਟ ਜਿਹੜੀ ਜਿੰਨੀ ਵੀ ਹੁੰਦੀ ਆ, ਉਹ ਚਾਰਜ 'ਚ ਕਨਵਰਟ ਕਰ ਦਿੱਤੀ ਜਾਂਦੀ ਹੈ। ਜਨਰਲੀ ਲੌਜਿਕ 1 ਦਾ ਮਤਲਬ ਹੁੰਦਾ ਕਿ ਚਾਰਜ ਪ੍ਰੈਜੈਂਟ ਹੈ ਇਹਦੇ ਵਿੱਚ ਫੁੱਲ,
ਤੇ ਜਦੋਂ ਲੌਜਿਕ 0 ਹੋ ਗਿਆ ਇਹਦਾ ਮਤਲਬ ਫੁੱਲੀ ਇਹ ਡਿਸਚਾਰਜ ਹੋ ਗਿਆ, ਹੁਣ ਇਹਨੂੰ ਦੁਬਾਰਾ ਚਾਰਜਿੰਗ ਦੀ ਲੋੜ ਹੈ। ਤਾਂ ਇਸ ਹਿਸਾਬ ਨਾਲ ਮੈਮਰੀ ਦੇ ਵਿੱਚ ਡਾਟਾ ਸਟੋਰ ਹੁੰਦਾ ਰਹਿੰਦਾ। ਤਾਂ ਇਹ ਸਲੋ ਮੈਮਰੀ ਹੁੰਦੀ ਆ ਓਬਵੀਅਸਲੀ, ਜਿਹੜੀ ਕਪੈਸਿਟਰਸ ਤੋਂ ਬਣੀ ਹੋਈ ਹੈ ਸਲੋ ਹੀ ਹੋਊਗੀ ਤੇ ਬਾਰ-ਬਾਰ ਰੀਫਰੈਸ਼ਮੈਂਟ ਵੀ ਮੰਗੂਗੀ। ਪਰ ਇਹ ਵੀ ਮੈਮਰੀ ਇੱਕ ਹੁੰਦੀ ਹੈ, ਬਸ ਫਾਇਦਾ ਇਹ ਆ ਕਿ ਕਾਸਟ ਘੱਟ ਹੈ, ਸਿੰਪਲੀ ਹੈ ਤੇ ਇਹਦੀ ਹਾਈ ਪੈਕਿੰਗ ਡੈਂਸਿਟੀ ਹੁੰਦੀ ਹੈ, ਮਤਲਬ ਕਿ ਪੈਕ ਬਹੁਤ ਉਹਦੇ ਨਾਲ ਹੁੰਦੀ ਹੈ ਡੈਂਸ ਵੇ ਨਾਲ, ਜਿਹਦੇ ਨਾਲ ਕਿ ਇਹਦੇ ਨਾਲ ਇਹ ਫਾਇਦਾ ਹੋ ਜਾਂਦਾ ਕਿ ਇਹ 'ਚ ਵੱਧ ਤੋਂ ਵੱਧ ਡਾਟਾ ਸਟੋਰ ਕੀਤਾ ਜਾ ਸਕਦਾ ਹੁੰਦਾ ਜਿੰਨੀ ਹਾਈਲੀ ਪੈਕਿੰਗ ਡੈਂਸਿਟੀ ਹੋਊਗੀ ਕਿਸੇ ਚੀਜ਼ ਦੀ। ਤਾਂ ਇਹ ਵੀ ਚਾਰਜ ਕਪਲ ਡਿਵਾਈਸ ਮੈਮਰੀ ਵੀ ਇੱਕ ਤਰ੍ਹਾਂ ਦੀ ਕੀ ਹੁੰਦੀ ਹੈ, ਮੈਮਰੀ ਹੁੰਦੀ ਹੈ। ਕੰਪਿਊਟਰ ਹਾਰਡਵੇਅਰ ਕੰਪੋਨੈਂਟਸ 'ਤੇ ਨਿਗਾਹ ਮਾਰ ਲਓ, ਵੈਸੇ ਤਾਂ ਸਾਰੇ ਦੇਖ ਲਏ, ਕੁਝ ਕੁ ਚੀਜ਼ਾਂ ਆਪਾਂ ਜ਼ਿਕਰ 'ਚ ਲਿਆਉਂਦੇ ਹਾਂ, ਹੁਣ ਪੜ੍ਹਦੇ ਹਾਂ, ਦੇਖ ਲੈਂਦੇ ਹਾਂ। ਜਿਵੇਂ ਮੋਨੀਟਰ ਦੇਖ ਚੁੱਕੇ ਹਾਂ, ਸਪੀਕਰ ਪਤਾ ਹੈ, ਕੀਬੋਰਡ ਦੇਖ ਲਿਆ, ਇਨਪੁਟ ਡਿਵਾਈਸ, ਸਪੀਕਰ ਆਊਟਪੁੱਟ ਡਿਵਾਈਸ ਹੁੰਦਾ, ਮੋਨੀਟਰ ਵੀ ਆਊਟਪੁੱਟ ਡਿਵਾਈਸ ਹੈ, ਕੀਬੋਰਡ ਇਨਪੁੱਟ ਡਿਵਾਈਸ ਹੈ, ਮਾਊਸ ਕੀ ਹੈ, ਇਨਪੁੱਟ ਡਿਵਾਈਸ। ਆਹ ਕੀ ਆ ਗਿਆ, ਪੂਰੇ ਦਾ ਪੂਰਾ CPU ਆ ਗਿਆ ਤੁਹਾਡਾ। ਇਹਦੇ ਵਿੱਚ ਕੀ ਲੱਗਿਆ ਹੁੰਦਾ, ਇੱਕ ਪਾਵਰ ਸਪਲਾਈ ਲੱਗੀ ਹੁੰਦੀ ਹੈ, ਪੜਾਂਗੇ ਅੱਗੇ। DVD ਰੋਮ ਲੱਗਿਆ ਹੁੰਦਾ, ਠੀਕ ਹੈ, ਰੋਮ ਡਰਾਈਵ ਜਿਹਦੇ ਵਿੱਚ ਤੁਸੀਂ CD ਪਾਉਂਦੇ ਹੋ ਆਪਣੀ। ਮਦਰਬੋਰਡ ਹੁੰਦਾ, ਮਦਰਬੋਰਡ ਦੇ ਉੱਤੇ ਤਾਂ ਬੜੀਆਂ ਚੀਜ਼ਾਂ ਲੱਗੀਆਂ ਹੁੰਦੀਆਂ। ਆਹ ਤੁਹਾਡਾ ਇੱਕ ਪ੍ਰੋਸੈਸਰ ਲੱਗਿਆ ਹੋਊ, ਇੱਕ ਪੱਖਾ ਲੱਗਿਆ ਹੋਊ ਇਹਨੂੰ ਠੰਡਾ ਕਰਨ ਲਈ, ਰੈਮ ਵੀ ਇਹਦੇ ਉੱਤੇ ਹੁੰਦੀ ਹੈ, BGA ਕਾਰਡ ਵੀ ਇਹਦੇ ਉੱਪਰ ਹੁੰਦਾ, ਸਾਊਂਡ ਕਾਰਡ ਵੀ ਇਹਦੇ ਉੱਤੇ ਹੋਊ, ਹਾਰਡ ਡਿਸਕ ਇਹਦੇ ਅੰਦਰ ਹੁੰਦੀ ਹੈ, ਠੀਕ ਹੈ। ਤਾਂ ਸਾਰਾ ਕੁਛ ਇਹਦੇ ਵਿੱਚ ਯਾਨੀ ਕਿ ਇਨਕਲੂਡਡ ਹੁੰਦਾ। ਹੁਣ ਇਹਦੇ ਵਿੱਚੋਂ ਜਿਹੜੀਆਂ ਜਿਨ੍ਹਾਂ ਚੀਜ਼ਾਂ ਬਾਰੇ ਤੁਹਾਨੂੰ ਮੈਨੂੰ ਲੱਗਦਾ ਵੀ ਦੱਸਣਾ ਚਾਹੀਦਾ, ਆਈਡੀਆ ਨਹੀਂ ਹੋਊਗਾ, ਉਹ ਚੀਜ਼ਾਂ ਨੂੰ ਆਪਾਂ ਦੇਖ ਲੈਣਾ ਮੋਟੀਆਂ ਜਿਹੀਆਂ ਨੂੰ। ਮਦਰਬੋਰਡ ਸਭ ਤੋਂ ਪਹਿਲਾਂ ਆ ਗਿਆ। ਮਦਰਬੋਰਡ ਇਟ ਇਜ਼ ਦਾ ਬਿਗੇਸਟ ਇਲੈਕਟ੍ਰੋਨਿਕ ਸਰਕਿਟ, ਜਿਹਦੇ ਉੱਤੇ CPU, ਮੇਨ ਮੈਮਰੀ, ਸਭ ਕੁਛ ਹੀ ਲੱਗਿਆ ਹੁੰਦਾ, ਉਹਨੂੰ ਮਦਰਬੋਰਡ ਕਹਿੰਦੇ ਨੇ। ਦੇਖ ਲਿਆ। SMPS ਸਵਿਚ ਮੋਡ ਪਾਵਰ ਸਪਲਾਈ, it converts the AC to DC and provides current to the entire circuit। ਹੁਣ ਇਹ ਕੀ ਕਰਦਾ, ਇਹਦੇ ਵਿੱਚ ਨਾ ਰੈਕਟੀਫਾਇਰਸ ਲੱਗੇ ਹੁੰਦੇ ਨੇ। ਹੁਣ ਤੁਸੀਂ ਨੇ ਇੱਕ ਰੈਕਟੀਫਾਇਰ ਹੁੰਦੀ ਹੈ ਚੀਜ਼, ਇੱਕ ਟਰਾਂਸਫਾਰਮਰ ਹੁੰਦੀ ਹੈ, ਦੋਨੋਂ ਚੀਜ਼ਾਂ ਸੁਣੀਆਂ ਹੋਣੀਆਂ ਹੈ ਨਾ। ਹੁਣ ਜੇ ਤਾਂ ਮੈਂ AC ਕਰੰਟ ਨੂੰ DC 'ਚ ਬਦਲਣਾ, AC ਕਿਵੇਂ ਹੋ ਗਿਆ, ਆਹ ਆਲਟਰਨੇਟਿੰਗ ਕਰੰਟ ਜਿਹੜਾ ਵਿਦ ਰਿਸਪੈਕਟ ਟੂ ਟਾਈਮ ਚੇਂਜ ਹੋ ਰਿਹਾ ਹੋਵੇ। DC ਕੀ ਹੋ ਗਿਆ, ਜਿਹੜਾ ਬਿਲਕੁਲ ਕਾਂਸਟੈਂਟ ਚੱਲੇ। ਆਹ ਟਾਈਮ ਹੈ, ਇੱਥੇ ਕਰੰਟ ਦੀ ਵੈਲਿਊ ਹੈ, ਕਾਂਸਟੈਂਟ ਚੱਲ ਰਿਹਾ, ਇੱਥੇ ਵਿਦ ਰਿਸਪੈਕਟ ਟੂ ਟਾਈਮ ਚੇਂਜ ਹੋ ਰਿਹਾ ਐਨਾਲੌਗ ਸਿਗਨਲ ਵਾਂਗੂ। ਤਾਂ ਆਹ AC ਨੂੰ DC 'ਚ ਬਦਲਣ ਦਾ ਕੰਮ ਕੌਣ ਕਰਦਾ, ਮੇਰੇ ਕੋਲ SMPS ਸਵਿਚ ਮੋਡ ਪਾਵਰ ਸਪਲਾਈ। ਕੁਛ ਨਹੀਂ ਹੁੰਦਾ, ਉਹਦੇ ਵਿੱਚ ਇੱਕ ਰੈਕਟੀਫਾਇਰ ਲਾਇਆ ਹੁੰਦਾ। ਰੈਕਟੀਫਾਇਰ ਇਜ਼ ਏ ਡਿਵਾਈਸ ਵਿਚ ਯੂਜ਼ ਟੂ ਕਨਵਰਟ ਦਾ AC ਕਰੰਟ ਟੂ DC ਕਰੰਟ ਬੇਸਿਕਲੀ। ਟਰਾਂਸਫਾਰਮਰ ਕੀ ਕਰਦਾ, ਹੁਣ ਟਰਾਂਸਫਾਰਮਰ ਦੋ ਕੈਟੇਗਰੀ ਦੇ ਆਉਂਦੇ ਨੇ। ਇੱਕ ਟਰਾਂਸਫਾਰਮਰ ਸਾਡੇ ਕੋਲੇ ਹੁੰਦਾ ਸਟੈਪ ਅਪ, ਇੱਕ ਹੁੰਦਾ ਸਾਡੇ ਕੋਲੇ ਸਟੈਪ ਡਾਊਨ। ਹੁਣ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇੱਕ ਸਰਕਿਟ 12 ਵੋਲਟ 'ਤੇ ਚੱਲਦਾ ਜਾਂ ਫਿਰ 9 ਵੋਲਟ 'ਤੇ ਚੱਲਦਾ ਹੈ। ਹੁਣ ਪਿੱਛੋਂ ਤਾਂ ਆ ਰਹੀ ਹੈ 220 ਵੋਲਟ। ਹੁਣ ਉੱਥੇ ਮੈਨੂੰ ਜੇ ਮੈਂ ਸਟੈਪ ਡਾਊਨ ਟਰਾਂਸਫਰ ਲਾ ਦੇਵਾਂ ਤਾਂ ਸਟੈਪ ਡਾਊਨ ਟਰਾਂਸਫਰ ਉਹਨੇ ਵੋਲਟੇਜ ਘਟਾ ਕੇ ਦੇ ਦੇਣੀ ਹੈ। ਘਟਾ ਕੇ ਕਿੰਨੀ ਕਰ ਦੂਗਾ, ਜਿਵੇਂ 12 ਤਾਂ 12 ਵੋਲਟ ਕਰ ਦੂ, 9 ਤਾਂ 9 ਵੋਲਟ ਕਰ ਦੂ। ਪਿੱਛੋਂ 220 ਪੂਰੀ ਨਹੀਂ ਆ ਰਹੀ, 210 ਆ ਰਹੀ ਹੈ, 8 ਆ ਰਹੀ ਹੈ, ਠੀਕ ਹੈ। ਤਾਂ ਮੈਨੂੰ ਮੇਰਾ ਸਰਕਿਟ ਸੜ ਨਾ ਜਾਵੇ, ਆਪਾਂ ਸਟੈਬਲਾਈਜ਼ਰ ਨਹੀਂ ਲਾਉਂਦੇ ਹੁੰਦੇ, ਤਾਂ ਸਟੈਬਲਾਈਜ਼ਰ ਬੇਸਿਕਲੀ ਸਟੈਪ ਅਪ ਟਰਾਂਸਫਾਰਮਰ ਹੀ ਨੇ। ਉਹ ਉਹਨੂੰ ਅਪ ਕਰਕੇ ਤੁਹਾਡੇ ਕੋਲੇ 220 ਵੋਲਟ ਕਰ ਦਿੰਦੇ ਨੇ। ਹੁਣ ਤਾਂ ਅੱਜ ਕੱਲ੍ਹ ਤਾਂ ਜ਼ਮਾਨਾ ਗਿਆ, ਪਹਿਲਾਂ ਹੁੰਦਾ ਸੀ ਕਿ ਘਰਾਂ ਦੀਆਂ ਜਿਹੜੀਆਂ ਫਰਿੱਜਾਂ ਹੁੰਦੀਆਂ ਨੇ, ਰੈਫਰੀਜਰੇਟਰ, ਉਹਨਾਂ ਦੇ ਉੱਤੇ ਸਟੈਬਲਾਈਜ਼ਰ ਲਾਏ ਜਾਂਦੇ ਸੀ, ਕਿਉਂਕਿ ਵੋਲਟੇਜ ਘੱਟ ਵੱਧ ਹੁੰਦੀ ਰਹਿੰਦੀ ਸੀ। ਤਾਂ ਉਹ ਸਟੈਬਲਾਈਜ਼ਰ ਸਟੇਬਲ ਕਰਕੇ ਰੱਖਦਾ ਸੀਗਾ ਵੋਲਟੇਜ ਨੂੰ, ਸਟੈਪ ਅਪ ਕਰਕੇ ਤੁਹਾਡੀ ਉਹਨੂੰ ਉਨੀ ਓ ਪ੍ਰੋਵਾਈਡ ਕਰਦਾ ਸੀ ਫਰਿੱਜ ਨੂੰ ਜਿੰਨੀ ਚਾਹੀਦੀ ਹੁੰਦੀ ਸੀ। ਤਾਂ ਉਹ SMPS ਸਮਝਿਓ ਕਿ SMPS ਕੀ ਹੋ ਗਿਆ। ਸਟੋਰੇਜ ਕੰਟਰੋਲਰਸ ਆ ਗਏ, ਗ੍ਰਾਫਿਕ ਕੰਟਰੋਲਰਸ ਆ ਗਏ, ਜਿਹੜੇ ਮੋਨੀਟਰ ਦੀ ਆਊਟਪੁੱਟ ਗ੍ਰਾਫਿਕਸ ਨੂੰ ਕੰਟਰੋਲ ਕਰਦੇ ਨੇ, ਸਹੀ ਸਾਨੂੰ ਦਿਖੇ। ਹਾਰਡ ਡਿਸਕ, ਫਲੋਪੀ ਡਿਸਕ, ਇਹ ਸਾਰਾ ਕੁਝ ਸਟੋਰੇਜ ਵਾਸਤੇ ਨੇ। ਇੰਟਰਫੇਸ ਕੰਟਰੋਲਰਸ ਨੇ, ਠੀਕ ਹੈ। ਇੰਟਰਫੇਸ ਕੰਟਰੋਲਰ ਕਨੈਕਟ ਕਰਨ ਵਾਸਤੇ ਨੇ ਐਕਸਟਰਨਲ ਡਿਵਾਈਸਿਸ ਨਾਲ, ਜਿਵੇਂ ਪ੍ਰਿੰਟਰ, ਸਕੈਨਰ। ਇਹਦੇ ਨਾਲ ਕਿਵੇਂ ਜੋੜਨਾ ਕੰਪਿਊਟਰ ਨੂੰ, ਤਾਂ ਉੱਥੇ ਕੋਈ ਨਾ ਕੋਈ ਪੋਰਟ ਬਣਿਆ ਹੋਊਗਾ, ਉਹ ਪੋਰਟ ਕਨੈਕਟ ਕਰਦੇ ਨੇ। ਅੱਗੇ ਪੋਰਟ ਆਉਣਗੇ, ਮੈਂ ਦਿਖਾਉਣਾ ਉਹਨਾਂ ਪੋਰਟਸ ਦੇ ਵੱਖਰਿਆਂ ਦੇ ਕੀ ਨਾਮ ਹੁੰਦੇ ਨੇ। ਤਾਂ ਉਹਨੂੰ ਆਪਾਂ ਦੇਖਦੇ ਹਾਂ, ਇਸ ਸਲਾਈਡ 'ਚ ਤੁਸੀਂ ਦੇਖ ਸਕਦੇ ਹੋ। ਦੇਖੋ, ਜਿਵੇਂ ਆਹ ਇੱਕ ਪੋਰਟ ਹੋ ਗਿਆ ਮੇਰੇ ਕੋਲੇ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਆਹ ਕੀਬੋਰਡ ਜਾਂ ਮਾਊਸ ਦੇ ਲਈ ਪੋਰਟ ਯੂਜ਼ ਹੁੰਦੇ ਨੇ, PS2 ਪੋਰਟ ਬੋਲ ਦਿੰਦੇ ਹਾਂ। USB ਪੋਰਟ ਤਾਂ ਅੱਜ ਕੱਲ੍ਹ ਹਰ ਜਗ੍ਹਾ ਹੀ ਯੂਜ਼ ਹੋ ਰਿਹਾ। ਆਹ ਪੋਰਟ ਤੁਸੀਂ ਦੇਖ ਸਕਦੇ ਹੋ, ਜਿੱਥੇ ਲੈਨ ਵਾਇਰ ਲਾਉਣਾ ਆਪਣੀ, ਮੈਂ ਈਥਰਨੈਟ ਪੋਰਟ ਕਹਿ ਦਿੰਦੇ ਇਹਨੂੰ ਆਪਾਂ। ਆਹ ਸੀਰੀਅਲ ਡਾਇਲ ਅਪ ਮੋਡਮ ਨੂੰ ਕਨੈਕਟ ਕਰਨ ਵਾਸਤੇ ਸੀਰੀਅਲ ਪੋਰਟ ਯੂਜ਼ ਕੀਤਾ ਜਾਂਦਾ। ਫਿਰ ਤੁਹਾਡਾ ਤੁਸੀਂ ਨੇ ਪ੍ਰਿੰਟਰ ਅਟੈਚ ਕਰਨਾ, ਉਹਦਾ ਪੋਰਟ ਹੋ ਗਿਆ ਇਹ LPT1 ਬੋਲਦੇ ਆ ਇਹਨੂੰ। ਆਹ BGA ਪੋਰਟ ਹੋ ਗਿਆ ਮੋਨੀਟਰ ਨੂੰ ਕਨੈਕਟ ਕਰਨ ਵਾਸਤੇ। ਫਿਰ ਮੇਰੇ ਕੋਲ BGA ਪੋਰਟ ਮੋਨੀਟਰ ਕਨੈਕਟ ਕਰਨ ਲਈ ਹੁੰਦਾ, ਠੀਕ ਹੈ। ਤਾਂ ਆਹ ਸਪੀਕਰ ਦੇ ਜਿਹੜੇ ਉਹ ਲੀਡਸ ਵਿੱਚ ਪੈਂਦੀਆਂ ਨੇ, ਜਾਂ ਮਾਈਕਰੋਫੋਨ ਅਟੈਚ ਕਰਨਾ ਇੱਥੇ।
ਆ ਗੇਮਿੰਗ ਵਾਲਾ ਪੋਰਟ ਆ ਜਾਂ ਜੋਇਸਟਿਕ ਅਟੈਚ ਕਰਨੀ ਆ ਅਸੀਂ ਨੇ, ਤਾਂ ਆ ਵੱਖਰੇ ਵੱਖਰੇ ਪੋਰਟ ਹੋ ਗਏ। ਤਾਂ ਇਹ ਪੋਰਟਸ ਬਾਰੇ ਵੀ ਸਾਨੂੰ ਪਤਾ ਹੋਵੇ, ਜਿਵੇਂ ਸੀਰੀਅਲ ਪੋਰਟ ਤਾਂ ਬੜਾ ਇੰਪੋਰਟੈਂਟ ਹੈ। ਸੀਰੀਅਲ ਪੋਰਟ ਜਾਂ ਇਹਨੂੰ ਕਮਿਊਨੀਕੇਸ਼ਨ ਪੋਰਟ ਵੀ ਕਹਿ ਦਿੰਦੇ ਨੇ, ਠੀਕ ਹੈ, ਜਾਂ RS 232 ਪੋਰਟ, ਕਈ ਨਾਮ ਨੇ ਇਹਦੇ। ਮਾਊਸ, ਮੋਡਮ, ਇਹੋ ਜਿਹੀਆਂ ਚੀਜ਼ਾਂ ਕਨੈਕਟ ਕਰਨ ਲਈ, ਕਿਉਂਕਿ ਅੱਜ ਕੱਲ੍ਹ ਮਾਊਸ ਵੀ ਕਈ ਇਹੋ ਜਿਹੇ ਆਉਣ ਲੱਗ ਗਏ। ਆ ਤਾਂ ਪੁਰਾਣੇ ਜ਼ਮਾਨੇ ਦੇ ਹੋ ਗਏ ਜਿਹੜੇ ਆ PS2 ਪੋਰਟ ਨੇ, ਹੁਣ ਨਹੀਂ ਆਉਂਦੇ। ਹੁਣ ਤਾਂ USB ਪੋਰਟ ਹੀ ਲੱਗ ਕੇ ਆਉਂਦੇ ਨੇ ਮਾਊਸ ਦੇ ਉੱਤੇ ਵੀ ਸਿੱਧਾ, ਜਿਵੇਂ ਆਮ ਤੁਹਾਡਾ USB ਪੋਰਟ ਜਿਹੜਾ ਲੈਪਟਾਪ ਜਾਂ ਤੁਹਾਡੇ ਚਾਰਜਰ ਦੇ ਵਿੱਚ ਵੀ ਉਹੀ ਪੋਰਟ ਲੱਗਿਆ ਹੁੰਦਾ, ਤਾਂ ਉਹੀ ਪੋਰਟ ਕਾਮਨ ਕਰਦੇ ਜਾ ਰਹੇ ਨੇ ਹਰ ਇੱਕ ਦਾ, ਤਾਂ ਕਿ ਲੋਕਾਂ ਲਈ ਸੌਖਾ ਹੋ ਜੇ ਕੰਮ, ਇੱਕੋ ਹੀ ਪੋਰਟ ਦੇ ਨਾਲ ਕੰਮ ਸਰ ਜਾਇਆ ਕਰੇ। ਸਿਮਿਲਰਲੀ ਪੈਰਲਲ ਪੋਰਟ ਹੁੰਦੇ ਨੇ, ਠੀਕ ਆ, ਜਿਹੜੇ ਪੈਰਲਲ ਇੰਨੀ ਇਨਫੋਰਮੇਸ਼ਨ USB ਪੋਰਟ ਬਾਰੇ, USB ਦੀ ਫੁੱਲ ਫਾਰਮ ਯਾਦ ਰੱਖਿਓ, ਯੂਨੀਵਰਸਲ ਸੀਰੀਅਲ ਬੱਸ। ਜਿੰਨੇ ਵੀ ਕੈਮਰਾ, ਪ੍ਰਿੰਟਰ, ਸਕੈਨਰ ਅੱਜ ਕੱਲ੍ਹ ਇਹਦੇ 'ਚ ਹੀ ਆਉਣ ਲੱਗ ਗਏ, ਫਲੈਸ਼ ਮੈਮਰੀਜ਼ ਇਹਦੇ ਨਾਲ ਹੀ ਹੁੰਦੀਆਂ ਨੇ। ਇੱਕ ਹੁੰਦਾ ਫਾਇਰ ਵਾਇਰ ਪੋਰਟ, ਇਹ ਐਵੇਂ ਦਾ ਹੁੰਦਾ ਦੇਖਣ ਦੇ ਵਿੱਚ, ਤੁਸੀਂ ਦੇਖ ਸਕਦੇ ਹੋ। ਇਹ ਸਕੈਨਰ ਨੂੰ ਜਾਂ ਡਿਜੀਟਲ ਕੈਮਰਾ ਕਨੈਕਟ ਕਰਨਾ, ਉਹਦੇ ਵਾਸਤੇ ਫਾਇਰ ਵਾਇਰ ਪੋਰਟ ਯੂਜ਼ ਕੀਤੇ ਜਾਂਦੇ ਨੇ, ਠੀਕ ਹੈ, ਕਿਉਂਕਿ ਇਹਨਾਂ ਦੀ ਖਾਸੀਅਤ ਹੁੰਦੀ ਹੈ ਕਿ ਡਾਟਾ ਬਹੁਤ ਫਾਸਟ ਟਰਾਂਸਫਰ ਕਰਦੇ ਨੇ, ਇਸ ਕਰਕੇ ਉਹਨਾਂ ਚੀਜ਼ਾਂ ਦੇ ਉੱਤੇ ਇਹਨੂੰ ਆਪਾਂ ਯੂਜ਼ ਕਰਦੇ ਹਾਂ। ਸਮਝ ਗਏ? ਤਾਂ ਆਹ ਸਾਰਾ ਕੁਛ ਆਪਣੇ ਕੋਲੇ ਕੰਪਿਊਟਰ ਆਰਕੀਟੈਕਚਰ, ਕਿੰਨਾ ਕੁਛ ਦੇਖ ਲਿਆ ਕੰਪਿਊਟਰ ਦੇ ਵਿੱਚ ਲੱਗਿਆ ਹੋਇਆ, ਕੁਛ ਨਹੀਂ ਛੱਡਿਆ ਆਪਾਂ ਨੇ, ਠੀਕ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਦੋਨੋਂ ਲੈਕਚਰ ਹੈਗੇ ਨੇ ਕੰਪਿਊਟਰ ਆਰਕੀਟੈਕਚਰ ਦੇ। ਤਾਂ ਇੱਥੇ ਆਪਣਾ ਕੰਪਿਊਟਰ ਆਰਕੀਟੈਕਚਰ ਖਤਮ ਹੁੰਦਾ। ਇਸ ਲੈਕਚਰ ਦੇ ਵਿੱਚ ਇੰਨਾ ਹੀ ਸੀਗਾ। ਥੈਂਕ ਯੂ ਜੀ, ਥੈਂਕ ਯੂ ਫॉर ਵਾਚਿੰਗ। ਅਗਲੇ ਲੈਕਚਰ ਨਾਲ ਜਲਦੀ ਹੀ ਮਿਲਦੇ ਹਾਂ। ਥੈਂਕ ਯੂ।